कम्युनिकेशन कर सकते हैं? जगपाल जी आवाज आउंदी नहीं? यस प्लीज। यस हेलो मॉर्निंग, मेरी आवाज आ रही है जी? हाँ जी सर, गुड मॉर्निंग। ਗੁੱਡ ਮਾਰਨਿੰਗ। ਭਾਈ ਕਿਹੜੇ ਕਾਨੂੰਨ ਸਾਹਿਬ ਬੋਲ ਰਹੇ ਸੀਗੇ? ਪੇਪਰ ਕਿੱਥੇ ਹੋਣੇ ਤੁਹਾਡੇ? ਜਲੰਧਰ ਕਾਲਜ 'ਚ ਹੋਣੇ ਆ, ਡੀਐਲਆਰ ਆਫਿਸ ਹੋਣੇ ਆ? ਨਹੀਂ ਪਤਾ ਕਿਸੇ ਨੂੰ ਸ਼ਾਇਦ ਹੈ। ਯੈਸ, ਗੁੱਡ ਮਾਰਨਿੰਗ ਜੀ ਸਾਰਿਆਂ ਨੂੰ। ਅੱਜ ਅਸੀਂ ਡਿਸਕਸ ਕਰਾਂਗੇ ਨੈਫਸੀਲਰ ਐਗਜ਼ਾਮੀਨੇਸ਼ਨ ਪੇਪਰ ਨੰਬਰ 2 ਦੇ ਰਿਗਾਰਡਿੰਗ। ਇਹਦੇ ਵਿੱਚ ਪੇਪਰ ਨੰਬਰ 2 ਦੇ ਵਿੱਚ ਤੁਹਾਨੂੰ ਹੁੰਦਾ ਇੱਕ ਮੈਥ ਹੁੰਦਾ ਤੇ ਇੱਕ ਮਸਿਆਹਤ ਹੁੰਦੀ ਹੈ। ਇਸ ਤੋਂ ਪਹਿਲਾਂ ਜਿਹੜੇ ਪਹਿਲਾਂ ਪੇਪਰ ਹੁੰਦੇ ਸੀਗੇ ਕਾਫੀ ਦੇਰ ਪਹਿਲਾਂ 2-3 ਸਾਲ ਪਹਿਲਾਂ ਜ਼ਿਆਦਾਤਰ ਮੈਥ ਦੇ ਕੁਐਸਚਨ ਆਉਂਦੇ ਸੀ ਬਹੁਤ ਜ਼ਿਆਦਾ, ਪਰ ਸਮੇਂ ਦੇ ਅਕੋਰਡਿੰਗ ਜਿਵੇਂ ਜਿਵੇਂ ਫੀਡਬੈਕ ਗਈ ਤੇ ਜਿਹੜਾ ਹੁਣ ਜ਼ਿਆਦਾ ਜਿਹੜਾ ਤੁਹਾਡਾ ਪੇਪਰ ਆ ਰਿਹਾ ਹੈ ਇਸ ਵੇਲੇ ਜਿਹੜਾ 2020 ਦੇ ਵਿੱਚ ਆਇਆ ਹੈਗਾ, ਇਹ ਕਾਫੀ ਜ਼ਿਆਦਾ ਕੰਸਨਟਰੇਟ ਕੀਤਾ ਗਿਆ ਮਸਾਹਤ ਦੇ ਉੱਪਰ। ਮੈਥ ਨੂੰ ਥੋੜਾ ਘਟਾਇਆ ਗਿਆ ਜਿਹੜਾ ਕਿ ਤੁਹਾਡੇ ਸਾਰਿਆਂ ਦੇ ਲਈ ਲਾਹੇਵੰਦ ਹੋਏਗਾ। 2020 ਦਾ ਕੁਐਸਚਨ ਪੇਪਰ ਅਸੀਂ ਦੇਖਾਂਗੇ ਕੀ ਹੈਗਾ। ਪੇਪਰ ਨੰਬਰ ਜਨਵਰੀ 2020 ਤੁਸੀਂ ਨੋਟ ਕਰ ਲਓ ਜੀ। ਇਹਦਾ ਨਾਲ ਨਾਲ ਤੁਸੀਂ ਕੁਐਸਚਨ ਆਨਸਰ ਪਾਈ ਜਾਓ ਤੇ ਨਾਲ ਆਨਸਰ ਲਿਖੀ ਜਾਓ ਆਪਦੇ ਵੱਖਰੇ ਪੇਜ ਦੇ ਉੱਪਰ। ਨਾਇਬ ਸਿਦਾਰਾਂ ਦੀ ਵਿਭਾਗੀ ਪ੍ਰੀਖਿਆ ਜਨਵਰੀ 2020 ਚ ਜਿਹੜਾ ਪੇਪਰ ਹੋਇਆ ਸੀਗਾ ਪੇਪਰ ਨੰਬਰ 2, ਉਹਦਾ ਸਮਾਂ 3 ਘੰਟੇ ਦਾ ਸੀ। ਕੁੱਲ 100 ਅੰਕ ਦਾ ਪੇਪਰ ਸੀਗਾ। ਸਾਰੇ ਸਵਾਲ ਕਰਨੇ ਜ਼ਰੂਰੀ ਸੀਗੇ। ਸਭ ਤੋਂ ਪਹਿਲਾ ਕੁਐਸਚਨ ਨੰਬਰ 2 ਹੈਗਾ, ਪ੍ਰਸ਼ਨ ਨੰਬਰ 1। ਇਹ ਹੈਗਾ ਜੀ ਤੁਹਾਡਾ ਡੈਫੀਨੇਸ਼ਨ ਦੇ ਸੰਬੰਧ ਵਿੱਚ ਹੈਗਾ। ਹੇਠ ਦਰਜ 10 ਵਿੱਚੋਂ ਕੋਈ 5 ਉੱਤੇ ਨੋਟ ਲਿਖੋ। ਤੁਹਾਨੂੰ 10 ਪੁਆਇੰਟ ਦਿੱਤੇ ਗਏ ਨੇ। ਬੁਨਿਆਦੀ ਲਾਈਨ, ਅੱਡਾ, ਸ਼ਿਸ਼ਤ, ਕਰਾਸ, ਪੈਮਾਨਾ, ਗੋਸ਼ਾਕਾਸੀ, ਲੰਬ, ਤਤਿਮਾ ਸ਼ਜਰਾ ਤੇ ਘੁਮਾਓ ਤੇ ਵਿਕਰਨ। ਇਹ 10 ਪੁਆਇੰਟ ਦਿੱਤੇ ਗਏ। 10 ਚੋਂ ਕਿਸੇ 5 ਦੇ ਉੱਪਰ ਨੋਟ ਲਿਖਣ ਲਈ ਕਿਹਾ ਗਿਆ ਜੀ। ਸਾਰੀ ਪੁਆਇੰਟ ਤੁਹਾਨੂੰ ਚੰਗੀ ਤਰ੍ਹਾਂ ਭਲੀ ਭਾਂਤੀ ਜਾਣੋ ਤੁਸੀਂ ਸਾਰਿਆਂ ਤੋਂ। ਬੁਨਿਆਦੀ ਲਾਈਨ ਕੀ ਹੁੰਦੀ ਹੈ? ਜਦੋਂ ਕਿਸੇ ਪਿੰਡ ਦੀ ਸੈਟਲਮੈਂਟ ਜਾਂ ਕਿਸੇ ਪਿੰਡ ਦੀ ਮੁਰੱਬਾਬੰਦੀ ਅਸੀਂ ਕਰਦੇ ਹਾਂ, ਜਿਵੇਂ ਕਿ ਕਹਿ ਲਈਏ ਜਦੋਂ ਕਿਸੇ ਘਰ ਦੀ ਅਸੀਂ ਨੀਂਹ ਪੁੱਟਦੇ ਹਾਂ ਤਾਂ ਬੁਨਿਆਦ ਪੱਟੀ ਜਾਂਦੀ ਹੈ। ਜਦੋਂ ਕੋਈ ਘਰ ਬਣਾਉਣਾ ਹੋਵੇ ਜਾਂ ਕੋਈ ਬਿਲਡਿੰਗ ਬਣਾਉਣੀ ਹੋਵੇ ਤਾਂ ਸਭ ਤੋਂ ਪਹਿਲਾਂ ਬੁਨਿਆਦ ਪੱਟੀ ਜਾਂਦੀ ਹੈ। ਇਸੇ ਤਰੀਕੇ ਜਦੋਂ ਕਿਸੇ ਪਿੰਡ ਦੀ ਕੋਈ ਮਿਣਤੀ ਕਰਨੀ ਹੋਵੇ ਤਾਂ ਸਭ ਤੋਂ ਪਹਿਲਾਂ ਬੁਨਿਆਦੀ ਲਾਈਨ ਕਾਇਮ ਕੀਤੀ ਜਾਂਦੀ ਹੈ। ਬੁਨਿਆਦੀ ਲਾਈਨ ਕੀ ਹੁੰਦੀ ਹੈ? 200 ਕਰਮਾਂ ਦੇ ਵਿੱਥ ਤੇ 2.2 ਜਿਹੜੇ ਮੌਕੇ ਹੈਗੇ ਉਹ ਕਾਇਮ ਕੀਤੇ ਜਾਂਦੇ ਆ। 200 ਕਰਮਾਂ ਦੀ ਵਿੱਥ ਤੇ ਕਿਸੇ ਖੁੱਲੀ ਜਗ੍ਹਾ ਦੇ ਉੱਪਰ, ਜਿੱਥੇ ਆਸੇ ਪਾਸੇ 200 ਕਰਮਾਂ ਹੋਰ ਵੀ ਕੋਈ ਉਸਾਰੀ ਨਾ ਹੋਵੇ ਤੇ ਕੋਈ ਅੜਚਨ ਨਾ ਹੋਵੇ, ਯਾਨੀ ਕਿ 600 ਮੀਟਰ ਲੰਮੀ ਜਗ੍ਹਾ ਖਾਲੀ ਪਈ ਹੋਵੇ। ਉਸ ਜਗ੍ਹਾ ਤੇ ਪਿੰਡ ਦੇ ਸੈਂਟਰ ਦੇ ਵਿੱਚ ਹੋਵੇ, ਆਲਮੋਸਟ ਮਤਲਬ ਪਿੰਡ ਦੀ ਆਬਾਦੀ ਦੇ ਵਿੱਚ ਨਾ ਹੋਵੇ, ਆਬਾਦੀ ਤੋਂ ਬਾਹਰ ਨਿਕਲ ਕੇ ਜਿੱਥੇ ਪਿੰਡ ਦੀ ਸਾਰੀ ਏਰੀਆ ਪੈਂਦਾ ਹੈਗਾ ਟੋਟਲ ਪਿੰਡ ਦਾ, ਜਿਵੇਂ ਨਕਸ਼ੇ ਦੇ ਮੁਤਾਬਕ ਲਗਭਗ ਲਾਸਟ ਸੈਂਟਰ ਜਿਹਦੇ ਵਿੱਚ ਪੈਂਦਾ ਹੋਵੇ ਇਹ ਜਿਹੜੀ ਬੁਨਿਆਦੀ ਲਾਈਨ ਹੈ। 600 ਮੀਟਰ ਦੀ ਜਗ੍ਹਾ ਖਾਲੀ ਹੋਵੇ, ਉਹਦੇ ਵਿੱਚ 200 ਮੀਟਰ 200 ਕਰਮ ਤੇ ਇੱਕ ਪੁਆਇੰਟ ਤੋਂ ਲੈ ਕੇ ਦੂਜੇ ਪੁਆਇੰਟ ਤੱਕ ਜਿਹੜਾ 200 ਕਰਮ ਦਾ ਫਾਸਲਾ ਹੋਵੇ, ਉਹਨੂੰ ਨੌਰਥ ਤੋਂ ਲੈ ਕੇ ਸਾਊਥ ਵੱਲ ਨੂੰ, ਨੌਰਥ ਤੋਂ ਸਾਊਥ ਵੱਲ ਨੂੰ ਇਹਦੀ ਡਾਇਰੈਕਸ਼ਨ ਹੋਣੀ ਚਾਹੀਦੀ ਹੈ। ਅੱਗੇ ਦੇ ਦੋਨੋਂ ਪਾਸੇ 200 ਮੀਟਰ ਹੋਰ ਜਗ੍ਹਾ ਖਾਲੀ ਛੱਡੀ ਜਾਂਦੀ ਹੈ ਤਾਂ ਕਿ ਅੱਗੇ ਜਿਹੜੀਆਂ ਮਰਬੇ ਬਣਾਏ ਜਾ ਸਕਣ, ਵਧਾਏ ਜਾ ਸਕਣ ਤੇ ਕੋਈ ਅੜਚਨ ਪੈਦਾ ਨਾ ਹੋਵੇ। ਠੀਕ ਹੈ, ਇਸ ਨੂੰ ਅਸੀਂ ਬੁਨਿਆਦੀ ਲਾਈਨ ਕਹਿ ਦਿੰਦੇ ਹਾਂ। 200 ਕਰਮਾਂ ਦੀ ਲੰਮੀ ਹੁੰਦੀ ਹੈ, ਨਾਰਥ ਤੋਂ ਸਾਊਥ ਵੱਲ ਹੁੰਦੀ ਹੈ। ਜ਼ਿਆਦਾ ਲੰਬਾ ਚੌੜਾ ਲਿਖਣ ਦੀ ਲੋੜ ਨਹੀਂ ਹੈ ਕਿਉਂਕਿ 2 ਨੰਬਰ ਦਾ ਕੁਐਸਚਨ ਹੈ। ਪਿੰਡ ਦੀ ਮਿਣਤੀ ਸ਼ੁਰੂ ਕਰਨ ਤੋਂ ਪਹਿਲਾਂ, ਠੀਕ ਹੈ, ਪਿੰਡ ਦੇ ਖੇਤਾਂ ਦੇ ਵਿਚਕਾਰ ਜਿੱਥੇ ਲਗਭਗ ਸੈਂਟਰ ਦੇ ਵਿੱਚ ਨਾਰਥ ਤੋਂ ਲੈ ਕੇ ਸਾਊਥ ਵੱਲ ਆਪਣੀ ਜਿਹੜੀ ਹੈਗੀ ਤੁਹਾਡੀ ਮੈਗਨੇਟਿਕ ਕੰਪਾਸ ਦੀ ਸਹਾਇਤਾ ਨਾਲ ਤੇ ਕ੍ਰੋਸ ਦੀ ਸਹਾਇਤਾ ਦੇ ਨਾਲ 200 ਮੀਟਰ ਜਿਹੜੀ ਲਾਈਨ ਬਣਾਈ ਜਾਂਦੀ ਹੈ ਉਸ ਨੂੰ ਅਸੀਂ ਬੁਨਿਆਦੀ ਲਾਈਨ ਕਹਿੰਦੇ ਹਾਂ। ਅੱਡੇ ਬਾਰੇ ਦੱਸਿਆ ਗਿਆ। ਅੱਡਾ ਕੀ ਹੁੰਦਾ? ਅੱਡਾ ਜਦੋਂ ਕਿਸੇ ਪਿੰਡ ਦੀ ਮਿਣਤੀ ਸ਼ੁਰੂ ਕੀਤੀ ਜਾਂਦੀ ਹੈ, ਮਿਣਤੀ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਜਰੀਬ ਹੈ ਉਹਨੂੰ ਅਸੀਂ ਚੈੱਕ ਕਰਦੇ ਹਾਂ। ਠੀਕ ਹੈ, ਜੇ ਤੁਹਾਡੇ ਕੋਲ ਅੱਡੇ ਦੇ ਉੱਪਰ ਕੁਐਸਚਨ ਜ਼ਿਆਦਾ ਲੰਬਾ ਚੌੜਾ ਆ ਜਾਵੇ ਫਿਰ ਤੁਸੀਂ ਜ਼ਿਆਦਾ ਵੱਡਾ ਲਿਖੋਗੇ, ਨਹੀਂ ਅਦਰਵਾਈਜ਼ 2 ਨੰਬਰ ਦੇ ਕੁਐਸਚਨ ਤੇ ਜ਼ਿਆਦਾ ਲੰਬਾ ਚੌੜਾ ਡਿਟੇਲ ਲਿਖਣ ਦੀ ਕੋਈ ਲੋੜ ਨਹੀਂ ਹੁੰਦੀ। ਜਰੀਬ ਨੂੰ ਚੈੱਕ ਕਰਨ ਦੀ ਖਾਤਰ 2 ਕਿੱਲੇ ਕੱਢੇ ਹੋਏ ਹੁੰਦੇ ਆ। ਪਟਵਾਰੀ ਹਲਕਾ ਜਿੱਥੇ ਕਿਤੇ ਰਹਿੰਦਾ ਜਾਂ ਜਿੱਥੇ ਪਿੰਡ ਦੇ ਵਿੱਚ ਕਿਤੇ ਉਹਦੀ ਰਿਹਾਇਸ਼ ਹੁੰਦੀ ਹੈ, ਉਹਦੇ ਆਸ-ਪਾਸ ਜਿੱਥੋਂ ਆਪਦਾ ਸਮਾਨ
ਬੁੱਕਸ ਵਗੈਰਾ ਲੈ ਕੇ ਨਕਸ਼ਾ ਨੁਕਸ਼ਾ ਲੈ ਕੇ ਜਦੋਂ ਚੱਲਦੇ ਹਾਂ ਅਸੀਂ, ਉੱਥੇ ਨੇੜੇ ਤੇੜੇ ਹੀ ਆਪਦੇ ਇਹ ਜਿਹੜਾ ਹੈਗਾ 2 ਕਿੱਲੇ ਕੱਢ ਕੇ ਇੱਕ ਅੱਡਾ ਬਣਾਇਆ ਜਾਂਦਾ ਹੈ, ਜਿਹੜਾ ਕਿ ਜਰੀਬ ਦੀ ਲੰਬਾਈ ਦੇ ਬਰਾਬਰ ਹੁੰਦਾ ਹੈ। 1 ਕਿੱਲੇ ਦੇ ਵਿੱਚ ਕੁੰਡਾ ਪੈ ਜਾਂਦਾ ਹੈ ਤੇ ਦੂਜੇ ਕਿੱਲੇ ਦੇ ਮੂਹਰਲੇ ਪਾਸੇ ਜਾ ਕੇ ਕੁੰਡਾ ਟੱਚ ਕਰਦਾ ਹੈ। ਜੇਕਰ ਸਹੀ ਤਰੀਕੇ ਨਾਲ ਟੱਚ ਕਰ ਰਿਹਾ ਹੈ ਤਾਂ ਜਰੀਬ ਪੂਰੀ ਹੈ, ਜੇਕਰ ਕੁੰਡਾ ਪਿੱਛੇ ਰਹਿ ਜਾਂਦਾ ਤਾਂ ਜਰੀਬ ਘਟ ਗਈ, ਤੇ ਜੇਕਰ ਕੁੰਡਾ ਅੱਗੇ ਵੱਧ ਜਾਂਦਾ ਹੈ ਤਾਂ ਜਰੀਬ ਹੈਗੀ ਆ ਜਿਹੜੀ ਲੰਮੀ ਹੋ ਗਈ। ਫਿਰ ਉਸਨੂੰ ਉਸ ਤਰੀਕੇ ਦੇ ਨਾਲ ਅਸੀਂ ਜਿਹੜਾ ਹੈਗਾ ਕੱਲੀ ਕਰਨ ਨੂੰ ਅਸੀਂ ਗਜ਼ ਦੇ ਨਾਲ ਚੈੱਕ ਕਰਕੇ ਉਸ ਦੀ ਕੜੀਆਂ ਨੂੰ ਐਡਜਸਟ ਕਰਕੇ, ਕੜੀਆਂ ਨੂੰ ਚਾਹੇ ਅਸੀਂ ਮੋੜੀਏ ਚਾਹੇ ਕੜੀਆਂ ਨੂੰ ਸਿੱਧੇ ਕਰੀਏ, ਤਾਂ ਜਰੀਬ ਦੀ ਜਿਹੜੀ ਲੰਬਾਈ ਚੜਾਈ ਆ ਉਸਨੂੰ ਐਡਜਸਟ ਕੀਤਾ ਜਾ ਸਕਦਾ ਹੁੰਦਾ ਹੈ। ਸ਼ਿਸ਼ਤ ਕੀ ਹੁੰਦੀ ਹੈ? ਸ਼ਿਸ਼ਤ ਹੁੰਦੀ ਹੈ ਜੀ ਜਦੋਂ ਕਿਸੇ ਪਹਾੜੀ ਪਮੈਸ਼ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ। ਤਰਪਾਈ ਦੇ ਉੱਪਰ ਇੱਕ ਫੱਟਾ ਲੱਗਿਆ ਹੁੰਦਾ, ਫੱਟੇ ਦੇ ਉੱਪਰ ਇਹ ਜਿਹੜੀ ਸ਼ਿਸ਼ਤ ਹੁੰਦੀ ਹੈ ਉਹ ਰੱਖੀ ਜਾਂਦੀ ਹੈ, ਜਿਹਦੇ ਉੱਪਰ ਪੱਤੀਆਂ ਲੱਗੀਆਂ ਹੁੰਦੀਆਂ ਨੇ। ਇੱਕ ਪੱਤੀ ਫਰੰਟ ਤੇ ਹੁੰਦੀ ਹੈ, ਇੱਕ ਪੱਤੀ ਜਿੱਥੋਂ ਦੇਖਣਾ ਹੁੰਦਾ ਉੱਥੇ ਲੱਗੀ ਹੁੰਦੀ ਹੈ। ਜਿੱਥੋਂ ਤੁਸੀਂ ਦੇਖਣਾ ਉੱਥੇ ਪੱਤੀ ਛੋਟੀ ਹੁੰਦੀ ਹੈ, ਜਿਹੜੀ ਪੱਤੀ ਫਰੰਟ ਸਾਈਡ ਤੇ ਹੁੰਦੀ ਹੈ ਉਹ ਪੱਤੀ ਉੱਚੀ ਹੁੰਦੀ ਹੈ। ਦੋਨੋਂ ਪੱਤੀਆਂ 'ਚ ਸੁਰਾਖ ਹੁੰਦੇ ਆ, ਗੋਲ ਸੁਰਾਖ। ਉਸ ਦੋਨਾਂ ਸੁਰਾਖਾਂ ਦੇ ਵਿਚਕਾਰ ਇੱਕ ਧਾਗਾ ਬੰਨ੍ਹਿਆ ਜਾਂਦਾ ਹੈ। ਅੱਗੇ ਜਦੋਂ ਨਿਚਲੇ ਧਾਗੇ ਜਿਹੜਾ ਤੁਹਾਡੇ ਫਰੰਟ ਸਾਈਡ ਤੇ ਹੁੰਦਾ, ਜਦੋਂ ਤੁਸੀਂ ਉਸ ਧਾਗੇ ਵਿੱਚੋਂ ਦੇਖਦੇ ਹੋ, ਉਸ ਸੁਰਾਖ ਵਿੱਚੋਂ ਦੇਖਦੇ ਹੋ, ਤਾਂ ਧਾਗੇ ਦੀ ਸੇਧ ਦੇ ਵਿੱਚ ਕਿਉਂਕਿ ਉੱਪਰਲਾ ਪਾਸੇ ਉੱਪਰਲੀ ਜਿਹੜੀ ਮੂਹਰਲੀ ਜਿਹੜੀ ਪੱਤੀ ਹੁੰਦੀ ਹੈ ਉਹ ਉੱਚੀ ਹੁੰਦੀ ਹੈ। ਇਸ ਤਰ੍ਹਾਂ ਪਹਾੜ ਦੀ ਜਿਹੜੀ ਸ਼ੇਪ ਬਣ ਜਾਂਦੀ ਹੈ, ਤੁਹਾਡੀ ਜਿਹੜੀ ਧਾਗਾ ਹੁੰਦਾ ਉਹਦੀ ਪਹਾੜ ਦੀ ਸ਼ੇਪ ਬਣ ਜਾਂਦੀ ਹੈ। ਉਸੇ ਤਰੀਕੇ ਨਾਲ ਤੁਸੀਂ ਜਿਹੜਾ ਕੋਈ ਵਿਅਕਤੀ ਦੂਜਾ ਹੁੰਦਾ ਉਹ ਝੰਡੀ ਲੈ ਕੇ ਪਹਾੜ ਦੇ ਉੱਪਰ ਚੜ੍ਹਦਾ ਹੈ, ਠੀਕ ਹੈ। ਜਿੱਥੇ ਤੁਸੀਂ ਖੜੇ ਹੁੰਦੇ ਹੋ ਉਸ ਧਾਗੇ ਦੀ ਸੇਧ ਦੇ ਵਿੱਚ ਤੁਸੀਂ ਉਸ ਤੋਂ ਝੰਡੀ ਕਢਵਾਉਂਦੇ ਹੋ। ਇਹ ਜਿਹੜੀ ਹੈਗੀ ਹੈ ਸਿਸ਼ਤ ਹੁੰਦੀ ਹੈ, ਪਹਾੜੀ ਪਮੈਸ਼ ਦੇ ਕੰਮ ਆਉਂਦੀ ਹੈਗੀ ਹੈ, ਠੀਕ ਹੈ ਜੀ। ਅੱਗੇ ਕਰਾਸ ਬਾਰੇ ਦੱਸਿਆ ਗਿਆ। ਕਰਾਸ ਕੀ ਹੁੰਦਾ? ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਕਰਾਸ ਹੁੰਦਾ 8 ਇੰਚ ਬਾਈ 8 ਇੰਚ ਦੀ ਜਿਹੜੀ ਕ੍ਰੋਸ ਪੱਟੀ ਹੁੰਦੀ ਹੈ, ਉਹਦੇ ਦੋਹੇ ਉੱਪਰਲੇ ਪਾਸੇ ਜਿਹੜੀ ਝਿਰੀਆਂ ਮਾਰੀਆਂ ਹੁੰਦੀਆਂ ਨੇ, ਜਿਹਨਾਂ ਦਾ ਜਿਹੜਾ ਐਂਗਲ ਹੁੰਦਾ ਉਹ ਆਪਸ ਦੇ ਵਿੱਚ 90 ਡਿਗਰੀ ਦਾ ਐਂਗਲ ਹੁੰਦਾ, ਠੀਕ ਹੈ ਜੀ। ਨਿਚਲੇ ਪਾਸੇ ਇਹਦੇ ਇੱਕ ਡੰਡਾ ਲੱਗਿਆ ਹੁੰਦਾ, ਸੁੰਬ ਬਣੀ ਹੀ ਹੁੰਦੀ ਹੈ, ਸੁੰਬ ਧਰਤੀ ਦੇ ਵਿੱਚ ਗੱਡਣ ਦੇ ਕੰਮ ਆਉਂਦੀ ਹੈ। ਇਹ ਜਿਹੜਾ ਕਰਾਸ ਹੁੰਦਾ ਇਹ ਕੀ ਕੰਮ ਆਉਂਦਾ ਹੈ? ਇਹ ਕਰਾਸ ਹੁੰਦਾ ਇਹ ਲਾਈਨ ਦੇ ਵਿੱਚੋਂ ਕਿਸੇ ਪਾਰਟੀਕੂਲਰ ਪੁਆਇੰਟ ਤੋਂ 90 ਡਿਗਰੀ ਦਾ ਐਂਗਲ ਗਿਰਨ ਦੀ ਖਾਤਰ ਜ਼ਮੀਨ ਦੇ ਉੱਪਰ ਕੰਮ ਆਉਂਦਾ ਹੈ, ਜਾਂ ਫਿਰ ਕਿਸੇ ਪਾਰਟੀਕੂਲਰ ਪੁਆਇੰਟ ਤੋਂ ਕਿਸੇ ਲਾਈਨ ਦੇ ਉੱਪਰ 90 ਡਿਗਰੀ ਦਾ ਐਂਗਲ ਗੇਰਨਾ ਹੋਵੇ। ਐਂਗਲ ਖਿੱਚਣਾ ਤੇ ਐਂਗਲ ਗੇਰਨ 'ਚ ਫਰਕ ਹੈ ਥੋੜਾ ਜਿਹਾ। ਜਿੱਦਾਂ ਐਂਗਲ ਖਿੱਚਣਾ ਹੋਵੇ ਤਾਂ ਤੁਸੀਂ ਜਿਹੜੀ ਲਾਈਨ ਦੇ ਵਿੱਚ ਜਿਸ ਲਾਈਨ ਤੇ ਤੁਸੀਂ ਖੜੇ ਹੋ ਉਸ ਲਾਈਨ ਤੋਂ 90 ਡਿਗਰੀ ਦਾ ਐਂਗਲ ਬਣਾਉਣਾ, ਉਹਨੂੰ ਅਸੀਂ ਕਹਾਂਗੇ ਵੀ ਆਪਣੀ ਲਾਈਨ ਦੇ ਵਿੱਚੋਂ 90 ਡਿਗਰੀ ਦਾ ਐਂਗਲ ਖਿੱਚਿਆ ਗਿਆ। ਜੇਕਰ ਕਿਸੇ ਪਾਰਟੀਕੂਲਰ ਪੁਆਇੰਟ ਤੇ ਕੋਈ ਵਿਅਕਤੀ ਖੜਾ ਹੈ, ਕਿਤੇ ਬੁਰਜੀ ਲੱਗੀ ਵੀ ਹੈ, ਉਸ ਪੁਆਇੰਟ ਤੋਂ ਕਿਸੇ ਲਾਈਨ ਦੇ ਉੱਪਰ ਐਂਗਲ ਗੇਰਨਾ ਹੈ ਤਾਂ ਕਿ ਤੁਹਾਡੀ ਜਿਹੜੀ ਲਾਈਨ ਹੈ ਉਹਦੇ ਉੱਪਰ ਆ ਕੇ 90 ਡਿਗਰੀ ਬਣੇ, ਉਸਨੂੰ ਅਸੀਂ ਕਹਿ ਦਿੰਦੇ ਹਾਂ ਐਂਗਲ। ਉਹਦਾ ਮਤਲਬ ਕਿ ਐਂਗਲ ਦਾ ਗੇਰਨਾ ਥੱਲੇ ਤੁਹਾਡੀ ਲਾਈਨ ਦੇ ਉੱਪਰ ਕਿਸੇ ਪਾਰਟੀਕੂਲਰ ਪੁਆਇੰਟ ਤੋਂ। ਇਹ ਕਰਾਸ ਹੈ ਜਿਹੜਾ 90 ਡਿਗਰੀ ਦੇ ਐਂਗਲ ਗੇਰਨ ਦੇ ਕੰਮ ਆਉਂਦਾ ਹੈ, ਜਾਂ ਫਿਰ ਲਾਈਨਾਂ ਨੂੰ ਸਿੱਧੀਆਂ ਕਰਨ ਦੇ ਕੰਮ ਵੀ ਆਉਂਦਾ ਹੈ। ਅੱਗੇ ਪੈਮਾਨਾ ਆ ਗਿਆ ਜੀ। ਪੈਮਾਨਾ ਪਤਾ ਪਿੱਤਲ ਦਾ ਹੁੰਦਾ, 12 ਇੰਚ ਦਾ ਹੁੰਦਾ, 10 ਇੰਚ ਦਾ ਵੀ ਹੁੰਦਾ, ਠੀਕ ਹੈ। ਇਹਦੇ ਤੇ ਜਿਹੜਾ ਹੈਗਾ ਇੱਕ ਕਰਮ ਬਰਾਬਰ 40 ਇੰਚ ਦੇ 1 ਇੰਚ ਬਰਾਬਰ 40 ਕਰਮ ਦੇ ਬਰਾਬਰ ਬਣਾਇਆ ਜਾਂਦਾ ਹੈ। ਨਿਚਲੇ ਪਾਸੇ ਇਹਦੇ ਪੇਪਰ ਲਗਾਇਆ ਜਾਂਦਾ ਤਾਂ ਕਿ ਜਿਹੜਾ ਤੁਹਾਡੀ ਜਿਹੜੀ ਜਿੱਥੇ ਤੁਸੀਂ ਨਕਸ਼ਾ ਬਣਾਉਂਦੇ ਹੋ ਤਾਂ ਕਾਲਾ ਨਾ ਹੋ ਜਾਵੇ। ਇਹਦੀ ਜਿਹੜੀ ਪੈਮਾਨੇ ਬਣਾਉਣ ਦੀ ਜਿਹੜੀ ਹੈਗੀ ਹੈ ਕੰਟਰੈਕਟ ਗਵਰਨਮੈਂਟ ਵੱਲੋਂ, ਟਰੈਕਟਰ ਲੈਂਡ ਰਿਕਾਰਡ ਡਿਪਾਰਟਮੈਂਟ ਵੱਲੋਂ ਜਿਹੜਾ ਦਿੱਤਾ ਜਾਂਦਾ ਹੈ। ਕਿਸੇ ਜ਼ਿਆਦਾਤਰ ਇਹ ਜਿਹੜੇ ਪੈਮਾਨੇ ਹੈਗੇ ਉੱਥੇ ਮਲੇਰਕੋਟਲੇ ਬੰਦੇ ਹੈਗੇ, ਉਹਨਾਂ ਨੂੰ ਹੀ ਕੰਟਰੈਕਟ ਦਿੱਤਾ ਜਾਂਦਾ ਇਹਦਾ ਬਣਾਉਣ ਦਾ। ਇਹ ਜਿਹੜਾ ਪੈਮਾਨਾ ਹੈਗਾ ਤੁਹਾਡੇ ਨਕਸ਼ੇ ਬਣਾਉਣ ਦਾ ਫੀਲਡਾਂ ਦੇ ਮੁਤਾਬਕ ਕਿਸੇ ਫੀਲਡ ਨੂੰ ਉਸਨੂੰ ਉਹਦੀ ਡਰਾਇੰਗ ਪੇਪਰ ਤੇ ਲੈ ਕੇ ਆਉਂਦੇ ਮਿਹਨਤੀ ਕਰਕੇ ਬਣਾਉਣ ਦੇ ਕੰਮ ਆਉਂਦਾ ਹੈ। ਗੋਸ਼ਾਕਾਸੀ ਕੀ ਹੁੰਦੀ ਹੈ ਜੀ? ਗੋਸ਼ਾਕਾਸੀ ਆਈ ਥਿੰਕ ਮੇਰੇ ਖਿਆਲ ਗੋਸ਼ਾ ਜਿਹੜਾ ਹੁੰਦਾ ਕਿਸੇ ਪਾਰਟੀਕੂਲਰ ਖੇਤ ਦੇ ਵਿੱਚ ਜਦੋਂ ਕੋਈ ਖੇਤ ਦੀ ਜਿਹੜੀ ਉਹਦੀ ਪਮੈਸ਼ ਕਰਨ ਦੇ ਮਕਸਦ ਦੇ ਨਾਲ ਡਾਟਰਸ ਲਾਈਨ ਬਣਾਈਆਂ ਜਾਂਦੀਆਂ ਨੇ, ਠੀਕ ਹੈ ਜੀ, ਤਾਂ ਕਿ ਖੇਤ ਦੀ ਜਿਹੜੀ ਹੈਗੀ ਹੈ ਏਰੀਆ ਕੱਢਿਆ ਜਾਵੇ। ਆਈ ਥਿੰਕ ਮੇਰੀ ਆਵਾਜ਼ ਆ ਰਹੀ ਸਾਰਿਆਂ ਨੂੰ? ਆ ਰਹੀ ਹੈ ਜੀ। ਓਕੇ। ਗੋਸ਼ਾਕਾਸੀ ਬਾਰੇ ਕਿਸੇ ਨੂੰ ਹੋਰ ਕੋਈ ਜਾਣਕਾਰੀ ਹੈਗੀ ਹੈ? ਗੋਸ਼ਾਕਾਸੀ ਆਈ ਥਿੰਕ ਗੋਸ਼ਾਕਾਸੀ ਉਹੀ ਹੁੰਦਾ ਜਿਹੜਾ ਗੋਸ਼ਾ ਹੁੰਦਾ ਤੁਹਾਡੇ ਉਹਦੇ ਵਿੱਚ ਨਕਸ਼ੇ ਦੇ ਵਿੱਚ ਪਾਰਟੀਕੂਲਰ ਨੰਬਰ ਖਸਰਾ ਦੇ ਵਿੱਚ ਜਿੱਥੇ ਗੋਸ਼ੇ ਬਣੇ ਹੁੰਦੇ ਨੇ ਉਹਨੂੰ ਅਸੀਂ ਗੋਸ਼ਾਕਾਸੀ ਕਹਿ ਸਕਦੇ ਹਾਂ। ਜਾਂ ਕੋਈ ਹੋਰ ਕਿਸੇ ਨੂੰ ਕੋਈ ਧਿਆਨ ਹੋਵੇ, ਠੀਕ ਹੈ। ਉਹੀ ਜਿਹੜੇ ਤੁਹਾਡੇ ਇੱਕ ਖੇਤ ਹੁੰਦਾ, ਖੇਤ ਦੇ ਵਿੱਚ ਗੋਸ਼ੇ ਬਣੇ ਹੋਏ ਹੁੰਦੇ ਨੇ,
ਕੋਸ਼ਿਸ਼ ਦਾ ਮਤਲਬ ਕੀ ਹੁੰਦਾ? ਕੋਸ਼ਿਸ਼ ਦਾ ਮਤਲਬ ਇਹੀ ਹੁੰਦਾ ਵੀ ਕਿਸੇ ਪਾਰਟਿਕੂਲਰ ਨੰਬਰ ਖਸਰਾ ਦਾ ਰਕਬਾ ਕੱਢਣ ਦੀ ਖਾਤਰ ਉਸ ਨੂੰ ਅਲੱਗ-ਅਲੱਗ ਕਰਕੇ ਫਿਰ ਉਹਨੂੰ ਟੁਕੜਿਆਂ 'ਚ ਵੰਡਿਆ ਜਾਂਦਾ ਹੈ। ਤਿਕੋਣਾ ਬਣ ਜਾਂਦੀਆਂ ਨੇ, ਕੁਛ ਵੱਖਰੇ ਆਕਾਰ ਦੇ ਖੇਤ ਬਣ ਜਾਂਦੇ ਆ ਤਾਂ ਕਿ ਜਿਹੜਾ ਰਕਬਾ ਕੱਢਣ ਦੇ ਲਈ ਆਸਾਨੀ ਹੋ ਸਕੇ। ਅਲੱਗ-ਅਲੱਗ ਤਰੀਕੇ ਦੇ ਨਾਲ ਜਿਵੇਂ ਇੱਕ ਨੰਬਰ ਖਸਰਾ ਦੇ 4-5 ਟੁਕੜੇ ਬਣ ਜਾਂਦੇ ਆ, 4-5 ਟੁਕੜੇ, ਬਾਕੀ ਇੱਕ ਮੇਨ ਟੁਕੜਾ ਹੁੰਦਾ ਹੈ, ਉਹ ਨੰਬਰ ਖਸਰਾ ਹੁੰਦਾ ਹੈ। ਬਾਕੀ ਜਿਹੜੇ ਗੋਸ਼ੇ ਹੁੰਦੇ ਨੇ, ਗੋਸ਼ਾ, ਊੜਾ ਗੋਸ਼ਾ, ਆੜਾ ਗੋਸ਼ਾ, ਈੜੀ ਗੋਸ਼ਾ, ਸੱਸਾ, ਏਦਾਂ ਦੇ ਟੁਕੜੇ ਬਣ ਜਾਂਦੇ ਨੇ ਤਾਂ ਕਿ ਅਲੱਗ-ਅਲੱਗ ਟੁਕੜੇ ਦਾ ਜਿਹੜਾ ਰਕਬਾ ਕੱਢ ਕੇ ਆਪਣੇ ਮੈਥਮੈਟਿਕਲੀ ਹਿਸਾਬ ਦੇ ਨਾਲ ਤਾਂ ਜੋੜ ਕੇ ਕੁੱਲ ਨੰਬਰ ਖਸਰਾ ਦਾ ਜਿਹੜਾ ਰਕਬਾ ਹੈਗਾ ਉਹ ਕੈਲਕੂਲੇਟ ਕੀਤਾ ਜਾ ਸਕੇ। ਲੰਬ 90 ਡਿਗਰੀ ਦੇ ਐਂਗਲ ਨੂੰ ਆਪਾਂ ਲੰਬ ਕਹਿ ਦਿੰਦੇ ਹਾਂ ਜੀ। ਤਿਕੋਣ ਦੇ ਵਿੱਚ ਵੀ ਲੰਬ ਗਿਰਿਆ ਹੋ ਸਕਦਾ ਹੈ। ਕੋਈ ਸਮਕੋਣੀ ਤਿਕੋਣ ਉਹ ਵੀ 90 ਡਿਗਰੀ ਦੇ ਲੰਬ ਤੇ ਹੋ ਸਕਦੀ ਹੈ, ਜਾਂ ਕਿਸੇ ਖੇਤ ਨੂੰ ਦੀ ਪਮੈਸ਼ ਕਰਨ ਦੀ ਖਾਤਰ ਅਸੀਂ ਉਹਦੇ ਸੈਂਟਰ ਵੱਡ ਤੋਂ ਵੱਡੀ ਜਿਹੜੀ ਕਰਨ ਹੈਗਾ ਉਹ ਖਿੱਚ ਕੇ ਉਹਦੇ ਤੇ ਲੰਬ ਗਿਰਾ ਕੇ ਜਿਹੜੀ ਹੈਗੀ ਹੈ ਅਸੀਂ ਕਿਸੇ ਖੇਤ ਦੀਆਂ ਜਿਹੜੀਆਂ ਏਰੀਆ ਕੱਢਣ ਦੇ ਕੰਮ ਕਰਦੇ ਆ ਲੰਬ ਤੋਂ ਜ਼ਿਆਦਾਤਰ। ਤਤੀਮਾ ਸ਼ਜਰਾ ਜਦੋਂ ਸਾਡਾ ਨੰਬਰ ਖਸਰਾ ਹੁੰਦਾ ਹੈ, ਨੰਬਰ ਖਸਰੇ ਦਾ ਉੱਪਰ ਕੋਈ ਤਤੀਮਾ ਬਣਦਾ, ਕਿਸੇ ਨੇ ਪਾਰਟੀਕੂਲਰ ਰਕਬਾ ਪਰਚੇਜ ਕੀਤਾ ਜਾਂਦਾ, ਉਦੋਂ ਅਸੀਂ ਤਤੀਮਾ ਬਣਾਉਂਦੇ ਹਾਂ। ਫਿਰ ਅਸੀਂ ਇਹ ਜਿਹੜੇ ਤਤੀਮੇ ਸਾਡੇ ਬਣ ਜਾਂਦੇ ਆ, ਜਦੋਂ ਸਾਡੀ ਜਮ੍ਹਾਂਬੰਦੀ ਬਣਦੀ ਹੈ ਤਾਂ ਅਸੀਂ ਇਹ ਜਦੋਂ ਤਤੀਮੇ ਬਣਦੇ ਆ ਅਸੀਂ ਨਾਲ ਨਾਲ ਆਪਣੇ ਜਿਹੜਾ ਸ਼ਜਰਾ ਹੁੰਦਾ, ਸ਼ਜਰੇ ਦੇ ਉੱਪਰ ਵੀ ਇਹਦੀ ਅਮੈਂਡਮੈਂਟ ਕਰਦੇ ਰਹਿੰਦੇ ਹਾਂ ਸਮੇਂ-ਸਮੇਂ ਤੇ। ਇਹਦੇ ਮੁਤਾਬਕ ਜਦੋਂ 5 ਸਾਲ ਦਾ ਜਦੋਂ ਜਮ੍ਹਾਂਬੰਦੀ ਦਾ ਅਸੀਂ ਦਾਖਲ ਕਰਾਉਣਾ ਤਹਿਸੀਲ ਦੇ ਵਿੱਚ, ਉਸੇ ਤਰੀਕੇ ਨਾਲ ਜਿਹੜੀ ਮਿਸਲਕੀਤ ਹੁੰਦੀ ਹੈ, ਜਿਹੜੀ ਮਸਾਵੀ ਹੁੰਦੀ ਹੈ, ਮਸਾਵੀ ਦੇ ਉੱਪਰ ਵੀ ਅਸੀਂ ਆਪਣੇ ਲੱਠੇ ਦੇ ਮੁਤਾਬਕ, ਜਾਂ ਇਹ ਕਹਿ ਲਈਏ ਵੀ ਜਿੰਨੇ ਤਤੀਮਿਆਂ ਦਾ ਅਮਲ ਅਸੀਂ ਜਮ੍ਹਾਂਬੰਦੀ ਵਿੱਚ ਕਰਦੇ ਹਾਂ, ਠੀਕ ਹੈ, ਉਹਦੇ ਮੁਤਾਬਕ ਮਸਾਵੀ ਦੇ ਵਿੱਚ ਵੀ ਜਿਹੜੀ ਅਮੈਂਡਮੈਂਟ ਕੀਤੀ ਜਾਂਦੀ ਹੈ। ਇਹਨੂੰ ਤਤੀਮਾ ਸ਼ਜਰਾ ਕਿਹਾ ਜਾਂਦਾ ਹੈ। ਘੁਮਾਓ ਕੀ ਹੁੰਦਾ ਜੀ? ਘੁਮਾਓ ਯੂਜ਼ ਕੀਤਾ ਗਿਆ ਏਕੜਾਂ ਦੇ ਵਿੱਚ। 1 ਏਕੜ 8 ਕਨਾਲ ਦਾ ਜਿਹੜਾ ਹੁੰਦਾ ਉਸ ਨੂੰ ਅਸੀਂ ਘੁਮਾਓ ਵੀ ਕਹਿ ਦਿੰਦੇ ਹਾਂ। ਵਿਕਰਨ ਜਿਹੜਾ ਜਿਹਨੂੰ ਅਸੀਂ ਆਪੇ ਪੰਜਾਬੀ ਬੋਲੀ ਚਾਲਦੀ ਭਾਸ਼ਾ 'ਚ ਕਰਨ ਕਹਿ ਦਿੰਦੇ ਹਾਂ, ਠੀਕ ਹੈ। ਕਿਸੇ ਖੇਤ ਦੇ ਵਿੱਚ ਅਸੀਂ ਵੱਡ ਤੋਂ ਵੱਡਾ ਜਿਹੜਾ ਹੈਗਾ ਲਾਈਨ ਮਾਰ ਲਈਏ ਇੱਕ ਕੋਨੇ ਤੋਂ ਦੂਜੇ ਕੋਨੇ ਵਿੱਚ ਮਿਲਾਉਣ ਦੀ ਖਾਤਰ, ਉਹਨੂੰ ਅਸੀਂ ਵਿਕਰਨ ਕਹਿ ਦਿੰਦੇ ਹਾਂ ਜੀ। ਉਹਦੇ ਉੱਪਰ ਫਿਰ ਲੰਬ ਗਿਰਾ ਕੇ ਤਾਂ ਉਸ ਖੇਤ ਦਾ ਹੈਗਾ ਜਿਹੜਾ ਰਕਬਾ ਕੱਢਣ ਦੇ ਕੰਮ ਆਉਂਦਾ ਹੈ। ਨੈਕਸਟ ਹੈ ਪ੍ਰਸ਼ਨ ਨੰਬਰ 2। ਹੁਣ ਦੇਖੋ, ਇਹ ਤੁਹਾਨੂੰ ਬਹੁਤ ਸੌਖਾ ਕੰਮ ਸੀਗਾ। 10 ਤੁਹਾਨੂੰ ਪੁਆਇੰਟ ਦਿੱਤੇ ਗਏ, ਦੱਸੋ ਸਿਰਫ ਤੁਸੀਂ 5 ਕਰਨੇ ਹੈਗੇ ਆ। 5 ਥਾਂ ਤੁਸੀਂ 6 ਕਰ ਦਿਓ ਜੇ, ਠੀਕ ਹੈ। ਜ਼ਿਆਦਾ 10 ਕਰਨ ਦੀ ਕੋਈ ਲੋੜ ਨਹੀਂ ਹੈਗੀ, 5 ਕਰ ਦਿਓ। ਜੇ ਤੁਹਾਡੇ ਕਿਤੇ ਇੱਕ ਦੇ ਵਿੱਚ ਕਿਤੇ ਗਲਤੀ ਹੋ ਜਾਂਦੀ ਹੈ ਮਾੜੀ ਮੋਟੀ, ਤਾਂ ਤੁਸੀਂ ਜਿਹੜਾ 6ਵਾਂ ਕਰ ਦਿਓ ਤਾਂ ਅੱਗੇ ਤੁਹਾਡੇ ਜਿਹੜੇ ਨੰਬਰ ਹੈਗੇ ਉਹ ਕਿਸੇ ਪਾਸੋਂ ਕੱਟੇ ਨਾ ਜਾ ਸਕਣ। ਨੈਕਸਟ ਹੈ ਕੁਐਸਚਨ ਨੰਬਰ 2। ਦੋ ਲਾਈਨਾਂ ਇੱਕ ਦੂਜੇ ਤੇ ਲੰਬ ਹੋਣ ਦੀ ਤਸਦੀਕ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਜੀ? ਹਾਂਜੀ, ਕੀ ਕਹਿ ਰਹੇ ਸੀਗੇ ਮੇਜਰ ਸਿੰਘ? ਹਾਂਜੀ ਮੇਜਰ ਸਿੰਘ ਭੁੱਲਰ, ਬੋਲੋ ਕੀ ਕਹਿ ਰਹੇ ਹੋ? ਸਾਡੇ ਤੋਂ ਪੰਚਾਇਤ ਨੀਤੀ ਹੁੰਦੀ ਹੈ ਜੀ। ਏਕੜ ਦੀ ਪ੍ਰੋਸੈਸ ਹੋ ਰਹੀ ਹੈ ਜਿਹੜੀ ਘੁਮਾਓ ਉਹ ਹੁੰਦਾ। ਹਾਂਜੀ, ਆਵਾਜ਼ ਤੁਹਾਡਾ ਸਪੀਕਰ ਜਿਹੜਾ ਦੇਖੋ, ਆਵਾਜ਼ ਨਹੀਂ ਤੁਹਾਡੀ ਆ ਰਹੀ ਪ੍ਰੋਪਰ ਹੈ ਜੀ। ਜਿੱਥੇ ਤੁਸੀਂ ਦੇਖੋ, ਪਤਾ ਕੀ ਹੈ, ਜਿੱਥੇ ਤੁਸੀਂ ਕਿਤੇ ਕਨਫਿਊਜ਼ ਹੋਵੋ ਤੁਸੀਂ ਉਹ ਕੁਐਸਚਨ ਨਾ ਹੀ ਕਰੋ। ਤੁਹਾਡੇ ਕੋਲ ਦੇਖੋ ਆਪਸ਼ਨ ਇੱਥੇ 10, ਤੁਹਾਡੇ ਕੋਲ 10 ਹੈ ਜੀ। ਜਿੱਥੇ ਕਿਤੇ ਤੁਹਾਨੂੰ ਕਿਤੇ ਸ਼ੱਕ ਹੋਵੇ ਵੀ ਮੈਨੂੰ ਇੱਥੇ ਕੁਐਸਚਨ ਮੇਰਾ ਆਨਸਰ ਜਾਂ ਸਹੀ ਹੈ ਜਾਂ ਗਲਤ ਹੈ, ਤੁਸੀਂ ਉਹਨੂੰ ਛੱਡ ਦਿਓ। ਤੁਹਾਡੇ ਕੋਲ 10 ਡੈਫੀਨੇਸ਼ਨ ਦਿੱਤੀਆਂ ਗਈਆਂ ਨੇ, 10 ਚੋਂ ਕੋਈ 5 ਜਾਂ 6 ਕਰ ਲਓ ਤੁਸੀਂ, ਠੀਕ ਹੈ। ਘੁਮਾਓ ਵਰਤਿਆ ਗਿਆ ਏਕੜ ਦੇ ਵਿੱਚ, ਜਿੱਥੇ 8 ਕਨਾਲ ਦਾ ਏਕੜ ਹੁੰਦਾ ਉਸ ਨੂੰ ਘੁਮਾਓ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 2 ਦੀ ਗੱਲ ਕਰਦੇ ਹਾਂ। ਮੈਨੂੰ ਤੁਹਾਡੀ ਆਵਾਜ਼ ਸਮਝ ਨਹੀਂ ਆਈ, ਤੁਸੀਂ ਕੀ ਕਹਿਣਾ ਚਾਹੁੰਦੇ ਸੀਗੇ? ਆਵਾਜ਼ ਕੱਟ ਰਹੀ ਹੈ ਤੁਹਾਡੀ, ਪਤਾ ਨਹੀਂ ਤੁਹਾਡੇ ਸਪੀਕਰ ਸਿਸਟਮ 'ਚ ਕੋਈ ਪ੍ਰੋਬਲਮ ਹੈ ਜਾਂ ਮੇਰੇ ਵਾਲੇ 'ਚ ਕੋਈ ਦਿੱਕਤ ਹੋ ਸਕਦੀ ਹੈ, ਮੇਬੀ। ਸਰ ਕਹਿੰਦੇ ਸੀ ਵੀ ਘੁਮਾਓ ਦੇ ਵਿੱਚ ਤਾਂ ਏਕੜਾਂ 'ਚ ਡਿਫਰੈਂਸ ਹੁੰਦਾ ਹੈ, ਵੀ ਏਕੜ ਦੇ ਬਰਾਬਰ ਨਹੀਂ ਅਸੀਂ ਇਹਨੂੰ ਕਹਿ ਸਕਦੇ। ਇਹ ਸ਼ਾਇਦ ਇਹ ਪਤਾ ਕੀ ਹੈ, ਇਹ ਅਲੱਗ-ਅਲੱਗ ਜਗ੍ਹਾ ਤੇ ਕਿਤੇ ਕੁਝ ਕਹਿ ਰੱਖਿਆ, ਕਿਤੇ ਕੁਝ ਕਹਿ ਰੱਖਿਆ ਹੈਗਾ ਬੁੱਕਸ ਦੇ ਵਿੱਚ ਹੀ। ਦੱਸੋ ਕਿਸੇ ਨੂੰ ਪਤਾ ਹੋਵੇ ਇਹਦੇ ਬਾਰੇ ਪ੍ਰੋਪਰ ਜਾਣਕਾਰੀ, ਘੁਮਾਓ ਕਿਹਨੂੰ ਕਿਹਾ ਜਾਂਦਾ ਹੈ? ਘੁਮਾਓ ਸਰ ਹੁੰਦਾ ਮਤਲਬ ਘੱਟ ਹੁੰਦਾ, 0.826 ਏਕੜ ਹੁੰਦਾ ਉਦਾਂ।
.826 ਏਕੜ। ਦੇਖੋ ਗੱਲ ਉਹੀ ਆ ਗਈ ਨਾ, ਹੁਣ ਹਰ ਥਾਂ ਤੇ ਕਿਤੇ ਮਤਲਬ ਬੁੱਕਸ ਜ਼ਿਆਦਾਤਰ ਜਿਹੜੇ ਸਾਡੇ ਜ਼ਿਲ੍ਹੇ ਸੀ ਹੁਸ਼ਿਆਰਪੁਰ, ਜਲੰਧਰ, ਇਹਨਾਂ ਦੇ ਵਿੱਚ ਘੁਮਾਉ ਕਹਿੰਦੇ ਸੀ, ਪੁਰਾਣੇ ਲੋਕ ਕਹਿੰਦੇ ਸੀ ਵੀ ਇੰਨੀ ਘੁਮਾ ਜ਼ਮੀਨ ਹੈ ਮੇਰੇ ਕੋਲ। ਹਾਂ, ਉਹਦੀ ਮਤਲਬ ਛੋਟੇ ਕਿੱਲਿਆਂ ਨੂੰ ਘੁਮਾਓ ਕਿਹਾ ਜਾਂਦਾ, ਇਹ ਕਹਿ ਲਈਏ ਅਸੀਂ, ਹਾਂਜੀ ਹਾਂਜੀ ਹਾਂ, ਛੋਟੇ ਕਿੱਲਿਆਂ ਨੂੰ ਘੁਮਾਓ ਕਿਹਾ ਜਾਂਦਾ ਹੈ। ਹੁਣ ਕਿਉਂਕਿ ਇੱਥੇ ਜਰੀਬ ਜਿਹੜੀ 57.5 ਇੰਚ ਦੀ ਸਰ ਚੱਲਦੀ ਸੀ, ਜਾਂ 57.157 ਦੀ ਚੱਲਦੀ ਸੀ, ਹਾਂ, ਤਾਂ ਕਰਕੇ ਉਹਦਾ ਏਰੀਆ ਜਿਹੜਾ ਘੱਟ ਸੀ। ਤਾਂ ਉਦਾਂ ਆਮ ਭਾਸ਼ਾ 'ਚ ਘੁਮਾ ਕਹਿੰਦੇ ਸੀ ਹੈ ਏਕੜ ਦਾ ਹੀ। ਜਿਸ ਵੇਲੇ ਸਟੈਂਡਰਡ ਏਕੜ ਹੋਵੇ 66 ਇੰਚ ਦੀ, ਫਿਰ ਉਹ ਜੇ ਤਬਦੀਲ ਹੋ ਗਈ ਤਾਂ ਘੁਮਾਉਣ ਦਾ ਰਕਬਾ ਜਿਹੜਾ ਏਕੜ ਨਾਲੋਂ ਘੱਟ ਗਿਆ, ਬਸ ਇੰਨਾ ਫਰਕ। ਮੇਬੀ ਹੁਣ ਜਿਹੜੀ ਬੁੱਕ ਮੈਂ ਦੇਖੀ ਸੀ ਉਹਦੇ ਵਿੱਚ ਘੁਮਾਓ ਦੀ ਡੈਫੀਨੇਸ਼ਨ ਇਹੀ ਦਿੱਤੀ ਗਈ ਹੈ ਵੀ 8 ਕਨਾਲ, ਜਿੱਥੇ ਏਕੜਾਂ ਦੀ ਗੱਲ ਕੀਤੀ ਜਾਂਦੀ ਹੈ, 8 ਕਨਾਲ ਏਕੜ ਨੂੰ ਘੁਮਾਓ ਕਿਹਾ ਜਾਂਦਾ ਹੈ। ਹੁਣ ਇਹ ਥੋੜਾ ਡਿਫਰੈਂਸ ਹੈਗਾ, ਇਹ ਕੁਝ ਬੋਲਚਾਲ ਦੀ ਭਾਸ਼ਾ ਵਿੱਚ ਵੀ ਕਈ ਵਰਡ ਆਉਂਦੇ ਨੇ, ਜਿੱਥੇ ਹੁਣ ਕਈ ਵਾਰੀ ਐਗਜ਼ਾਮੀਨਰ ਜਿਹੜਾ ਬੁੱਕਸ ਲਿਖਦਾ ਕਰਦਾ ਉਹਨੂੰ ਵੀ ਕਈ ਵਾਰੀ ਨਹੀਂ ਕਿਸੇ ਗੱਲ ਦਾ ਪਤਾ ਹੋ ਸਕਦਾ, ਮੇਬੀ। ਠੀਕ ਹੈ, ਚਲੋ ਆਪਾਂ ਜਿੱਥੇ ਤੁਹਾਨੂੰ ਕਿਤੇ ਲੱਗਦਾ ਹੈ ਇਹਦੇ ਵਿੱਚ ਉਸ ਪੁਆਇੰਟ ਨੂੰ ਛੱਡ ਦਿਓ, ਉਸ ਪੁਆਇੰਟ ਨੂੰ ਕਵਰ ਹੀ ਨਾ ਕਰੋ। ਜੇ ਕਿਤੇ ਜ਼ਰੂਰਤ ਪੈਂਦੀ ਤਾਂ ਗੱਲ ਵੱਖਰੀ ਹੈ, ਫਿਰ ਤੁਸੀਂ ਉਹਨੂੰ ਲਿਖ ਦਿਓ, ਇੰਨਾ ਕੁ ਲਿਖ ਤਾਂ ਸਕਦੇ ਹੋ। ਪਰ ਘੁਮਾਓ ਮੈਨੂੰ ਇਹਨਾਂ ਪਤਾ ਛੋਟਾ ਕਿੱਲਾ ਹੁੰਦਾ ਘੁਮਾਓ। ਇੱਥੇ ਇਹ ਜਿਹੜੀ ਬੁੱਕਸ ਮੈਂ ਦੇਖ ਰਿਹਾ ਸੀ ਉਹਦੇ ਵਿੱਚ ਘੁਮਾਓ ਉਸਨੇ 8 ਕਨਾਲ ਨੂੰ ਕਹਿ ਦਿੱਤਾ, ਪੈਰਲ ਬਣਾ ਕੇ ਦਿਖਾਇਆ ਗਿਆ ਵੀ ਜਿਹੜਾ ਵਿਗਿਆਂ ਵਾਲਾ ਹੈਗਾ, ਵਿਗਿਆਂ ਵਾਲੇ ਨੂੰ ਘੁਮਾਓ ਨਹੀਂ ਕਿਹਾ ਜਾਂਦਾ, ਜਿਹੜਾ ਏਕੜਾਂ ਵਾਲਾ ਕਨਾਲ ਮਾਰ ਲਿਆ ਉੱਥੇ ਘੁਮਾਓ ਵਰਤਿਆ ਜਾਂਦਾ ਹੈ। ਚਲੋ ਮੈਨੂੰ ਵੀ ਇਸ ਬਾਰੇ ਪੂਰਾ ਮੈਂ ਨਹੀਂ ਕਹਿ ਸਕਦਾ ਵੀ ਇਹ ਬੁੱਕ ਹੀ ਸਹੀ ਹੈ, ਦੂਜੀ ਬੁੱਕ ਸਹੀ ਹੈ, ਕਿਸੇ ਬੁੱਕਸ ਦੇ ਵਿੱਚ ਅਲੱਗ-ਅਲੱਗ ਬੁੱਕਸ ਦੇ ਵਿੱਚ ਅਲੱਗ-ਅਲੱਗ ਦੱਸਿਆ ਗਿਆ ਇਸਨੂੰ। ਅੱਗੇ ਕੁਐਸਚਨ ਨੰਬਰ 2 ਆ ਜੀ। ਦੋ ਲਾਈਨਾਂ ਵਿੱਚ ਇੱਕ ਦੂਜੇ ਤੇ ਲੰਬ ਹੋਣ ਦੀ ਤਸਦੀਕ ਕਿਸ ਤਰ੍ਹਾਂ ਕੀਤੀ ਜਾਂਦੀ ਹੈ? ਦੋ ਲਾਈਨਾਂ ਨੇ, ਲਾਈਨਾਂ, ਸਭ ਤੋਂ ਪਹਿਲਾਂ ਦੇਖੋ ਲਾਈਨਾਂ ਤੇ ਲਕੀਰ 'ਚ ਕੀ ਫਰਕ ਹੁੰਦਾ ਹੈ। ਦੋ ਲਾਈਨਾਂ ਦੀ ਗੱਲ ਕੀਤੀ ਗਈ ਹੈ, ਦੋ ਲਾਈਨਾਂ ਦਾ ਮਤਲਬ ਜ਼ਮੀਨ ਦੀ ਗੱਲ ਕੀਤੀ ਗਈ ਹੈ, ਲੈਂਡ ਦੇ ਉੱਪਰ ਦੀ ਗੱਲ ਕੀਤੀ ਗਈ ਹੈ। ਠੀਕ ਹੈ, ਜੇ ਦੋ ਲਕੀਰਾਂ ਦੀ ਗੱਲ ਕਰ ਦਿੰਦੇ ਤਾਂ ਉਹ ਪੇਪਰ ਤੇ ਆ ਜਾਂਦੀ ਗੱਲ ਵੀ ਪੇਪਰ ਦੀ ਗੱਲ ਕਰ ਰਿਹਾ ਐਗਜ਼ਾਮੀਨਰ। ਇੱਥੇ ਨੇ ਕਿਹਾ ਦੋ ਲਾਈਨਾਂ ਇੱਕ ਦੂਜੇ ਤੇ ਲੰਬ ਹੋਣ ਦੀ ਤਸਦੀਕ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਮਤਲਬ ਕਿ ਜ਼ਮੀਨ ਦੇ ਉੱਪਰ ਦੋ ਲਾਈਨਾਂ ਨੇ ਖਿੱਚੀਆਂ ਹੋਈਆਂ ਵੀ ਇੱਕ ਦੂਜੇ ਉੱਪਰ ਲੰਬ ਹੈਗੀਆਂ ਜਾਂ ਨਹੀਂ ਹੈਗੀਆਂ, ਇਹਦੀ ਤਸਦੀਕ ਕਿਵੇਂ ਕਰਾਂਗੇ? ਦੇਖੋ ਸਿੰਪਲ ਜੀ ਗੱਲ ਹੈ ਵੀ ਕ੍ਰੋਸ ਦੀ ਸਹਾਇਤਾ ਦੇ ਨਾਲ ਅਸੀਂ ਚੈੱਕ ਕਰਾਂਗੇ ਵੀ ਇਹ ਲੰਬ ਤੇ ਹੈਗੀ ਜਾਂ ਨਹੀਂ ਹੈਗੀ। ਕ੍ਰੋਸ ਦੀ ਸਹਾਇਤਾ ਨਾਲ ਇੱਕ ਪੁਆਇੰਟ, ਜਿੱਥੇ ਦੋ ਪੁਆਇੰਟ ਆਪਸ ਵਿੱਚ ਟੱਕਰਦੇ ਨੇ, ਦੋ ਲਾਈਨਾਂ ਆਪਸ ਜਿੱਥੇ ਟੱਚ ਕਰਦੀਆਂ ਮਿਲਦੀਆਂ ਹੈਗੀਆਂ, ਉਸ ਪੁਆਇੰਟ ਦੇ ਉੱਪਰ ਅਸੀਂ ਕ੍ਰੋਸ ਲਗਾ ਲਾਂਗੇ। ਠੀਕ ਹੈ, ਉਸ ਕ੍ਰੋਸ ਲਗਾ ਕੇ ਤੇ ਝੰਡੀ ਦੇ ਕੇ ਬੰਦੇ ਨੂੰ ਭੇਜਾਂਗੇ ਦੂਜੇ ਪਾਸੇ ਸਾਹਮਣੇ। ਠੀਕ ਹੈ, ਜੇ ਤਾਂ ਲਾਈਨ ਦੇ ਉੱਪਰ ਲਾਈਨ ਆ ਗਈ, ਉਸੇ ਲਾਈਨ 'ਚ ਜਿਸ ਲਾਈਨ 'ਚ ਝੰਡੀ ਆ ਰਹੀ ਹੈ ਉਸੇ ਲਾਈਨ ਦੇ 'ਚ ਲਾਈਨ ਆ ਰਹੀ ਹੈ, ਫਿਰ ਤਾਂ 90 ਡਿਗਰੀ ਦਾ ਐਂਗਲ ਹੈਗਾ ਨਹੀਂ, ਹੈਗਾ ਨਹੀਂ। ਠੀਕ ਹੈ ਜੀ, ਇਸ ਨੂੰ ਤੁਸੀਂ ਡਿਟੇਲ 'ਚ ਬਣਾ ਕੇ ਉੱਥੇ, ਇਹ 5 ਨੰਬਰ ਦਾ ਕੁਐਸਚਨ ਹੈਗਾ, ਇਸ ਨੂੰ ਤੁਸੀਂ ਉੱਥੇ ਪੇਪਰ ਦੇ ਉੱਪਰ ਆਪਣੀ ਲਾਈਨ ਬਣਾ ਕੇ, ਲੰਬ ਬਣਾ ਕੇ, ਦੋ ਲਾਈਨਾਂ ਖਿੱਚ ਕੇ ਤੇ ਤੁਸੀਂ ਕ੍ਰੋਸ ਦੀ ਸਹਾਇਤਾ ਦੇ ਨਾਲ ਉੱਥੇ ਤੁਸੀਂ ਇਹਨੂੰ ਆਪਣਾ ਕਲੈਰੀਫਾਈ ਕਰ ਸਕਦੇ ਹੋ ਆਪਦੇ ਆਨਸਰ ਨੂੰ। ਠੀਕ ਹੈ ਜੀ, ਝੰਡੀ ਦਿਖਾ ਸਕਦੇ ਹੋ ਲਾਈਨ। ਸਰ ਪੁਆਇੰਟ ਇਹ ਵੀ ਲਿਖ ਸਕਦੇ ਵੀ ਜਿੱਦਾਂ ਇੱਕ ਪਾਸੇ ਨੂੰ 3 ਕਰਮਾਂ ਲਾ ਲਈਏ, ਇੱਕ ਪਾਸੇ ਨੂੰ 4, ਜੇ ਉਹਨਾਂ ਦਾ ਵਿਕਰਨ ਜਿਹੜਾ ਆ ਉਹ 5 ਕਰਮਾਂ ਆ ਜਾਏ ਪਾਈਥਾਗੋਰਸ ਵਾਲੇ, ਜੇ ਇਦਾਂ ਬਣਾ ਲਈਏ, ਇਹ ਲਿਖ ਦਈਏ, ਇਹ ਲਿਖ ਦਈਏ, ਫਿਰ ਠੀਕ ਮੰਨਿਆ ਜਾਵੇ ਕੁਐਸਚਨ ਜਾਂ ਨਹੀਂ ਠੀਕ ਮੰਨਿਆ? ਕ੍ਰੋਸ ਤੋਂ ਇਲਾਵਾ ਜੇ ਇਹ ਚੀਜ਼ ਲਿਖ ਦਿਓ ਨਹੀਂ, ਦੇਖੋ ਇਹਦਾ ਤਰੀਕਾ ਤਾਂ ਇਹ ਹੋ ਸਕਦਾ ਹੈ ਵੀ ਤੁਸੀਂ ਦੋ ਵੱਖ-ਵੱਖ ਲਾਈਨਾਂ ਬਣਾ ਕੇ ਦੋ ਤਰ੍ਹਾਂ ਦੀ ਸ਼ੇਪ ਬਣਾ ਦਿਓ ਅਲੱਗ-ਅਲੱਗ। ਇੱਕ ਬਣਾ ਦਿਓ 90 ਡਿਗਰੀ ਦੇ ਐਂਗਲ ਦੀ ਬਣਾ ਦਿਓ ਸ਼ੇਪ, ਇੱਕ ਬਣਾ ਦਿਓ 90 ਡਿਗਰੀ ਦੇ ਐਂਗਲ ਤੋਂ ਘੱਟ ਜਾਂ ਵੱਧ ਬਣਾ ਦਿਓ। ਠੀਕ ਹੈ, ਇੱਕ ਨੂੰ ਤੁਸੀਂ ਚੈੱਕ ਕਰਕੇ ਦੱਸ ਦਿਓ ਵੀ ਹਾਂ ਇਹ 90 ਡਿਗਰੀ ਦੇ ਐਂਗਲ ਤੇ ਹੈਗੀ ਹੈ, ਇਹ ਚੈੱਕ ਹੋ ਗਈ, ਐਂਗਲ ਤੇ ਬਣਦੀ ਹੈ ਪੂਰੀ। ਦੂਜੀ ਇੱਕ ਨਾਲ ਉਹਦੇ ਸ਼ੇਪ ਇੱਕ ਹੋਰ ਬਣਾ ਦਿਓ। ਦੇਖੋ 5 ਨੰਬਰ ਦਾ ਕੁਐਸਚਨ ਹੈ ਨਾ, ਨਾਲ ਹੀ ਇੱਕ ਸ਼ੇਪ ਹੋਰ ਬਣਾ ਦਿਓ, ਉਹਦਾ ਐਂਗਲ ਚਾਹੇ ਵੱਡਾ ਕਰ ਦਿਓ ਚਾਹੇ ਛੋਟਾ ਕਰ ਦਿਓ। ਠੀਕ ਹੈ, ਉੱਥੇ ਵੀ ਤੁਸੀਂ ਇੱਕ ਪੁਆਇੰਟ ਲਿਖਾ ਕੇ ਇੱਥੇ ਕ੍ਰੋਸ ਕੱਢਿਆ, ਇੱਥੇ ਕ੍ਰੋਸ ਦੀ ਸਹਾਇਤਾ ਨਾਲ ਅੱਗੇ ਬਿੰਦੀ ਲਗਾਈ ਹੈ। ਠੀਕ ਹੈ ਜੀ, ਉਹ ਵੀ ਤਰੀਕਾ ਠੀਕ ਹੈ ਜਿਹੜਾ ਤੁਸੀਂ ਪਾਈਥਾਗੋਰਸ ਵਾਲਾ ਕਹਿ ਰਹੇ ਹੋ, 3 ਦਾ ਸਕੁਆਇਰ 4 ਦਾ ਸਕੁਆਇਰ ਇਕੁਅਲ ਟੂ 5 ਦਾ ਸਕੁਆਇਰ। ਆਮ ਤੌਰ ਤੇ ਖੇਤਾਂ 'ਚ ਯੂਜ਼ ਤਾਂ ਉਹੀ ਕਰਦੇ ਆ। ਹਾਂ, ਜ਼ਿਆਦਾਤਰ ਜਿਸ ਵੇਲੇ ਖੇਤ ਦੇ ਵਿੱਚ ਜਾਂਦੇ ਅਸੀਂ ਸਰ ਨਿਸ਼ਾਨ ਉਹ ਕਰਦੇ ਆ। ਦੇਖੇਗਾ ਲੰਬ ਹੈਗੀ ਆ। ਦੇਖੋ ਇਹ ਬਾਰੇ ਦੇਖੋ ਤੁਸੀਂ ਜਿਹੜੇ ਆਪਣਾ ਫੀਲਡ 'ਚ ਜਿਹਨਾਂ ਨੇ ਕੰਮ ਕੀਤਾ ਉਹ ਤਾਂ ਇਹਦੇ ਬਾਰੇ ਲਿਖ ਸਕਦੇ ਆ ਪ੍ਰੋਪਰ। ਠੀਕ ਹੈ, ਬਾਕੀ ਬੰਦਿਆਂ ਨੂੰ ਇਹਦੇ ਬਾਰੇ ਲਿਖਣਾ ਥੋੜਾ ਮੁਸ਼ਕਲ ਹੋਏਗਾ। ਜਿਵੇਂ ਵੀ ਕਿਸੇ ਨੂੰ ਸੁਵਿਧਾ ਲੱਗਦੀ ਹੈ ਕਰ ਸਕਦੇ ਆ ਆਪਾਂ, ਮੇਨ ਤਾਂ ਚੈੱਕ ਹੀ ਕਰਨਾ ਵੀ 90 ਦਾ ਐਂਗਲ ਹੈਗਾ ਜਾਂ ਨਹੀਂ। ਇੰਨਾ ਪੁਆਇੰਟ ਸੀ ਵੀ ਜੇ ਇਦਾਂ ਲਿਖਦੀ ਹੈ ਗਲਤ ਤਾਂ ਨਹੀਂ ਸਾਡਾ? ਨਹੀਂ, ਗਲਤ ਨਹੀਂ ਹੋ ਸਕਦਾ, ਗਲਤ ਨਹੀਂ ਹੋ ਸਕਦਾ। ਤੁਸੀਂ ਇਹ ਕਰ ਸਕਦੇ ਹੋ ਵੀ ਜਿਹੜਾ ਬੇਸ ਹੈਗਾ, ਬੇਸ ਦੇ ਉੱਪਰ ਮੰਨ ਲਓ 4 ਕਰਮਾਂ ਅਸੀਂ ਲੈ ਲਈਆਂ, ਇੱਕ ਪਾਰਟੀਕੂਲਰ ਪੁਆਇੰਟ ਤੋਂ ਬੇਸ ਦੇ ਉੱਪਰ 4 ਕਰਮਾਂ ਲੈ ਲਈਆਂ, ਜਿਹੜਾ ਲੰਬ ਹੈਗਾ ਉਹਦੇ ਉੱਪਰ ਅਸੀਂ 3 ਕਰਮਾਂ ਲੈ ਲਈਆਂ। ਠੀਕ ਹੈ, ਦੋਨੋਂ ਪੁਆਇੰਟਾਂ ਨੂੰ ਅਸੀਂ ਮਿਲਾ ਕੇ ਦੇਖਦੇ ਹਾਂ, ਜੇ 5 ਕਰਮਾਂ ਹੈਗੀਆਂ ਤਾਂ
ਤਾਂ ਐਂਗਲ 90 ਦਾ ਹੈਗਾ, ਨਹੀਂ ਹੈ ਤਾਂ ਨਹੀਂ ਹੈਗਾ, ਇਹ ਵੀ ਲਿਖ ਸਕਦੇ ਹੋ। ਠੀਕ ਹੈ ਜੀ। ਆਧਾਰ ਵਾਲੇ ਪੁਆਇੰਟ ਨੂੰ, 4 ਕਰਮਾਂ ਦੇ ਪੁਆਇੰਟ ਨੂੰ, ਤੇ ਜਿਹੜਾ ਲੰਬ ਦੇ ਉੱਪਰ ਤੁਸੀਂ 3 ਕਰਮਾਂ ਦਾ ਪੁਆਇੰਟ ਲਗਾਇਆ ਹੈਗਾ, ਉਸ ਨੂੰ ਦੋਹਾਂ ਨੂੰ ਕਰਨ ਦੇ ਦੋਹਾਂ ਦੇ ਨੂੰ ਜੇ ਆਪਾਂ ਮਿਲਾਵਾਂਗੇ ਤਾਂ ਕਰਨ ਬਣ ਗਿਆ। ਕਰਨ ਨੂੰ ਮਿਲ ਕੇ ਦੇਖ ਲਓ, ਜੇ 5 ਕਰਮਾ ਹੈਗਾ ਤਾਂ ਲਾਈਨ ਤੁਹਾਡੀ 90 ਡਿਗਰੀ ਦੇ ਐਂਗਲ ਤੇ, ਜੇ ਨਹੀਂ ਹੈਗੀ ਤਾਂ ਫਿਰ ਇਟ ਮੀਨਸ ਗਲਤ ਹੈਗੀ ਹੈ। ਇਹੀ ਚੈੱਕ, ਦੋ ਲਾਈਨਾਂ ਇੱਕ ਦੂਜੇ ਤੇ ਲੰਬ ਹੋਣ ਦੀ ਤਸਦੀਕ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਇਹ ਠੀਕ ਹੈ, ਇਹ ਵੀ ਲਿਖ ਦਿਓ। ਠੀਕ ਹੈ ਜੀ। ਇਹ ਜ਼ਿਆਦਾ ਵਧੀਆ ਹੋ ਸਕਦਾ ਹੈ ਮੇਬੀ। ਪਰ ਇਹਦੇ ਵਿੱਚ ਇਹ ਦੇਖੋ, ਜਿਹੜੇ ਨੇ ਫੀਲਡ 'ਚ ਕੰਮ ਨਹੀਂ ਕੀਤਾ, 3 ਦਾ ਸਕੁਅਰ, ਅਸੀਂ ਆਧਾਰ ਦੇ ਉੱਪਰ ਲਾਈਨ ਖਿੱਚੀ ਹੈ, 4 ਦਾ ਸਕੁਅਰ ਬਣਾਵਾਂਗੇ। ਅਸੀਂ ਲੰਬ ਦੇ ਉੱਪਰ ਲਾਈਨ ਖਿੱਚੀ 3 ਦਾ ਸਕੁਅਰ ਬਣਾਵਾਂਗੇ। 3 ਦਾ ਸਕੁਅਰ ਪਲੱਸ 4 ਦਾ ਸਕੁਅਰ, 3 ਦਾ ਸਕੁਅਰ ਪਲੱਸ 4 ਦਾ ਸਕੁਅਰ, 4 ਦਾ ਸਕੁਅਰ 16 ਬਣ ਗਿਆ, 3 ਦਾ ਸਕੁਅਰ 9 ਬਣ ਗਿਆ, 16 ਦੇ 9 25, 25 ਦਾ ਸਕੁਅਰ ਅੰਡਰ ਰੂਟ ਕੱਢਾਂਗੇ ਅਸੀਂ ਤਾਂ 5 ਆ ਜਾਂਦਾ ਹੈ। ਇਸ ਕਰਕੇ ਜਦੋਂ ਆਧਾਰ ਉੱਪਰ ਜਿਹੜਾ ਪੁਆਇੰਟ ਤੁਸੀਂ ਕਾਇਮ ਕੀਤਾ ਹੈ ਤੇ ਉੱਧਰੋਂ ਕਰਨ ਦੇ ਉੱਪਰ ਪੁਆਇੰਟ ਕਾਇਮ ਕੀਤਾ ਹੈ, ਦੋਨੋਂ ਪੁਆਇੰਟ ਨੂੰ ਅਸੀਂ ਮਿਲਾਉਂਦੇ ਹਾਂ। ਜੇ ਤਾਂ 25 ਦਾ ਅੰਡਰ ਰੂਟ 5, ਜੇ 5 ਸਹੀ ਹੈ ਤਾਂ ਇਟ ਮੀਨਸ 90 ਦਾ ਐਂਗਲ ਹੈਗਾ, ਨਹੀਂ ਤਾਂ ਨਹੀਂ ਹੈ। ਨੈਕਸਟ ਹੈਗਾ ਜਰੀਬ ਦੀ ਸੋਧ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਤੇ ਇਸ ਦੀ ਵਰਤੋਂ ਕਰਨ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਹ ਵੀ ਕੁਐਸਚਨ ਨੰਬਰ 5 ਹੈ ਜੀ। 5 ਨੰਬਰ ਦਾ ਕੁਐਸਚਨ ਹੈਗਾ, ਜਰੀਬ ਦੀ ਸੋਧ ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਦੇਖੋ, ਆਪਾਂ ਉੱਪਰੀ ਗੱਲ ਕਰਕੇ ਹਟਿਆ ਵੀ ਅੱਡਾ ਬਣਾਇਆ ਜਾਂਦਾ ਪਹਿਲਾਂ। ਅੱਡੇ ਦੇ ਵਿੱਚ ਇੱਕ ਕੁੰਡਾ ਪਾ ਦਿੱਤਾ ਜਾਂਦਾ ਹੈ, ਕਿੱਲੇ ਦੇ ਵਿੱਚ ਜਿਹੜਾ ਗੱਡਿਆ ਹੋਇਆ ਦੂਜਾ ਕੁੰਡਾ ਜਿਹੜਾ ਹੈਗਾ ਉਹ ਕਿੱਲੇ ਦੇ ਸਾਹਮਣੇ ਲਗਾ ਕੇ ਦੇਖਿਆ ਜਾਂਦਾ, ਟੱਚ ਕਰਦਾ ਹੈ ਤਾਂ ਠੀਕ ਹੈ ਜੀ, ਠੀਕ ਹੈ। ਜੇ ਟੱਚ ਨਹੀਂ ਕਰਦਾ ਤਾਂ ਜ਼ਮੀਨ ਘੱਟ ਵੱਧ ਹੋ ਸਕਦੀ ਹੈ। ਜਰੀਬ ਦੀ ਸੋਧ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਇਸ ਦੀ ਵਰਤੋਂ ਕਰਨ ਸਮੇਂ ਕਿਹੜੀਆਂ ਗੱਲਾਂ ਦਾ ਸੋਧ ਕਿਵੇਂ ਕੀਤੀ ਜਾਂਦੀ ਹੈ। ਇਹਦੀ ਇਕੱਲੀ ਕਰਨ ਨੂੰ ਅਸੀਂ ਸੋਧਦੇ ਹਾਂ, ਨਾ ਕਿ ਕਿਸੇ ਇੱਕ ਕਰਨ ਨੂੰ ਸੋਧ ਕੇ ਹੀ ਇਸ ਨੂੰ ਠੀਕ ਨਹੀਂ ਕਰ ਸਕਦੇ। ਹਰ ਕੰਮ ਨੂੰ ਅਸੀਂ ਮਤਲਬ ਕਿ ਇਹ ਕਰਾਂਗੇ, ਸੈਟੀਸਫਾਈ ਹੋਵਾਂਗੇ ਆਪਣੇ ਆਪ ਨੂੰ ਵੀ ਇਹਦੀ ਇਕੱਲੀ ਜਿਹੜੀ ਕਰਮ ਹੈਗੀ ਆ ਉਹ ਪੂਰੀ ਸਾਈਜ਼ ਦੇ ਵਿੱਚ ਹੋਵੇ, ਗਜ਼ ਦੀ ਸਹਾਇਤਾ ਨਾਲ ਜਾਂ ਫੀਤੇ ਦੀ ਸਹਾਇਤਾ ਦੇ ਨਾਲ। ਜੇ ਕਿਤੇ ਲੰਮੀ ਹੈ ਤਾਂ ਉਹਦੀ ਕੜੀ ਨੂੰ ਮੋੜ ਦਿੰਦੇ ਹਾਂ ਅਸੀਂ, ਠੀਕ ਹੈ ਜੀ। ਜੇ ਕਿਤੇ ਛੋਟੀ ਲੱਗਦੀ ਹੈ ਤਾਂ ਅਸੀਂ ਕੜੀ ਨੂੰ ਸਿੱਧੀ ਕਰ ਦਿੰਦੇ। ਫਿਰ ਵਰਤੋਂ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਦੱਸੋ ਜੀ। ਵਰਤੋਂ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਦੇ ਹਾਂ। ਕੜੀ ਨੇ ਸਰ, ਕੜੀ ਤੇ ਚੜੀ ਹੋਣੀ ਚਾਹੀਦੀ। ਹਾਂ, ਸਭ ਤੋਂ ਵੱਡੀ ਗੱਲ ਹੈ ਵੀ ਆਮ ਤੌਰ ਤੇ ਇਹ ਹੋ ਜਾਂਦਾ ਜਦੋਂ ਤੁਸੀਂ ਤੇਰਾ ਆ ਉਹ ਸੂਏ ਦੇ ਅੰਦਰ ਆਉਣਾ ਚਾਹੀਦਾ, ਦੂਸਰਾ ਬਾਹਰ ਆਉਣਾ ਚਾਹੀਦਾ। ਇੱਕ ਸੂਆ ਜਦੋਂ ਅਸੀਂ ਇਹ ਸੂਏ ਦੇ ਨਾਲ ਮਿਣਤੀ ਕਰਨੀ ਆ, ਇੱਕ ਸੂਆ ਜਰੀਬ ਦੇ ਅੰਦਰ ਆਉਣਾ ਚਾਹੀਦਾ, ਦੂਸਰਾ ਬਾਹਰ, ਇੱਕ ਕੁੰਡਾ ਉਹਦੇ ਬਾਹਰ ਆਉਣਾ ਚਾਹੀਦਾ। ਜਿਹੜਾ ਮੂਹਰਲਾ ਬੰਦਾ ਹੈਗਾ ਉਹ ਸੂਏ ਲੈ ਕੇ ਚੱਲਦਾ ਹੈ। ਉਹ ਜਦੋਂ ਅਸੀਂ ਸਭ ਤੋਂ ਪਹਿਲਾਂ ਤਾਂ ਇਹੀ ਪੁਆਇੰਟ ਹੈ ਵੀ ਕੜੀ ਦੇ ਉੱਪਰ ਕੜੀ ਨਹੀਂ ਹੋਣੀ ਚਾਹੀਦੀ, ਧਿਆਨ ਰੱਖਣਾ ਚਾਹੀਦਾ ਇਸ ਗੱਲ ਦਾ। ਫਿਰ ਜਿਹੜਾ ਬੰਦਾ ਅੱਗੇ ਚੱਲਦਾ ਹੈ, ਠੀਕ ਹੈ, ਉਹ ਸੂਆ ਕੁੰਡੇ ਦੇ ਨਾਲ ਘਿਸਰਦਾ ਹੋਇਆ ਕੁੰਡੇ ਦੇ ਅਗਲੇ ਪਾਸੇ ਸੂਆ ਕੱਢਦਾ ਹੈ, ਠੀਕ ਹੈ। ਤੇ ਜਿਹੜਾ ਪਿਛਲਾ ਬੰਦਾ ਉੱਠਦਾ ਹੈ ਉਹ ਆ ਕੇ ਉਸ ਜਿਹੜਾ ਸਰੀਆ ਕੱਢਿਆ ਹੋਇਆ ਹੈਗਾ, ਸਰੀਏ ਦੇ ਵਿੱਚ ਆਪਦੀ ਜਰੀਬ ਪਾ ਕੇ, ਕੁੰਡਾ ਵਿੱਚ ਪਾ ਕੇ ਉਹ ਬਹਿ ਜਾਂਦਾ ਹੈਗਾ। ਇਸ ਤਰੀਕੇ ਜਰੀਬ ਚੱਲਦੀ ਰਹਿੰਦੀ ਹੈ। ਇਸ ਦਾ ਸਟ੍ਰੇਟ ਲਾਈਨਸ ਚੱਲਣਾ ਚਾਹੀਦਾ ਤਾਂ ਕਿ ਡਿਫਰੈਂਸ ਨਾ ਆਵੇ ਸਰ। ਹਾਂ, ਸਿੱਧੀ ਲਾਈਨ ਚੱਲੇਗਾ, ਜਿਵੇਂ ਝੰਡੀਆਂ ਗੱਡੀਆਂ ਹੁੰਦੀਆਂ ਨੇ ਤੇ ਜਿਹੜਾ ਪਿੱਛੇ ਬੰਦਾ ਖੜਦਾ ਹੈ ਜਿਹੜਾ ਉਹ ਇਸ ਨੂੰ ਸਿੱਧੇ ਹੀ ਘਰਾਂ ਦਾ ਚੱਲਦਾ ਰਹਿੰਦਾ ਹੈ। ਅਗਲੇ ਪੁਆਇੰਟ ਨੂੰ ਦੇਖ ਕੇ ਜਰੀਬ ਜਿਹੜਾ ਬੰਦਾ ਖਿੱਚ ਰਿਹਾ ਹੁੰਦਾ ਉਹਨੂੰ ਨਹੀਂ ਪਤਾ ਲੱਗਦਾ ਮੈਂ ਕਿਹੜੇ ਪਾਸੇ ਜਾਣਾ ਹੈਗਾ। ਇਸ ਕਰਕੇ ਜਿਹੜਾ ਬੰਦਾ ਜਿੱਥੇ ਬੰਦਾ ਸੂਏ ਦੇ ਵਿੱਚ ਜਰੀਬ ਦਾ ਕੁੰਡਾ ਪਾ ਕੇ ਜਿਹੜਾ ਬੈਠਦਾ ਹੈ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਜਿਹੜਾ ਜਰੀਬ ਖਿੱਚ ਰਿਹਾ ਬੰਦਾ ਹੈਗਾ ਉਸ ਨੂੰ ਸਿੱਧੇ ਕਰਾਉਣਾ ਲੈਣ ਦੇ ਮੁਤਾਬਕ, ਠੀਕ ਹੈ ਜੀ। ਨੈਕਸਟ ਕੁਐਸਚਨ ਨੰਬਰ 3 ਹੈਗਾ ਜੀ। ਸੌਣੀ 2019 ਦੇ ਵਿੱਚ ਭਾਰੀ ਵਰਖਾ ਦੇ ਨਾਲ ਪਿੰਡ ਰਾਮਪੁਰ ਬੇਲਾ ਵਿਖੇ ਕੁਝ ਕਿਸਾਨਾਂ ਦੀ ਫਸਲ ਖਰਾਬ ਹੋ ਗਈ ਸੀ। ਸਰਕਾਰ ਵੱਲੋਂ ਸਪੈਸ਼ਲ ਗਿਰਦਾਵਰੀ ਦੇ ਹੁਕਮਾਂ ਅਨੁਸਾਰ ਸਪੈਸ਼ਲ ਗਿਰਦਾਵਰੀ ਦੌਰਾਨ ਖਰਾਬਾ ਹੇਠ ਲਿਖੇ ਅਨੁਸਾਰ ਪਟਵਾਰੀ ਹਲਕਾ ਵੱਲੋਂ ਤਿਆਰ ਕੀਤਾ ਹੈ। ਖਰਾਬੇ ਦੀ ਪਰਸੈਂਟੇਜ ਦਾ ਕਾਲਮ ਬਣਾਇਆ ਗਿਆ, 3 ਕਾਲਮ ਬਣਾਏ ਗਏ ਨੇ ਪਰਸੈਂਟੇਜ ਦੇ। ਇਹ ਜਿਹੜੇ ਕਾਲਮ ਬਣਾਏ ਗਏ 4 ਕਾਲਮ ਬਣਾਏ ਗਏ ਨੇ। ਪਰਸੈਂਟੇਜ ਖਰਾਬਾ ਪਰਸੈਂਟੇਜ ਉਹਦੇ ਵਿੱਚ 3 ਕਾਲਮ ਬਣਾਏ ਗਏ, 26 ਤੋਂ 32%, 33 ਤੋਂ 75% ਤੇ 76 ਤੋਂ 100%। ਫਿਰ ਅੱਗੇ ਲਿਖਿਆ ਨੁਕਸਾਨ ਏਕੜਾਂ ਦੇ ਵਿੱਚ, ਏਕੜ ਕਨਾਲ ਤੇ ਮਰਲੇ। ਪਹਿਲੀ ਜਿਹੜੀ ਦਰ ਹੈਗੀ 26 ਤੋਂ 32, ਉਹਦੇ ਵਿੱਚ ਜਿਹੜਾ ਨੁਕਸਾਨ ਹੋਇਆ 15 ਏਕੜ 6 ਕਨਾਲਾਂ ਤੇ 14 ਮਰਲੇ ਨੁਕਸਾਨ ਹੋਇਆ। ਜਿਹੜੀ ਦੂਜੀ ਦਰ ਹੈਗੀ 33 ਤੋਂ 75, ਉਹਦੇ ਵਿੱਚ ਹੋਇਆ 50 ਏਕੜ 4 ਕਨਾਲਾਂ ਤੇ 15 ਮਰਲੇ। ਜਿਹੜੀ ਤੀਜੀ ਰੇਸ਼ੋ ਸੀਗੀ 100% ਜਿਹੜੀ ਆ ਜਾਂਦੀ 76 ਤੋਂ ਲੈ ਕੇ 100, ਉਹਦੇ 'ਚ 150 ਏਕੜ ਖਰਾਬ ਹੋਏ ਨੇ, 150 ਏਕੜ 7 ਕਨਾਲਾਂ ਤੇ 10 ਮਰਲੇ। ਹੁਣ ਇਹ ਕੁਐਸਚਨ ਪੁੱਛਿਆ ਗਿਆ, ਦੇਖੋ ਬਿਲਕੁਲ ਰੈਲੀਵੈਂਟ ਕੁਐਸਚਨ ਹੈ। ਇੱਦਾਂ ਦਾ ਜਿਹੜਾ ਕੁਐਸਚਨ ਹੈ ਇਹ ਤੁਹਾਡੇ ਨਾਲ ਰਿਲੇਟਡ ਹੈਗਾ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਟਵਾਰੀ ਕਿਸਾਨਾਂ ਨੂੰ ਰਾਹਤ ਦੇਣ ਵਾਸਤੇ ਕੁੱਲ ਕਿੰਨੇ ਰੁਪਏ ਦੀ ਮੰਗ ਕਰੇਗਾ, ਕਿੰਨੀ ਡਿਮਾਂਡ ਸਾਡੀ ਬਣੇਗੀ, ਅਸੀਂ ਕਿੰਨੇ ਪੈਸੇ ਡਿਮਾਂਡ ਕਰਾਂਗੇ ਗਵਰਨਮੈਂਟ ਤੋਂ।
ਇਸ ਵਿੱਚ ਸਟੇਟਾਂ ਦਾ ਕਿੰਨਾ ਸ਼ੇਅਰ ਹੈ ਅਤੇ SDRF ਦਾ ਕਿੰਨਾ ਸ਼ੇਅਰ ਹੈਗਾ। ਇਹ ਕੁਐਸਚਨ ਊੜਾ ਦਿੱਤਾ ਗਿਆ। ਅੱਗੇ ਇਹ ਹੈਗਾ 7 ਨੰਬਰ ਦਾ ਕੁਐਸਚਨ ਹੈ ਜੀ। ਇਹ ਦੇਖੋ ਸਾਰਾ ਕੈਲਕੂਲੇਸ਼ਨ ਬੇਸਡ ਹੈਗਾ। 26 ਤੋਂ 32%, 15 ਏਕੜ 6 ਕਨਾਲ 10 14 ਮਰਲੇ। ਦੱਸੋ ਜੀ 26 ਤੋਂ 32 ਏਕੜ ਦੇ 26 ਤੋਂ 32% ਚ ਕਿੰਨੇ ਪੈਸੇ ਦਿੰਦੇ ਆ? 2000 ਰੁਪਏ ਦਿੰਦੇ ਜੀ। 2000 ਰੁਪਏ ਦਿੰਦੇ ਆ। ਇਹ ਕਿਹਦੇ ਹੁੰਦੇ ਨੇ? ਕੌਣ ਦਿੰਦੇ? ਸਟੇਟ ਗਵਰਨਮੈਂਟ ਦਿੰਦੀ, ਸੈਂਟਰਲ ਗਵਰਨਮੈਂਟ ਦਿੰਦੀ ਹੈ? ਹੈ ਜੀ ਸਟੇਟ ਦਾ ਹੁੰਦਾ 2000 ਰੁਪਏ ਜੀ। 2000 ਰੁਪਏ ਸਟੇਟ ਦਿੰਦੀ ਹੈ। ਇਹਦੀ ਆਪਾਂ ਹਾਂਜੀ ਕੈਲਕੂਲੇਸ਼ਨ ਕਰ ਲਾਂਗੇ 2000 ਰੁਪਏ ਦੇ ਹਿਸਾਬ ਨਾਲ 15 ਏਕੜ 6 ਕਨਾਲ 14 ਮਰਲੇ ਦੀ। ਠੀਕ ਹੈ ਜੀ। ਜਿਹੜਾ 33% ਹੁੰਦਾ ਜੀ ਉਹਦਾ 53 ਰੁਪਏ ਹੁੰਦਾ SDRF ਦਾ। ਹਾਂ, ਜਿਹੜੀ ਅੱਗੇ 33 ਤੋਂ 75% ਹੈਗੀ ਹੈ, ਇਹ ਹੈਗੀ 50 ਏਕੜ 4 ਕਨਾਲਾਂ 15 ਮਰਲੇ। ਇਹਦਾ ਹੁੰਦਾ 5400 ਪਰ ਏਕੜ। ਇਹ ਦਿੰਦੀ ਹੈ SDRF। ਠੀਕ ਹੈ ਜੀ। ਜਿਹੜਾ 7600 ਹੁੰਦਾ ਜੀ 12000 ਰੁਪਏ ਹੁੰਦਾ ਜੀ। 5400 SDRF ਹੁੰਦੀ ਹੈ, 400 ਰੁਪਏ ਸਟੇਟ ਹੁੰਦੀ ਹੈ। ਮਤਲਬ ਕਿ ਜਿਹੜੀ 76 ਤੋਂ 100% ਹੁੰਦੀ ਹੈ ਉਹਦੇ ਵਿੱਚ SDRF ਜਿਹੜੀ ਹੁੰਦੀ ਹੈ 5300 ਰੁਪਏ ਜੀ। ਉਹਦੇ 5300 ਹੀ ਹੁੰਦੇ ਆ। ਪਰ ਸਟੇਟ ਗਵਰਨਮੈਂਟ ਨੇ ਆਪਣੇ ਪੱਧਰ ਤੇ ਕੰਪਨਸੇਟ ਕਰਨ ਦੀ ਖਾਤਰ ਕਿਸਾਨਾਂ ਨੂੰ 6600 ਰੁਪਇਆ ਆਪਣੇ ਪੱਧਰ ਤੇ ਦਿੱਤਾ ਹੋਇਆ ਗਵਰਨਮੈਂਟ ਵੱਲੋਂ, ਸਟੇਟ ਗਵਰਨਮੈਂਟ ਵੱਲੋਂ। ਇਹ ਕਿਸੇ ਵੀ ਸਟੇਟ ਦਾ ਵੱਖਰਾ ਵੱਖਰਾ ਹੋ ਸਕਦਾ ਹੈ। ਠੀਕ ਹੈ। ਪੰਜਾਬ ਸਟੇਟ ਨੇ ਇਹਦੇ ਚ 6600 ਰੁਪਏ ਦਾ ਆਪਦਾ ਯੋਗਦਾਨ ਪਾ ਕੇ ਇਸ ਨੂੰ ਜਿਹੜੀ ਅਮਾਉਂਟ ਹੈਗੀ ਹੈ ਇਹਨੂੰ 12000 ਕੀਤਾ ਹੈਗਾ। 12000 ਦੇ ਹਿਸਾਬ ਨਾਲ ਅਸੀਂ 150 ਏਕੜ 7 ਕਨਾਲ 10 ਮਰਲੇ ਦੇ ਜਿਹੜੀ ਪੈਸੇ ਬਣਾਵਾਂਗੇ। ਹੁਣ ਇੱਥੇ ਸਾਨੂੰ ਜਿਹੜਾ ਕੁਐਸਚਨ ਕੀਤਾ ਗਿਆ ਹੈ, ਇਹ ਕੀਤਾ ਗਿਆ ਹੈ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਟਵਾਰੀ ਕਿਸਾਨਾਂ ਨੂੰ ਰਾਹਤ ਦੇਣ ਵਾਸਤੇ ਕੁੱਲ ਕਿੰਨੇ ਰੁਪਏ ਦੀ ਮੰਗ ਕਰੇਗਾ। ਕੁੱਲ ਡਿਮਾਂਡ ਕਿੰਨੀ ਬਣੇਗੀ ਸਾਡੀ, ਇਸ ਵਿੱਚ ਸਟੇਟ ਦਾ ਕਿੰਨਾ ਸ਼ੇਅਰ ਹੈ ਤੇ SDRF ਦਾ ਕਿੰਨਾ ਸ਼ੇਅਰ ਹੈ, ਇਹਨੂੰ ਅਸੀਂ ਵੰਡਾਂਗੇ। ਦੇਖੋ ਇਹਨੂੰ ਜਿਹੜੇ 26 ਤੋਂ 32% ਨੇ ਇਹ 2000 ਰੁਪਏ ਦੇ ਹਿਸਾਬ ਨਾਲ ਕੈਲਕੂਲੇਟ ਕਰਾਂਗੇ। ਇਹਦੇ ਸਾਹਮਣੇ ਲਿਖਾਂਗੇ ਅਸੀਂ ਕਿੰਨੇ ਇਹ ਸਾਰੇ ਸਟੇਟ ਗਵਰਨਮੈਂਟ ਦੇ ਹੋਣਗੇ। ਠੀਕ ਹੈ। ਫਿਰ ਜਿਹੜੀ 33 ਤੋਂ 75 ਹੈ ਇਹ ਟੋਟਲ SDRF ਦੀ ਹੋਏਗੀ। 76 ਤੋਂ ਜਿਹੜੀ 100% ਹੈਗੀ ਹੈ ਇਹਦੇ ਵਿੱਚ ਜਿਹੜਾ ਸ਼ੇਅਰ ਹੈਗਾ 5300 ਰੁਪਏ ਪਰ ਏਕੜ ਜਿਹੜਾ ਹੈਗਾ ਉਹ SDRF ਦਾ ਹੋਏਗਾ ਤੇ ਅੱਗੇ 6600 ਰੁਪਏ ਪਰ ਏਕੜ ਜਿਹੜਾ ਹੈਗਾ ਉਹ ਸਟੇਟ ਗਵਰਨਮੈਂਟ ਦਾ ਹੋਏਗਾ। ਇਹਨੂੰ ਕੈਲਕੂਲੇਟ ਕਰਕੇ ਅਸੀਂ ਬਾਈਫਰਕੇਟ ਕਰ ਦਾਂਗੇ ਅਲੱਗ-ਅਲੱਗ ਵੀ ਸਟੇਟ ਤੋਂ ਪੈਸੇ ਇੰਨੇ ਆਣੇ ਨੇ ਤੇ SDRF ਤੋਂ ਪੈਸੇ ਇੰਨੇ ਆਣੇ ਨੇ। ਕਿਸੇ ਨੇ ਕੋਈ ਇਹਦੇ ਵਿੱਚ ਕੋਈ ਕਨਫਿਊਜ਼ਨ ਹੋਵੇ ਜਿਹੜਾ ਪੁੱਛੋ ਜੀ, ਕਿਸੇ ਨੂੰ ਕੋਈ ਦਿੱਕਤ ਹੈਗੀ ਤਾਂ। ਨਹੀਂ, ਇਹ ਬਹੁਤ ਵਧੀਆ ਦੱਸਿਆ ਭਾਈ ਸਾਹਿਬ ਨੇ, ਕਿਉਂਕਿ ਨਵੀਆਂ ਹਦਾਇਤਾਂ ਮੁਤਾਬਕ ਦੱਸਿਆ ਇਹਨਾਂ ਨੇ, ਪੁਰਾਣੇ ਹਿਸਾਬ ਨਾਲ। ਹਾਂ ਨਹੀਂ, ਹੁਣ ਜਿਹੜੀਆਂ ਹਦਾਇਤਾਂ ਨੇ ਹੁਣ ਇਹੀ ਚੱਲਦੀਆਂ ਨੇ। ਇਹ ਤੁਸੀਂ ਮੇਰੇ ਵਾਲੀ ਬੁੱਕ ਦੇ ਵਿੱਚ ਕਿਸੇ ਨੇ ਜੇ ਕਿਸੇ ਨੇ ਕਲੈਰੀਫਾਈ ਕਰਨਾ ਹੈ, ਉਹ ਬੁੱਕ ਜਿਹੜੀ ਗ੍ਰੀਨ ਬੁੱਕ ਹੈ ਉਹਦੇ ਵਿੱਚ ਵੀ ਕਲੀਅਰ ਕੀਤਾ ਗਿਆ ਹੈਗਾ ਇਸੇ ਤਰੀਕੇ ਦੇ ਨਾਲ। ਤੁਸੀਂ ਉਹਨੂੰ ਵੀ ਉਹਦੇ ਵਿੱਚ ਹੀ ਦੱਸਿਆ ਗਿਆ ਵੀ ਕਿੰਨਾ ਕਿੰਨਾ ਜਿਹੜੀ ਅਮਾਉਂਟ ਹੈ SDRF ਨੇ ਦੇਣੀ ਹੈ, ਕਿੰਨੀ ਕਿੰਨੀ ਅਮਾਉਂਟ ਸਟੇਟ ਨੇ ਦੇਣੀ ਹੈ। ਉਹਨੂੰ ਵੀ ਤੁਸੀਂ ਰੈਫਰ ਕਰ ਸਕਦੇ ਹੋ, ਦੇਖ ਸਕਦੇ ਹੋ। ਸਰ 33 ਤੋਂ 75% ਦਾ ਦੱਸਿਓ ਕਿੰਨੀ ਰੇਸ਼ੋ ਬਣਨੀ ਹੈ ਤੇ ਕਿੰਨੇ ਪੈਸੇ ਜੀ? 33 ਤੋਂ 75% ਦੇ ਵਿੱਚ 5300 ਰੁਪਏ ਪਰ ਏਕੜ। ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈਗੀ ਹੈ, ਇੱਥੇ ਅਸੀਂ ਉਹ ਫਿਗਰ ਲੈਣੀ ਹੁੰਦੀ ਹੈ ਜਿਹੜੀ ਖੇਤ ਦਾ ਕੁੱਲ ਰਕਬਾ ਹੁੰਦਾ ਹੈ। ਠੀਕ ਹੈ। ਕਈ ਸਾਥੀ ਸਾਡੇ ਗਲਤੀ ਕਰ ਜਾਂਦੇ ਨੇ ਵੀ ਖਰਾਬ ਹੋਏ ਰਕਬੇ ਨੂੰ ਹੀ ਜੋੜ ਲੈਂਦੇ ਆ। ਖਰਾਬ ਹੋਇਆ ਰਕਬਾ ਸਿਰਫ ਓਨਲੀ ਫਾਰ ਦਾ ਪਰਪਸ ਟੂ ਚੈੱਕ ਦਾ ਮਤਲਬ ਕਿ ਡਿਸਾਈਡ ਦਾ ਪਰਸੈਂਟੇਜ ਆਫ ਦਾ ਨੰਬਰ ਖਸਰਾ। ਖਰਾਬ ਹੋਏ ਰਕਬੇ ਨੂੰ ਕਿਤੇ ਤੁਸੀਂ ਯੂਟਿਲਾਈਜ਼ ਨਹੀਂ ਕਰਨਾ ਕੈਲਕੂਲੇਸ਼ਨ ਦੇ ਵਿੱਚ। ਖਰਾਬ ਹੋਏ ਰਕਬੇ ਨੂੰ ਸਿਰਫ ਇਹ ਦੇਖਣ ਦੇ ਲਈ ਹੀ ਯੂਟਿਲਾਈਜ਼ ਕੀਤਾ ਜਾਂਦਾ ਵੀ ਇਸ ਨੰਬਰ ਖਸਰੇ ਦਾ ਕਿੰਨੇ ਪਰਸੈਂਟੇਜ ਇਹ ਨੰਬਰ ਖਸਰਾ ਆਏਗਾ। ਜਿਵੇਂ ਕੋਈ ਰਕਬਾ 8 ਕਨਾਲ ਦਾ, ਦੇਖੋ ਮੇਨ ਗਲਤੀ ਹੁੰਦੀ ਹੈ, ਮੈਂ ਦੱਸਦਾ ਤੁਹਾਨੂੰ ਇਸੇ ਵਿੱਚ। 8 ਕਨਾਲ ਦਾ ਕੋਈ ਰਕਬਾ ਹੈਗਾ, ਠੀਕ ਹੈ, ਉਹਦੇ ਵਿੱਚੋਂ 4 ਕਨਾਲ ਰਕਬਾ ਖਰਾਬ ਹੋ ਗਿਆ। ਅਸੀਂ 4 ਕਨਾਲ ਨੂੰ ਕਦੇ ਕੈਲਕੂਲੇਸ਼ਨ 'ਚ ਨਹੀਂ ਲਵਾਂਗੇ। ਬਸ 4 ਕਨਾਲ ਨੂੰ ਤਾਂ ਦੇਖਣ ਦੀ ਖਾਤਰ ਇਹੀ ਹੈ ਵੀ ਤੁਹਾਡਾ ਜਿਹੜਾ ਰਕਬਾ ਇਹ ਨੰਬਰ ਖਸਰਾ ਇਹ 50% ਦੀ ਰੇਸ਼ੋ ਵਿੱਚ ਆ ਗਿਆ। ਜਦੋਂ ਅਸੀਂ ਕੈਲਕੂਲੇਸ਼ਨ ਕਰਨੀ ਹੈ ਤਾਂ ਅਸੀਂ 8 ਕਨਾਲ ਰਕਬਾ ਹੀ ਲੈਣਾ ਹੈ। 8 ਕਨਾਲ ਨੂੰ ਅਸੀਂ ਕਿਹੜੀ ਲਾਈਨ 'ਚ ਪਾ ਲਾਂਗੇ, ਕਿਹੜੇ ਬਾਕਸ 'ਚ ਪਾਵਾਂਗੇ? ਅਸੀਂ 33 ਤੋਂ 75 ਵਾਲੇ ਬਾਕਸ 'ਚ 8 ਕਨਾਲਾ ਪਾਵਾਂਗੇ, 4 ਕਨਾਲਾ ਨਹੀਂ ਪਾਵਾਂਗੇ। ਇਹੀ ਇੱਕ ਸਮੱਸਿਆ ਰਹਿੰਦੀ ਹੈ ਜਿਹੜੀ ਜਿੱਥੇ ਸਾਡੇ ਕਈ ਵਾਰੀ ਜਿਹੜੇ ਨਵੇਂ ਮੁੰਡੇ ਆਉਂਦੇ ਆ, ਜੇ ਨਹੀਂ ਪਤਾ ਹੁੰਦਾ ਹੈ, ਹੌਲੀ ਹੌਲੀ ਐਕਸਪੀਰੀਅੰਸ ਹੁੰਦਾ ਰਹਿੰਦਾ ਹੈ, ਉਹ ਗਲਤੀ ਕਰ ਜਾਂਦੇ ਆ। ਇਸੇ ਤਰੀਕੇ ਜਿਵੇਂ 76 ਤੋਂ 100 ਦੀ ਗੱਲ ਕਰਦੇ ਹਾਂ। ਮੰਨ ਲਓ ਕੋਈ ਰਕਬਾ ਹੈਗਾ 8 ਕਨਾਲ ਦਾ ਰਕਬਾ ਹੈ, ਉਹਦੇ ਵਿੱਚ 7 ਕਨਾਲ ਰਕਬਾ ਖਰਾਬ ਹੋ ਗਿਆ। ਜੇ ਰਕਬਾ 6 ਕਨਾਲ ਖਰਾਬ ਹੁੰਦਾ ਤਾਂ ਅਸੀਂ ਮੰਨ ਲੈਂਦੇ 75% ਰਕਬਾ ਖਰਾਬ ਹੋ ਗਿਆ,
ਤਾਂ ਉਹ 33 ਤੋਂ 75 ਦੇ ਵਿੱਚ ਆ ਜਾਂਦਾ। ਠੀਕ ਹੈ, 7 ਕਨਾਲ ਰਕਬਾ ਖਰਾਬ ਹੋ ਗਿਆ ਤਾਂ ਅਸੀਂ ਇਹ ਪ੍ਰਜ਼ਿਊਮ ਕਰਾਂਗੇ ਵੀ ਇਹ ਜਿਹੜਾ ਨੰਬਰ ਖਸਰਾ ਹੈਗਾ ਇਹ 100% 76 ਤੋਂ ਲੈ ਕੇ 100% ਦੀ ਰੇਸ਼ੋ ਵਿੱਚ ਆ ਗਿਆ। ਉੱਥੇ ਹੁਣ 7 ਕਨਾਲ ਨੂੰ ਅਸੀਂ ਭੁੱਲ ਜਾਵਾਂਗੇ ਤੇ ਅਸੀਂ ਜਦੋਂ ਕੈਲਕੂਲੇਸ਼ਨ ਕਰਨੀ ਹੈ ਤਾਂ ਅਸੀਂ 8 ਕਨਾਲ ਰਕਬਾ ਫੜਨਾ ਖਰਾਬਾ। ਠੀਕ ਹੈ ਜੀ, 8 ਕਨਾਲ ਦੇ ਉੱਪਰ ਪੇਮੈਂਟ ਦੇਣੀ ਹੈ, 7 ਕਨਾਲ ਦੇ ਉੱਪਰ ਪੇਮੈਂਟ ਨਹੀਂ ਦੇਣੀ। 8 ਕਨਾਲ ਦੇ ਉੱਪਰ ਪੇਮੈਂਟ ਦੇਣੀ ਹੈ ਜਿਹੜੀ ਅਸੀਂ 100% ਦੇਣੀ ਹੈ, 76 ਤੋਂ ਲੈ ਕੇ 100 ਦੀ ਰੇਸ਼ੋ ਵਿੱਚ ਦੇਣੀ ਹੈ। ਕਲੀਅਰ ਜੀ? ਇਹਦੇ ਵਿੱਚ ਕਿਸੇ ਨੂੰ ਕੋਈ ਡਾਊਟ ਤਾਂ ਨਹੀਂ ਹੈ? ਨਹੀਂ ਸਰ, ਇੱਕ ਦੱਸਿਓ ਪਹਿਲਾਂ, ਜਿੱਦਾਂ ਪਹਿਲਾਂ ਦੇਖੋ 15 ਏਕੜ 6 ਕਨਾਲ 14 ਮਰਲੇ ਜੀ 2000 ਰੁਪਈਆ, ਉਹ 2000 ਰੁਪਈਆ ਜਿਹੜਾ ਵਾ ਇਹ ਟੋਟਲ ਖਰਾਬ ਏਰੀਆ ਕਿ ਟੋਟਲ ਏਰੀਆ ਵਿੱਚੋਂ ਕੱਢਣਾ ਜੀ? ਟੋਟਲ ਏਰੀਆ ਖਰਾਬ ਏਰੀਆ ਨਹੀਂ ਲੈਣਾ ਸੀ। ਖਰਾਬ ਏਰੀਆ ਦਾ ਦੇਖੋ, ਗੱਲ ਸੁਣੋ, ਖਰਾਬ ਏਰੀਆ ਦਾ ਦੇਖੋ, ਸੁਣੋ ਮੇਰੀ ਗੱਲ। 8 ਕਨਾਲ ਦਾ ਰਕਬਾ ਹੈ, ਜੇ ਤੁਹਾਡਾ 3 ਕਨਾਲ ਖਰਾਬ ਹੋ ਗਿਆ ਇਹਦੇ ਵਿੱਚ, ਜੇ 3 ਕਨਾਲ ਖਰਾਬ ਹੋ ਗਿਆ ਇਹਦੇ ਵਿੱਚ ਤਾਂ ਕਿਹੜੀ ਰੇਸ਼ੋ ਆ ਗਈ? 26 ਤੋਂ 32 ਦੇ ਵਿਚਕਾਰ ਆ ਗਈ ਆਈ ਥਿੰਕ। ਠੀਕ ਹੈ, ਉੱਥੇ ਤੁਸੀਂ ਪੇਮੈਂਟ 8 ਕਨਾਲ ਤੇ ਦੇਣੀ ਹੈ, ਨਾ ਕਿ ਤੁਸੀਂ 3 ਕਨਾਲ ਤੇ ਦੇਣੀ ਹੈ। 8 ਕਨਾਲ ਦੇ ਹਿਸਾਬ ਨਾਲ 2000 ਰੁਪਏ ਪਰ ਏਕੜ ਹੈ। ਸਰ ਦੂਜਾ ਦੱਸੋ, ਜਿਹੜਾ 5300 ਰੁਪਈਆ ਸਟੇਟ ਨੇ ਦੇਣਾ ਸਿਰਫ? ਨਹੀਂ 5300 ਰੁਪਏ SDRF ਨੇ ਦੇਣਾ ਹੈ। ਨਹੀਂ, ਜਿਹੜਾ ਦੂਜੇ ਨੰਬਰ 33 ਤੋਂ 75% ਵਿੱਚ। ਹਾਂ, ਇਹ ਸਟੇਟ, ਇਹ SDRF ਨੇ ਦੇਣਾ 5300 ਰੁਪਏ ਪਰ ਏਕੜ। ਠੀਕ ਹੈ ਸਰ। ਆ ਦੇਖੋ ਨਾ ਇੱਕ ਮਿੰਟ, ਇਹ ਬੁੱਕ ਦੇ ਵਿੱਚ ਕਿਹੜਾ ਚੈਪਟਰ ਹੈਗਾ? ਅਸੀਂ ਸਰ ਨਵੇਂ ਰਜਿਸਟਰ ਤਿਆਰ ਕਰੇ ਨੇ ਜੀ ਹੁਣ ਖਰਾਬੇ ਦੇ ਜੀ। ਇਹੀ ਹੈ ਜੀ, ਬਿਲਕੁਲ। ਜਿਹਨਾਂ ਕੋਲੇ ਗ੍ਰੀਨ ਬੁੱਕ ਹੈ ਜੀ ਉਹ ਪੜ੍ਹ ਲਿਓ, ਇਹਦੇ ਵਿੱਚ ਪ੍ਰੋਪਰ ਜਾਣਕਾਰੀ ਦਿੱਤੀ ਗਈ ਹੈ। ਚੈਪਟਰ ਨੰਬਰ 30 ਪੇਜ ਨੰਬਰ 197, ਜੇ ਕਿਸੇ ਕੋਲੇ ਬੁੱਕ ਹੈ ਦੇਖ ਲਓ ਜੀ ਖੋਲ ਕੇ। पेज नंबर 197। ये देखो, ये सारी नवी कैलकुलेशन के मुताबिक, ठीक है जी, ये पूरा इस तरह फिगर वर्क दिता गया सारा। ਇਹ ਰੈਫਰ ਕਰ ਸਕਦੇ ਹੋ ਤੁਸੀਂ, ਪੇਜ ਨੰਬਰ 197 198 ਦੇ ਵਿੱਚ ਗ੍ਰੀਨ ਬੁੱਕ ਦੇ ਵਿੱਚ ਹੈਗਾ ਦਿੱਤਾ ਹੋਇਆ। ਅੱਗੇ ਚੱਲਦੇ ਹਾਂ ਜੀ। ਇਹ ਜਿਹੜਾ ਉੱਪਰ ਕੁਐਸਚਨ ਡਿਸਕਸ ਕੀਤਾ ਇਹ ਹੈਗਾ ਪੇਪਰ 7 ਨੰਬਰ ਦਾ ਕੁਐਸਚਨ ਹੈ ਜੀ। ਤੁਹਾਨੂੰ ਪੂਰੇ ਨੰਬਰ ਮਿਲ ਸਕਦੇ ਆ ਇਹਦੇ ਵਿੱਚ ਜੇ ਕੋਈ ਗਲਤੀ ਨਾ ਰਹੀ ਹੋਵੇ। ਨੈਕਸਟ ਇਹਦੇ ਨਾਲ ਇੱਕ ਕੁਐਸਚਨ ਜੋ ਜੁੜਾ ਹੈ ਆੜਾ ਪਾਰਟ ਹੈ। ਉਕਤ ਗਦਾਵਰੀ ਦੇ ਦੌਰਾਨ ਅਜਮੇਰ ਸਿੰਘ ਅਤੇ ਮੇਜਰ ਸਿੰਘ ਕਿਸਾਨਾਂ ਦਾ ਖਰਾਬਾ ਕਿਸ ਤਰ੍ਹਾਂ ਦਰਜ ਕੀਤਾ ਗਿਆ ਹੈ? ਉਕਤ ਗਰਦਾਵਰੀ ਦੇ ਦੌਰਾਨ ਅਜਮੇਰ ਸਿੰਘ ਅਤੇ ਮੇਜਰ ਸਿੰਘ ਕਿਸਾਨਾਂ ਦਾ ਖਰਾਬਾ ਕਿਸ ਤਰ੍ਹਾਂ ਦਾ ਤਿਆਰ ਕੀਤਾ ਗਿਆ? ਅਜਮੇਰ ਸਿੰਘ ਦਾ ਜਿਹੜਾ ਰਕਬਾ ਸੀ ਖਰਾਬਾ ਸੀਗਾ ਉਹ ਹੈਗਾ ਸੀ 2 ਕਨਾਲ 2 ਏਕੜ 3 ਕਨਾਲ 10 ਮਰਲੇ 33 ਤੋਂ 75% ਦੀ ਰੇਸ਼ੋ ਦੇ ਵਿੱਚ। ਠੀਕ ਹੈ ਜੀ, ਤੇ ਕੁਛ ਉਹਦਾ ਖਰਾਬਾ ਰਕਬਾ ਸੀ 2 ਏਕੜ 4 ਕਨਾਲ 10 ਮਰਲੇ 76 ਤੋਂ 100% ਦੇ ਵਿੱਚ ਅਜਮੇਰ ਸਿੰਘ ਦਾ। ਤੇ ਮੇਜਰ ਸਿੰਘ ਦਾ ਰਕਬਾ ਜਿਹੜਾ ਖਰਾਬ ਸੀਗਾ ਉਹ ਹੈਗਾ ਸੀ 33 ਤੋਂ 75 ਦੇ ਵਿੱਚ 3 ਏਕੜ 2 ਕਨਾਲ 5 ਮਰਲੇ ਤੇ 76 ਤੋਂ 100 ਦੇ ਵਿੱਚ ਹੈਗਾ ਸੀ 1 ਏਕੜ 4 ਕਨਾਲ ਤੇ 10 ਮਰਲੇ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫਸਲਾਂ ਦੇ ਨੁਕਸਾਨ ਦੀ ਰਾਹਤ ਹੇਠ ਲਿਖੇ ਅਨੁਸਾਰ ਦਿੱਤੀ ਜਾਣੀ ਹੈ। ਇਹ ਕਹਿੰਦੇ ਵੀ ਦੱਸੋ ਵੀ ਇਹਨੂੰ ਕਿੰਨੇ ਪੈਸੇ ਮਿਲਣਗੇ, ਅਜਮੇਰ ਸਿੰਘ ਨੂੰ ਕਿੰਨੇ ਪੈਸੇ ਮਿਲਣਗੇ ਤੇ ਮੇਜਰ ਸਿੰਘ ਨੂੰ ਕਿੰਨੇ ਪੈਸੇ ਮਿਲਣਗੇ। ਹੁਣ ਦੇਖੋ 33 ਤੋਂ 75 ਦੇ ਵਿੱਚ 2 ਏਕੜ 3 ਕਨਾਲ 10 ਮਰਲੇ ਹੈ। ਠੀਕ ਹੈ, ਇੱਥੇ 5300 ਰੁਪਏ ਪਰ ਏਕੜ ਦੇ ਹਿਸਾਬ ਨਾਲ ਪੈਸੇ ਮਿਲਦੇ ਨੇ। ਇਹਦੀ ਕੈਲਕੂਲੇਸ਼ਨ ਤੁਸੀਂ ਕਰ ਲਓਗੇ 2 ਏਕੜ 3 ਕਨਾਲ 10 ਮਰਲੇ ਦੀ। ਇਸੇ ਤਰੀਕੇ 76 ਤੋਂ 100 ਦੇ ਵਿੱਚ ਹੈਗਾ 2 ਏਕੜ 4 ਕਨਾਲ 10 ਮਰਲੇ ਹੈ। ਇੱਥੇ ਦੇਖੋ ਕਿਸੇ ਬੰਦੇ ਨੇ ਪੇਪਰ 'ਚ ਕੁਐਸਚਨ ਆਨਸਰ ਮੇਰੇ ਕੋਲ ਪਿਆ ਸਾਹਮਣੇ ਕਿ ਕਿਸੇ ਨੇ ਗਲਤੀ ਕੀਤੀ ਵੀ ਹੈਗੀ ਹੈ। ਇਹਦੀ ਕੈਲਕੂਲੇਸ਼ਨ ਤੁਸੀਂ ਕਰੋਗੇ 12000 ਰੁਪਏ ਦੇ ਹਿਸਾਬ ਨਾਲ। ਫਿਰ ਮੇਜਰ ਸਿੰਘ ਦਾ ਵੀ 2 ਕੈਟਾਗਰੀ 'ਚ ਆ ਗਿਆ 33 ਤੋਂ 75 ਦੇ ਵਿੱਚ ਤੇ 76 ਤੋਂ 100 ਦੇ ਵਿੱਚ 1 ਏਕੜ 4 ਕਨਾਲ 10 ਮਰਲੇ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਥੱਲੇ ਨੇ ਦੇ ਦਿੱਤਾ। ਦੇਖੋ
ਨੀਚੇ ਆ ਕੇ ਦੱਸ ਦਿੱਤਾ ਵੀ ਸਰਕਾਰ ਦੀ ਰਾਹਤ ਜਿਹੜੀ ਪਾਲਿਸੀ ਕੀ ਹੈਗੀ ਹੈ। ਸਰਕਾਰ ਦੀ ਪਾਲਿਸੀ ਬਾਰੇ ਵੀ ਦੱਸਿਆ ਇਹਦੇ ਵਿੱਚ ਆ ਕੇ ਤੀਜੇ ਪੁਆਇੰਟ ਦੇ ਵਿੱਚ। ਤੁਸੀਂ ਪਹਿਲੇ ਦੇ ਵਿੱਚ ਵੀ ਤੁਸੀਂ ਇਹ ਤੋਂ ਹੈਲਪ ਲੈ ਸਕਦੇ ਹੋ। ਪਹਿਲੇ ਕੁਐਸਚਨ ਦਾ ਆਨਸਰ ਦੇ ਵਾਸਤੇ ਤੁਹਾਨੂੰ ਇਹਦੇ ਤੋਂ ਹੈਲਪ ਮਿਲਦੀ ਹੈ। ਇੱਥੇ ਸਰਕਾਰ ਦੀਆਂ ਹਦਾਇਤਾਂ ਬਾਰੇ ਦੱਸਤਾ ਇਸਨੇ ਵੀ 26 ਤੋਂ 32 ਦੇ ਵਿੱਚ ਕੀ ਹੈਗਾ, ਸਟੇਟ ਬਜਟ ਹੈਗਾ 2000 ਰੁਪਏ ਪਰ ਏਕੜ, ਠੀਕ ਹੈ। 33 ਤੋਂ 75 ਦੇ ਵਿੱਚ SDRF ਦੀ ਜਿਹੜੀ ਹੈਗੀ 5300 ਰੁਪਏ ਪਰ ਏਕੜ ਹੈਗੀ ਹੈ, ਤੇ 76 ਤੋਂ 100 ਦੇ ਵਿੱਚ ਹੈਗੀ ਹੈ 5300 ਰੁਪਏ SDRF ਤੇ 6600 ਰੁਪਏ ਸਟੇਟ ਬਜਟ ਹੈਗਾ। ਇਹਦੀ ਆਪਾਂ ਕੈਲਕੂਲੇਸ਼ਨ ਬੜੀ ਸਿੰਪਲ ਹੈ ਕਰ ਦਾਂਗੇ, ਠੀਕ ਹੈ। 33 ਤੋਂ 75 ਦੀ ਜਿਹੜੀ ਅਮਾਊਂਟ ਹੈਗੀ ਇਹਨੂੰ 5300 ਪਰ ਏਕੜ ਦੇ ਹਿਸਾਬ ਨਾਲ ਕੈਲਕੂਲੇਟ ਕਰ ਲਾਂਗੇ, ਤੇ ਜਿਹੜੀ 76 ਤੋਂ 100 ਹੈਗੀ ਹੈ ਉਹਨੂੰ ਕੈਲਕੂਲੇਟ ਕਰ ਲਾਂਗੇ 12000 ਰੁਪਏ ਦੇ ਹਿਸਾਬ ਨਾਲ। ਇਹਨੇ ਤੁਹਾਨੂੰ ਇਹ ਨਹੀਂ ਪੁੱਛਿਆ ਹੈਗਾ ਵੀ ਤੁਸੀਂ ਕਿਹੜੀ ਕਿੱਥੋਂ ਕਿੰਨੀ ਦੇਣੀ ਆ, ਅਮਾਊਂਟ ਕਿੱਥੋਂ ਕਿੰਨੀ ਦੇਣੀ ਹੈ, ਸਿਰਫ ਇਹ ਪੁੱਛਿਆ ਗਿਆ ਵੀ ਕਿੰਨੇ ਪੈਸੇ ਦੇਵਾਂਗੇ ਇਹਨਾਂ ਨੂੰ। ਕੋਈ ਦਿੱਕਤ ਤਾਂ ਨਹੀਂ ਜੀ ਲੱਭਣ ਦੇ ਵਿੱਚ। ਨੈਕਸਟ ਚੱਲਦੇ ਹਾਂ ਜੀ। ਕੁਐਸਚਨ ਨੰਬਰ 4 ਇਹ ਮੇਰੇ ਨਾਲ ਮੈਥ ਦਾ ਸੰਬੰਧ ਹੈਗਾ ਕੁਐਸਚਨ ਹੈ। ਮੈਥ ਦੇ ਕੁਐਸਚਨ ਨੂੰ ਅਸੀਂ ਅੱਜ ਇਸੇ ਨਹੀਂ ਕਰਾਂਗੇ, ਆਪਾਂ ਇਕੱਲਾ ਕਰਾਂਗੇ ਮਸਾਹਤ ਕਰਾਂਗੇ ਜੀ। ਮੈਥ ਦੇ ਤੁਸੀਂ ਇੱਕ ਵਾਰੀ ਦੇਖ ਲਿਓ। ਜ਼ਿਆਦਾਤਰ ਜਿਹੜੇ ਤੁਹਾਨੂੰ ਕੁਐਸਚਨ ਹੁੰਦੇ ਆ ਉਹ ਆਉਣਗੇ ਸਪੀਡ, ਡਿਸਟੈਂਸ ਐਂਡ ਟਾਈਮ ਦੇ ਵਿੱਚੋਂ, ਤੇ ਜਾਂ ਆ ਸਕਦੇ ਏਰੀਆ, ਤੇ ਕੁਝ ਕੁਐਸਚਨ ਤੁਹਾਨੂੰ ਮੇ ਵੀ ਆ ਸਕਦੇ ਹੋਣ ਪਰ ਇਸ ਪੇਪਰ ਦੇ ਵਿੱਚ ਤਾਂ ਨਹੀਂ ਆਏ ਹੈਗੇ। ਟਾਈਮ, ਡਿਸਟੈਂਸ ਐਂਡ ਟਾਈਮ, ਵਰਕ ਐਂਡ ਵੇਜਸ, ਜਾਂ ਫਿਰ ਸਿੰਪਲ ਇੰਟਰਸਟ, ਕੰਪਾਊਂਡ ਇੰਟਰਸਟ, ਉਹ ਤੁਸੀਂ ਕਰ ਸਕਦੇ ਹੋ ਆਪਦੇ ਪੱਧਰ ਤੇ। ਜੇ ਕਿਤੇ ਜ਼ਰੂਰਤ ਹੋਊਗੀ ਤਾਂ ਮੈਨੂੰ ਕਹਿ ਦਿਓ, ਦੱਸ ਦਿਓ, ਫਿਰ ਕਿਸੇ ਵੇਲੇ ਮੈਂ ਵੀ ਕਰਵਾ ਦਾਂਗਾ ਜੇ ਤੁਹਾਨੂੰ ਕਿਸੇ ਨੂੰ ਕੋਈ ਪ੍ਰੋਗਰੈਸ ਦਾ। ਇਹ ਮੈਥ ਦਾ ਜਿਹੜਾ ਹੈਗਾ, ਮੈਟ੍ਰਿਕ ਦਾ ਜਿਹੜਾ ਕੁਐਸਚਨ ਮੈਥ ਹੈਗਾ ਉਹ ਲੈ ਕੇ ਤੁਸੀਂ ਸਾਰੇ ਕਰ ਸਕਦੇ ਹੋ। ਕਿੱਦਾਂ ਦਾ ਕੁਐਸਚਨ ਆ ਜਾਏ, ਕਿੱਦਾਂ ਦਾ ਨਾ ਆ ਜਾਏ, ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਨੈਕਸਟ ਹੈਗਾ ਪੇਪਰ ਨੰਬਰ ਕੁਐਸਚਨ ਨੰਬਰ 5, ਜਰੀਬ ਦੀ ਪਰਖ ਪੜਤਾਲ ਕਿਵੇਂ ਕੀਤੀ ਜਾਂਦੀ ਹੈ। ਇਹ ਆਪਾਂ ਦੇਖੋ ਉੱਪਰ ਵੀ ਕਰ ਚੁੱਕੇ ਹਾਂ, ਦੁਬਾਰਾ ਫੇਰ ਆ ਗਿਆ ਉਹੀ ਕੁਐਸਚਨ ਰਿਪੀਟ ਹੋ ਗਿਆ। ਜਰੀਬ ਦੀ ਪਰਖ ਪੜਤਾਲ ਕਿਵੇਂ ਕੀਤੀ ਜਾਂਦੀ ਹੈ, ਪਰਖ ਪੜਤਾਲ ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਉਹੀ ਤਰੀਕਾ ਉਹੀ ਆਪਾਂ ਲਿਖਾਂਗੇ ਜੀ ਜਿਹੜਾ ਪਹਿਲਾਂ ਆਪਾਂ ਡਿਸਕਸ ਕਰ ਚੁੱਕੇ ਹਾਂ ਵਾਰ-ਵਾਰ। ਅੱਡੇ ਦੀ ਸਹਾਇਤਾ ਦੇ ਨਾਲ, ਜੇਕਰ ਅੱਡਾ ਨਾ ਬਣਿਆ ਹੋਇਆ ਹੋਵੇ ਤਾਂ ਅਸੀਂ ਫੀਤੀ ਦੀ ਸਹਾਇਤਾ ਨਾਲ ਵੀ ਕਰ ਸਕਦੇ ਹਾਂ, ਪਰਖ ਕਰ ਸਕਦੇ ਹਾਂ, ਠੀਕ ਹੈ। ਪਹਿਲਾਂ ਟੋਟਲ ਜਰੀਬ ਮਿਣੀ ਜਾਂਦੀ ਹੈ। ਜੇ ਜਰੀਬ 'ਚ ਫਰਕ ਹੈਗਾ ਤਾਂ ਅਸੀਂ ਇਕੱਲੀ ਜਿਹੜੀ ਕਰਮ ਹੈਗੀ ਆ ਉਸਨੂੰ ਜਰੀਬ ਨੂੰ ਲੰਮਾ ਪਾ ਕੇ ਖੇਤ ਦੇ ਵਿੱਚ ਪੱਧਰੀ ਥਾਂ ਦੇ ਉੱਪਰ, ਠੀਕ ਹੈ, ਇਕੱਲੀ ਜਿਹੜੀ ਕਰਮ ਹੈਗੀ ਆ ਉਸਨੂੰ ਅਸੀਂ ਉਸਦੇ ਪੈਮਾਨੇ ਦੇ ਅਕੋਰਡਿੰਗ ਕਿਸ ਸਾਈਜ਼ ਦੀ ਜਰੀਬ ਹੈਗੀ ਹੈ, 5.5 ਫੁੱਟ ਵਾਲੀ ਕਰਮ ਦੀ 5.5 ਫੁੱਟ ਕਰਮ ਦੀ ਜਰੀਬ ਹੈ, ਜਾਂ 57.157 ਦੀ ਹੈ, ਜਾਂ 60 ਦੀ ਹੈ, ਜਾਂ 54 ਦੀ ਹੈ, ਜੋ ਵੀ ਜਿਸ ਤਰ੍ਹਾਂ ਵੀ ਹੈਗੀ ਹੈ ਉਹਨੂੰ ਅਸੀਂ ਇਕੱਲੀ ਕਰਮ ਨੂੰ ਫੀਤੀ ਦੀ ਸਹਾਇਤਾ ਦੇ ਨਾਲ ਜਾਂ ਗਜ਼ ਦੀ ਸਹਾਇਤਾ ਦੇ ਨਾਲ ਚੈੱਕ ਕਰਾਂਗੇ। ਨੈਕਸਟ ਹੈ ਕੁਐਸਚਨ ਨੰਬਰ 6, ਮੌਕਾ, ਲਾਈਨ, ਖੇਤ ਜਾਂ ਖੇਤਰਫਲ ਕਿਸ ਨੂੰ ਆਖਦੇ ਨੇ। ਦੇਖੋ ਇਹ ਹੈਗਾ ਕੁਐਸਚਨ ਤੁਹਾਡਾ 5 ਨੰਬਰ ਦਾ। ਮੌਕਾ, ਲਾਈਨ, ਫਿਰ ਖੇਤ ਜਾਂ ਖੇਤਰਫਲ ਕਿਸ ਨੂੰ ਆਖਦੇ। 4 ਪੁਆਇੰਟ ਹੋ ਗਏ ਜੀ। ਇੱਕ ਆ ਮੌਕੇ ਦੀ ਗੱਲ ਕੀਤੀ ਗਈ, ਦੂਜੀ ਲਾਈਨ ਦੀ ਗੱਲ ਕੀਤੀ ਗਈ, ਤੀਜੀ ਖੇਤ ਦੀ, ਚੌਥੀ ਖੇਤਰਫਲ ਦੀ। ਮਤਲਬ ਇਹ ਕਹਿ ਰਹੀਏ ਵੀ ਜਿਹੜਾ ਇਹ ਤੁਹਾਡਾ ਕੁਐਸਚਨ ਹੈ, ਮੌਕਾ ਕਿੱਥੇ ਹੁੰਦਾ ਹੈ, ਖੇਤ ਵਿੱਚ ਹੁੰਦਾ ਹੈ। ਆਪਾਂ ਪਹਿਲਾਂ ਗੱਲ ਕਰਕੇ ਗਏ ਵੀ ਲਾਈਨ ਕਿੱਥੇ ਹੁੰਦੀ ਹੈ, ਲਕੀਰ ਕਿੱਥੇ ਹੁੰਦੀ ਹੈ, ਮੌਕਾ ਕਿੱਥੇ ਹੁੰਦਾ ਹੈ, ਨੁਕਤਾ ਕਿੱਥੇ ਹੁੰਦਾ ਹੈ। ਮੌਕਾ ਖੇਤ ਵਿੱਚ ਹੁੰਦਾ ਹੈ, ਨੁਕਤਾ ਪੇਪਰ ਦੇ ਉੱਪਰ ਹੁੰਦਾ ਹੈ। ਲਾਈਨ ਖੇਤ ਵਿੱਚ ਹੁੰਦੀ ਹੈ, ਲਕੀਰ ਪੇਪਰ ਦੇ ਉੱਪਰ ਹੁੰਦੀ ਹੈ, ਠੀਕ ਹੈ ਜੀ। ਚਾਹੇ ਲਕੀਰ ਕਹਿ ਲਓ, ਚਾਹੇ ਖੱਤ ਕਹਿ ਲਓ, ਨੁਕਤਾ ਕਹਿ ਲਓ, ਚਾਹੇ ਬਿੰਦੂ ਕਹਿ ਲਓ, ਜਿਹਦਾ ਕੋਈ ਆਕਾਰ ਨਹੀਂ ਹੁੰਦਾ। ਆਪਾਂ ਇਹ ਕਹਿ ਲਈਏ ਬੇਸ਼ੱਕ ਆਕਾਰ ਹੁੰਦਾ ਪਰ ਉਸਨੂੰ ਅਸੀਂ ਕਾਊਂਟ ਨਹੀਂ ਕਰ ਸਕਦੇ। ਮੌਕੇ ਦਾ ਬੇਸ਼ੱਕ ਕੋਈ ਆਕਾਰ ਹੁੰਦਾ ਪਰ ਅਸੀਂ ਉਸਨੂੰ ਕਾਊਂਟ ਨਹੀਂ ਕਰ ਸਕਦੇ, ਠੀਕ ਹੈ। ਮੌਕੇ ਦਾ, ਨੁਕਤੇ ਦਾ। ਮੌਕਾ ਕਿੱਥੇ ਹੁੰਦਾ ਜੀ, ਖੇਤ ਦੇ ਵਿੱਚ। ਨੁਕਤਾ ਕਿੱਥੇ ਹੁੰਦਾ ਹੈ, ਪੇਪਰ ਦੇ ਉੱਪਰ। ਹੁਣ ਪਹਿਲੇ ਕੁਐਸਚਨ ਦੀ ਗੱਲ ਕਰਦੇ ਹਾਂ। ਪਹਿਲਾਂ ਕਿਹਾ ਹੈ ਮੌਕਾ, ਲਾਈਨ, ਖੇਤ ਤੇ ਖੇਤਰਫਲ। ਮੌਕਾ ਕਿਸੇ ਪੁਆਇੰਟ ਦੇ ਉੱਪਰ, ਕਿਸੇ ਪਾਰਟੀਕੂਲਰ ਪੁਆਇੰਟ ਦੇ ਉੱਪਰ ਜੇ ਅਸੀਂ ਝੰਡੀ ਕੱਢ ਦਈਏ ਤਾਂ ਇੱਕ ਮੌਕਾ ਬਣ ਜਾਂਦਾ ਹੈ, ਠੀਕ ਹੈ। ਆਪਾਂ ਇਹ ਵੀ ਲਿਖ ਸਕਦੇ ਹਾਂ ਵੀ ਮੌਕੇ ਦਾ ਕੋਈ ਆਕਾਰ ਨਹੀਂ ਹੁੰਦਾ। ਕਿਸੇ ਪਾਰਟੀਕੂਲਰ ਪੁਆਇੰਟ ਨੂੰ ਦਰਸਾਉਣ ਦੀ ਖਾਤਰ ਇਹ ਜਿਹੜਾ ਮੌਕਾ ਕਾਇਮ ਕੀਤਾ ਜਾਂਦਾ ਹੈ, ਝੰਡੀ ਕੱਢ ਕੇ ਮੌਕਾ ਕਾਇਮ ਕੀਤਾ ਜਾਂਦਾ ਹੈ। ਕਿਸੇ ਮੌਕੇ ਦੇ ਉੱਪਰ ਅਸੀਂ ਕ੍ਰੋਸ ਗੇਰ ਕੇ ਵੀ ਕਿਸੇ ਲਾਈਨ ਆਸੇ ਪਾਸੇ ਵਧਾ ਸਕਦੇ ਹੁੰਦੇ ਹਾਂ। ਇਹਨੂੰ ਅਸੀਂ ਮੌਕਾ ਕਹਿੰਦੇ ਜਿਹੜਾ ਕਿ ਖੇਤ ਦੇ ਵਿੱਚ ਮੌਕੇ ਦੇ ਆਪਾਂ ਮੌਕੇ ਦੀ ਗੱਲ ਦੇਖੋ ਕਰਦੇ ਹਾਂ।
ਕਿਸੇ ਮੌਕੇ ਤੇ ਜਾ ਕੇ ਕਿਸੇ ਮੌਕਾ ਕਾਇਮ ਕਰਨਾ, ਠੀਕ ਹੈ, ਉਹਨੂੰ ਅਸੀਂ ਮੌਕਾ ਕਹਿੰਦੇ ਆ। ਕੋਈ ਪੁਆਇੰਟ ਕਿਸੇ ਪੁਆਇੰਟ ਪਰਟੀਕੂਲਰ ਪੁਆਇੰਟ ਦੇ ਉੱਪਰ ਚੰਡੀਗੜ੍ਹ ਕੇ ਮਿਹਨਤੀ ਕਰਨ ਦੀ ਖਾਤਰ ਜਾਂ ਮਰਬੇ ਬਣਾਉਣ ਦੀ ਖਾਤਰ ਜਾਂ ਕਿਸੇ ਸਿੱਧੀ ਲਾਈਨ ਬਣਾਉਣ ਦੀ ਖਾਤਰ ਅਸੀਂ ਕਿਸੇ ਪੁਆਇੰਟ ਦੇ ਉੱਪਰ ਜਾ ਕੇ ਕੋਈ ਝੰਡੀ ਕੱਢਦੇ ਆ ਜਾਂ ਕੋਈ ਕਾਇਮ ਕਰਦੇ ਆ ਕਿਸੇ ਪੁਆਇੰਟ ਨੂੰ, ਉਸਨੂੰ ਅਸੀਂ ਮੌਕਾ ਕਹਿੰਦੇ ਆ। ਲਾਈਨ ਕੀ ਹੁੰਦੀ ਹੈ? ਜਦੋਂ ਦੋ ਮੌਕਿਆਂ ਨੂੰ, ਦੋ ਪੁਆਇੰਟਾਂ ਨੂੰ ਖੇਤ ਦੇ ਵਿੱਚ, ਦੋ ਪੁਆਇੰਟਾਂ ਨੂੰ ਜਿਹੜੀ ਕੋਈ ਲਾਈਨ ਜੋੜਦੀ ਆ ਆਪਸ ਦੇ ਵਿੱਚ, ਉਸਨੂੰ ਅਸੀਂ ਲਾਈਨ ਕਹਿ ਦਿੰਦੇ ਆ। ਠੀਕ ਹੈ ਜੀ। ਇੱਕ ਝੰਡੀ ਇੱਕ ਪਾਸੇ ਕੱਢੀ ਗਈ ਹੈ ਰਾਈਟ ਸਾਈਡ ਤੇ, ਦੂਜੀ ਲੈਫਟ ਸਾਈਡ ਤੇ ਕੱਢੀ ਗਈ ਹੈ। ਦੋਹਾਂ ਝੰਡੀਆਂ ਨੂੰ ਜਦੋਂ ਅਸੀਂ ਮਿਲਾ ਕੇ ਇੱਕ ਲਾਈਨ ਬਣਾਉਂਦੇ ਆ, ਉਹਨੂੰ ਅਸੀਂ ਲਾਈਨ ਕਹਿੰਦੇ ਆ। ਇਸ ਤਰੀਕੇ ਜਿਹੜਾ ਖੇਤ ਹੁੰਦਾ ਉਹਦੇ ਖੇਤ ਦੇ 4 5 6 7 ਲਾਈਨਾਂ ਵੀ ਹੋ ਸਕਦੀਆਂ ਨੇ। ਠੀਕ ਹੈ, ਜਿਹੜੀ ਇੱਕ ਪੁਆਇੰਟ ਨੂੰ ਦੂਜੇ ਪੁਆਇੰਟ ਨਾਲ ਮਿਲਾਉਂਦੀ ਉਹਨੂੰ ਅਸੀਂ ਲਾਈਨ ਕਹਿ ਦਿੰਦੇ ਆ। ਦੈਨ ਆ ਗਿਆ ਮੌਕਾ, ਲਾਈਨ, ਖੇਤ। ਖੇਤ ਕੀ ਹੁੰਦਾ ਹੈ? ਖੇਤ ਦੇਖੋ ਆਪਾਂ ਨੂੰ ਕੀ ਭੁੱਲਿਆ ਹੋਇਆ, ਸਾਰਿਆਂ ਨੂੰ ਤੁਹਾਨੂੰ ਪਤਾ ਹੈਗਾ, ਪਰ ਲਿਖਣਾ ਕਈ ਵਾਰੀ ਆਪਾਂ ਲਿਖਣ ਦੇ ਵਿੱਚ ਗਲਤੀ ਕਰ ਸਕਦੇ ਹਾਂ। 2 ਤੋਂ ਵੱਧ ਮੌਕਿਆਂ ਨੂੰ ਮਿਲਾ ਕੇ ਜਿਹੜਾ ਕੋਈ ਪੁਆਇੰਟ ਬਣਾਇਆ ਜਾਂਦਾ ਹੈ, ਕੋਈ ਖੇਤ ਬਣਾਇਆ ਜਾਂਦਾ, ਉਹਨੂੰ ਅਸੀਂ ਖੇਤ ਕਹਿ ਦਿੰਦੇ ਹਾਂ। ਕੋਈ ਪਰਟੀਕੂਲਰ ਨੰਬਰ ਖਸਰਾ, ਠੀਕ ਹੈ, ਨੰਬਰ ਖਸਰਾ ਜਿਹਦੀਆਂ ਦੋ ਤੋਂ ਵੱਧ ਜਿਹੜੀਆਂ ਲਾਈਨਾਂ ਹੁੰਦੀਆਂ ਨੇ, ਟ੍ਰਾਇੰਗਲ ਵੀ ਹੋ ਸਕਦੀ ਹੈ, 4 ਕੋਨਾ ਖੇਤ ਵੀ ਹੋ ਸਕਦਾ ਹੈ, 4 ਲਾਈਨਾਂ ਵਾਲਾ ਵੀ, 5 ਲਾਈਨਾਂ ਵਾਲਾ ਵੀ, 6 ਲਾਈਨਾਂ ਵਾਲਾ ਵੀ, ਠੀਕ ਹੈ, 7 ਵਾਹੀਆਂ ਵਾਲਾ, 8 ਵਾਹੀਆਂ ਵਾਲਾ ਖੇਤ ਵੀ ਹੋ ਸਕਦਾ ਹੈ। ਉਹਨੂੰ ਅਸੀਂ ਖੇਤ ਕਹਿੰਦੇ ਆ। ਉਸ ਦੇ ਜਿਹੜਾ ਰਕਬਾ ਕੱਢਿਆ ਜਾਂਦਾ ਉਸਨੂੰ ਅਸੀਂ ਖੇਤਰਫਲ ਕਹਿ ਦਿੰਦੇ ਹਾਂ। ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਜਦੋਂ ਕਿਸੇ ਖੇਤ ਦਾ ਜਾਂ ਰਕਬਾ ਕੱਢ ਲਈਏ, ਉਸਨੂੰ ਅਸੀਂ ਉਹਦਾ ਖੇਤਰਫਲ ਕਹਿ ਸਕਦੇ ਹਾਂ, ਉਹਦਾ ਰਕਬਾ ਵੀ ਕਹਿ ਸਕਦੇ ਹਾਂ। ਇਹੀ ਜਿਹੜਾ ਤੁਹਾਡਾ ਪੁਆਇੰਟ ਹੈਗਾ, ਇਹਨੂੰ 5 ਪੁਆਇੰਟ, ਜਿਹੜੇ 3 ਪੁਆਇੰਟ ਨੇ, ਤਿੰਨਾਂ ਨੂੰ ਇਕੱਲੇ ਪੁਆਇੰਟ ਨੂੰ ਬਣਾ ਕੇ ਇਕੱਲੇ ਦੀ ਡੈਫੀਨੇਸ਼ਨ ਲਿਖਣੀ ਹੈ। 3 3 4 4 ਲਾਈਨਾਂ ਦੇ ਵਿੱਚ, ਜ਼ਿਆਦਾ ਲੰਮਾ ਚੌੜਾ ਲਿਖਣ ਦੀ ਵੀ ਲੋੜ ਨਹੀਂ ਹੁੰਦੀ। ਠੀਕ ਹੈ ਜੀ। ਮੌਕੇ ਦਾ ਅਲੱਗ ਲਿਖਣਾ ਹੈ, ਫਿਰ ਮੋਟੇ ਅਖਰ 'ਚ ਮੌਕਾ ਲਿਖ ਕੇ ਫਿਰ ਉਹਦੀ ਅਲੱਗ ਲਿਖਣਾ ਹੈ, ਫਿਰ ਮੋਟੇ ਅਖਰ 'ਚ ਲਾਈਨ ਲਿਖ ਕੇ ਉਹਦੀ ਡੈਫੀਨੇਸ਼ਨ ਵੱਖਰੀ ਲਿਖਣੀ ਹੈ, ਫਿਰ ਖੇਤ ਦੀ ਡੈਫੀਨੇਸ਼ਨ ਲਿਖਣੀ ਹੈ, ਫਿਰ ਤੁਸੀਂ ਖੇਤਰਫਲ ਦੀ ਡੈਫੀਨੇਸ਼ਨ ਲਿਖਣੀ ਹੈ। ਨੈਕਸਟ ਆ ਗਿਆ ਇਹਦਾ ਹੀ ਜਿਹੜਾ ਪਾਰਟ ਆੜਾ ਹੈਗਾ, ਉਹਦੇ ਵਿੱਚ ਕੀ ਹੈਗਾ, ਉਹ ਵੀ 5 ਨੰਬਰ ਦਾ ਹੈ। ਨੁਕਤਾ। ਨੁਕਤਾ ਕੀ ਹੁੰਦਾ ਹੈ ਤੇ ਖਤ ਕੀ ਹੁੰਦਾ ਹੈ? ਨੁਕਤਾ ਕੀ ਹੁੰਦਾ ਤੇ ਖਤ ਕੀ ਹੁੰਦਾ ਹੈ? ਨੁਕਤਾ ਕਿਸੇ ਪੇਪਰ ਦੇ ਉੱਪਰ ਅਸੀਂ ਕੋਈ ਪੁਆਇੰਟ ਫਿਕਸ ਕਰਦੇ ਹਾਂ, ਕੋਈ ਨੰਬਰ ਖਸਰਾ ਬਣਾਉਣ ਦੀ ਖਾਤਰ, ਠੀਕ ਹੈ, ਕੋਈ ਲਾਈਨ ਬਣਾਉਣ ਦੀ ਖਾਤਰ, ਕੋਈ ਨੰਬਰ ਖਸਰਾ ਤਿਆਰ ਕਰਨ ਦੀ ਖਾਤਰ ਜਿਹੜਾ ਪੁਆਇੰਟ ਅਸੀਂ ਫਿਕਸ ਕਰਦੇ ਹਾਂ, ਉਸ ਨੂੰ ਨੁਕਤਾ ਕਹਿ ਸਕਦੇ ਹਾਂ ਜੀ। ਇਹਨੂੰ ਬਿੰਦੂ ਵੀ ਕਹਿ ਦਿੰਦੇ ਆਪਾਂ। ਪੁਆਇੰਟ ਕਿਸੇ ਪੇਪਰ ਦੇ ਉੱਪਰ ਕੋਈ ਬਿੰਦੂ ਲਗਾਉਂਦੇ ਆ ਪੈਨ ਦੀ ਸਹਾਇਤਾ ਦੇ ਨਾਲ, ਠੀਕ ਹੈ, ਪੈਨਸਿਲ ਦੀ ਸਹਾਇਤਾ ਦੇ ਨਾਲ, ਪੈਨ ਦੀ ਸਹਾਇਤਾ ਦੇ ਨਾਲ। ਉਸ ਬਿੰਦੂ ਤੋਂ ਅਸੀਂ ਅੱਗੇ ਕੋਈ ਸਿੱਧੀ ਲਾਈਨ ਵੀ ਬਣਾ ਸਕਦੇ ਹਾਂ, 2 ਲਾਈਨਾਂ ਵੀ ਬਣਾ ਸਕਦੇ ਹਾਂ, ਕੋਈ ਖੇਤ ਵੀ ਬਣਾ ਸਕਦੇ ਹਾਂ। ਉਹਨੂੰ ਅਸੀਂ ਨੁਕਤਾ ਵੀ ਕਹਿ ਦਿੰਦੇ ਹਾਂ, ਅਸੀਂ ਬਿੰਦੂ ਵੀ ਕਹਿ ਦਿੰਦੇ ਹਾਂ। ਨਾਲ ਇਹ ਲਿਖਾਂਗੇ ਵੀ ਇਹਦਾ ਬਿੰਦੂ ਹੈ ਜਿਹੜਾ ਨੁਕਤੇ ਦਾ, ਕੋਈ ਆਪਣਾ ਆਕਾਰ ਨਹੀਂ ਹੁੰਦਾ। ਠੀਕ ਹੈ, ਇਹ ਕਿਸੇ ਪਰਟੀਕੂਲਰ ਪੁਆਇੰਟ ਨੂੰ ਦਰਸਾਉਂਦਾ ਤਾਂ ਜ਼ਰੂਰ ਹੈਗਾ, ਪਰ ਇਹਦਾ ਆਪਣਾ ਕੋਈ ਆਕਾਰ ਨਹੀਂ ਹੁੰਦਾ। ਤੇ ਫਿਰ ਜਿਹੜੀ ਲਕੀਰ ਹੁੰਦੀ ਹੈ, ਲਕੀਰ ਕੀ ਹੁੰਦੀ ਹੈ? ਜਦੋਂ 2 ਨੁਕਤਿਆਂ ਨੂੰ, ਲਕੀਰ ਦੀ ਡੈਫੀਨੇਸ਼ਨ ਤੁਸੀਂ ਵੱਖਰੀ ਲਿਖਣੀ ਹੈ। ਨੁਕਤੇ ਦੀ ਡੈਫੀਨੇਸ਼ਨ ਦੇ ਕੇ ਨੁਕਤੇ ਨੂੰ ਤੁਸੀਂ ਨਾਲ ਬਿੰਦੂ ਵੀ ਕਹਿ ਸਕਦੇ ਹੋ। ਇਹਦਾ ਆਪਣਾ ਕੋਈ ਆਕਾਰ ਨਹੀਂ ਹੁੰਦਾ। ਇਹ ਕਿਸੇ ਪਰਟੀਕੂਲਰ ਪੁਆਇੰਟ ਨੂੰ ਦਰਸਾਉਣ ਦੀ ਖਾਤਰ ਜਿਹੜਾ ਪੇਪਰ ਦੇ ਉੱਪਰ ਪੈਨ ਦੀ ਸਹਾਇਤਾ ਨਾਲ ਜਾਂ ਕਿਸੇ ਪੈਨਸਿਲ ਦੀ ਸਹਾਇਤਾ ਨਾਲ ਜਿਹੜਾ ਬਣਾਇਆ ਜਾਂਦਾ ਹੈ, ਉਹਨੂੰ ਨੁਕਤਾ ਕਿਹਾ ਜਾਂਦਾ ਹੈ। ਫਿਰ ਸੈਕੰਡ ਵੱਖਰੀ ਤੌਰ ਤੇ ਲਕੀਰ ਜਾਂ ਖੱਤ, ਉਹਦੀ ਡੈਫੀਨੇਸ਼ਨ ਵੱਖਰੀ ਦੇਣੀ ਹੈ। ਜਿਹੜਾ ਖੱਤ ਹੁੰਦਾ ਹੈ, ਇਹ 2 ਨੁਕਤਿਆਂ ਨੂੰ, 2 ਬਿੰਦੂਆਂ ਨੂੰ ਜਾਂ 2 ਨੁਕਤਿਆਂ ਨੂੰ ਅਸੀਂ ਜਦੋਂ ਜੋੜਦੇ ਹਾਂ ਕਿਸੇ ਪੇਪਰ ਦੇ ਉੱਪਰ, ਮਤਲਬ ਕਿਸੇ ਲਾਈਨ ਤਾਂ ਆਪਾਂ ਉਹਦੇ ਲਈ ਯੂਜ਼ ਕਰ ਰਹੇ ਹਾਂ। ਖੇਤ ਦੇ ਵਿੱਚ ਮੌਕੇ ਤੇ 2 ਨੁਕਤਿਆਂ ਨੂੰ, 2 ਪੁਆਇੰਟਾਂ ਨੂੰ, 2 ਬਿੰਦੂਆਂ ਨੂੰ ਜਦੋਂ ਅਸੀਂ ਜੋੜਦੇ ਹਾਂ ਕਿਸੇ ਪੈਨ ਦੀ ਸਹਾਇਤਾ ਨਾਲ ਜਾਂ ਪੈਨਸਿਲ ਦੀ ਸਹਾਇਤਾ ਨਾਲ, ਉਸਨੂੰ ਅਸੀਂ ਕੀ ਕਹਿੰਦੇ, ਪੇਪਰ ਦੇ ਉੱਪਰ ਜਿਹੜੀ ਲਾਈਨ ਮਾਰੀ, ਲਕੀਰ ਮਾਰੀ ਹੁੰਦੀ ਹੈ, ਉਹਨੂੰ ਖੱਤ ਕਹਿੰਦੇ ਨੇ। ਪੇਪਰ ਦੇ ਉੱਪਰ ਮਾਰੀ ਹੋਈ ਜਿਹੜੀ ਲਕੀਰ ਹੁੰਦੀ ਹੈ, ਉਸਨੂੰ ਖੱਤ ਕਿਹਾ ਜਾਂਦਾ। ਲਕੀਰ ਵੀ ਕਹੀ ਜਾਂਦਾ, ਖੱਤ ਵੀ ਕਿਹਾ ਜਾਂਦਾ। ਠੀਕ ਹੈ ਜੀ, ਇੰਨਾ ਹੀ ਹੈਗਾ ਇਹਦੇ ਵਿੱਚ, ਜ਼ਿਆਦਾ ਲੰਬਾ ਚੌੜਾ ਦੇਣ ਦੀ ਜ਼ਰੂਰਤ ਨਹੀਂ ਹੈ। ਬਸ ਇਹ ਵੀ ਤੁਸੀਂ ਅਲੱਗ-ਅਲੱਗ ਕਰਕੇ ਦੇਣਾ ਹੈਗਾ, ਇੱਕ ਪੈਰਾ ਜਿਹਾ ਬਣਾ ਕੇ ਨਹੀਂ ਕੁਐਸਚਨ ਦਾ ਆਨਸਰ ਦੇਣਾ। ਨੁਕਤੇ ਦਾ ਆਨਸਰ ਅਲੱਗ ਦੇਣਾ ਤੇ ਲਕੀਰ ਦਾ ਆਨਸਰ ਅਲੱਗ ਦੇਣਾ। ਕਿਸੇ ਦਰਿਆ ਜਾਂ ਨਹਿਰ ਦੀ ਚੌੜਾਈ ਨਾਪਣ ਦਾ ਤਰੀਕਾ ਕੀ ਹੈ? ਹਾਂ ਦੇਖੋ, ਇਹ ਕੁਐਸਚਨ ਆਪਾਂ ਕਰਿਆ ਸੀਗਾ। ਜਵਾਨੀ ਮੈਂ ਦੁਬਾਰਾ ਫੇਰ ਦੱਸਦਾ ਇੱਕ ਵਾਰੀ, ਮੈਂ ਤਾਂ ਆਪਾਂ ਡਰਾਇੰਗ ਤੇ ਕਰਕੇ ਦੇਖਿਆ ਸੀ ਉਸ ਦਿਨ। ਜਦੋਂ ਅਸੀਂ ਮਿਹਨਤੀ ਕਰਦੇ ਜਾ ਰਹੇ ਹਾਂ, ਰਸਤੇ ਸਾਡੇ ਦਰਿਆ ਜਾਂ ਨਹਿਰ ਆ ਗਈ, ਠੀਕ ਹੈ, ਉਹਨੂੰ ਅਸੀਂ ਕ੍ਰਾਸ ਕਰਕੇ ਜਾਣਾ ਅੱਗੇ ਕਿਤੇ ਹੋਰ ਖੇਤ 'ਚ ਜਾਣਾ ਹੈਗਾ, ਜਿਹਦੀ ਮਿਹਨਤੀ ਅਸੀਂ ਕਰਨੀ ਹੈ। ਕਿਤੋਂ ਪਿੱਛੋਂ ਮਿਹਨਤੀ ਲੈ ਕੇ ਆ ਰਹੇ ਹਾਂ, ਮਿਹਨਤੀ ਦੀ ਕਿਤੇ ਪਿੱਛੇ ਸਾਨੂੰ ਪੱਕੀ ਬੁਰਜੀ ਮਿਲੀ ਸੀਗੀ,
ਉਸ ਪੱਕੀ ਬੁਰਜੀ ਤੋਂ ਅਸੀਂ ਮਿੰਤੀ ਲਾਈਨ ਬਣਾ ਕੇ ਮਿੰਤੀ ਕਰਦੇ ਆ ਰਹੇ ਹਾਂ। ਰਸਤੇ 'ਚ ਨਹਿਰ ਆ ਗਈ, ਨਹਿਰ ਵੀ ਅਸੀਂ ਕ੍ਰੋਸ ਕਰਨੀ ਹੈ, ਇਹਦੀ ਚੜਾਈ ਵੀ ਦੇਖਣੀ ਹੈ। ਤਾਂ ਅਸੀਂ ਕੀ ਕਰਦੇ ਹਾਂ, ਉਸ ਨਹਿਰ ਦੇ ਸਾਈਡ ਤੇ ਜਿੱਥੇ ਪੁਆਇੰਟ ਖਤਮ ਹੁੰਦਾ ਹੈ, ਨਹਿਰ ਸਟਾਰਟ ਹੋ ਜਾਂਦੀ ਹੈ, ਉੱਥੋਂ ਅਸੀਂ ਇੱਕ ਲਾਈਨ ਬਣਾ ਲੈਂਦੇ ਹਾਂ। ਰਾਈਟ ਸਾਈਡ ਤੇ ਕਹਿ ਲਈਏ ਲਾਈਨ ਬਣਾ ਲਈ, ਠੀਕ ਹੈ। ਉਹਦੇ ਵਿੱਚ ਜਿੱਥੇ ਅਸੀਂ ਮਿੰਤੀ ਕਰਦੇ ਜਾ ਰਹੇ ਸੀ ਉੱਥੇ ਅਸੀਂ ਝੰਡੀ ਕੱਢ ਦਿੰਦੇ ਹਾਂ। ਉਹਦੇ ਸਾਹਮਣੇ ਜਾ ਕੇ ਬੰਦੇ ਨੂੰ ਦੂਜੇ ਨੂੰ ਕਹਿੰਦੇ ਆ ਵੀ ਜਾ ਕੇ ਤੁਸੀਂ ਉਹਦੇ ਆਪੋਜ਼ਿਟ ਸਾਈਡ ਤੇ ਜਾ ਕੇ ਵੀ ਝੰਡੀ ਕੱਢੀ ਜਾਵੇ। ਉਹਦੇ ਆਪੋਜ਼ਿਟ ਸਾਈਡ ਤੇ ਜਾ ਕੇ ਝੰਡੀ ਕੱਢਦਾ ਹੈ ਉਹ ਜਦੋਂ। ਫਿਰ ਅਸੀਂ ਕੀ ਕਰਦੇ ਹਾਂ, ਫਿਰ ਅਸੀਂ ਰਾਈਟ ਸਾਈਡ ਤੇ ਵਧਾ ਲੈਂਦੇ ਹਾਂ। ਮੰਨ ਲਓ 200 ਕਰਮ ਜਾਂ 300 ਕਰਮ ਅਸੀਂ ਵਧਾ ਲਈ, ਇੱਕ ਲਾਈਨ ਬਣਾ ਲਈ 90 ਡਿਗਰੀ ਦੇ ਐਂਗਲ ਤੇ। 90 ਡਿਗਰੀ ਦੇ ਐਂਗਲ ਤੇ ਜਿਹੜੀ ਲਾਈਨ ਅਸੀਂ ਲੈ ਕੇ ਆ ਰਹੇ ਹਾਂ, ਉਸੇ ਲਾਈਨ ਦੇ ਉੱਪਰ 90 ਡਿਗਰੀ ਦੇ ਐਂਗਲ ਤੇ ਇੱਕ ਲਾਈਨ ਬਣਾ ਲਈ। ਲੋੜ ਦੇ ਮੁਤਾਬਕ ਬਣਾਈ ਜਾ ਸਕਦੀ ਹੈ, ਇਹ ਘੱਟ ਵੀ ਉਸਦੇ ਵੱਧ ਵੀ ਉਸਦੇ। ਪਰਟੀਕੂਲਰ ਨਹੀਂ ਕਹਿ ਸਕਦੇ ਵੀ ਤੁਸੀਂ 200 ਕਰਮ ਬਣਾਉਣੀ ਹੈ, 300 ਕਰਮ ਬਣਾਉਣੀ ਹੈ ਜਾਂ 400 ਕਰਮ ਬਣਾਉਣੀ ਹੈ, ਠੀਕ ਹੈ। ਜਗ੍ਹਾ ਦੇ ਅਕੋਰਡਿੰਗ ਬਣਾਈ ਜਾਂਦੀ ਹੈ। ਤੁਸੀਂ ਮੰਨ ਲਓ 200 ਕਰਮ ਦੀ ਜਿਹੜੀ ਹੈਗੀ ਤੁਸੀਂ ਲਾਈਨ ਬਣਾ ਲਈ। ਉਹ 200 ਕਰਮ ਦੀ ਲਾਈਨ ਬਣਾ ਕੇ ਜਿੱਥੇ 200 ਕਰਮ ਪੂਰੇ ਹੋ ਗਏ ਉੱਥੇ ਫਿਰ ਤੁਸੀਂ ਇੱਕ 90 ਦੇ ਐਂਗਲ ਤੇ ਫਿਰ ਲਾਈਨ ਬਣਾ ਲੈਣੀ ਹੈ। 90 ਦੇ ਐਂਗਲ ਤੇ ਲਾਈਨ ਬਣਾ ਲੈਣੀ ਹੈ ਉਸੇ ਦਿਸ਼ਾ ਦੇ ਵਿੱਚ ਜਿਸ ਦਿਸ਼ਾ 'ਚ ਤੁਸੀਂ ਮਿੰਤੀ ਕਰਦੇ ਆ ਰਹੇ ਸੀਗੇ, ਉਸੇ ਲਾਈਨ ਦੇ ਪੈਰਲਲ ਲਾਈਨ 'ਚ ਬਣਾ ਲੈਣੀ ਹੈ, ਠੀਕ ਹੈ। ਫਿਰ ਜਿਹੜੀ ਤੁਸੀਂ 200 ਕਰਮ ਲਾਈਨ ਬਣਾਈ ਹੈ ਉਹਨੂੰ ਤੁਸੀਂ ਸੈਂਟਰ ਬਣਾ ਲੈਣਾ ਹੈ, ਅੱਧ ਕਰ ਲੈਣਾ ਹੈ। ਮੰਨ ਲਓ 100 ਕਰਮਾਂ ਦੇ ਉੱਪਰ ਜਿਹੜੀ ਲਾਈਨ ਬਣਾਈ ਹੈ 200 ਕਰਮ ਦੀ, ਉਹਦੇ 100 ਕਰਮ ਦੇ ਇੱਕ ਪੁਆਇੰਟ ਫਿਕਸ ਕਰਕੇ ਝੰਡੀ ਕੱਢ ਦੇਣੀ ਹੈ, ਠੀਕ ਹੈ। ਤੇ ਹੁਣ ਤੁਹਾਡੇ ਕੋਲ 2 ਝੰਡੀਆਂ ਕੱਢੀਆਂ ਹੋਈਆਂ ਹੋ ਗਈਆਂ। ਜਿਹੜੀ ਪਹਿਲੀ ਝੰਡੀ ਤੁਸੀਂ ਲਾਈਨ ਦੇ ਪਾਰ ਗੱਡੀ ਸੀ, ਨਹਿਰ ਦੇ ਪਾਰ ਗੱਡੀ ਸੀਗੀ, ਉਹ ਤੁਸੀਂ ਜਿਹੜੀ ਪਹਿਲੀ ਲਾਈਨ ਮਿੰਤੀ ਕਰਦੇ ਆ ਰਹੇ ਹੋ ਉਹਦੀ ਸੇਧ ਦੇ ਵਿੱਚ ਗੱਡੀ ਵੀ ਹੈ। ਝੰਡੀਆਂ ਦੀ ਸਹਾਇਤਾ ਦੇ ਨਾਲ ਉਹਦੀ ਸੇਧ 'ਚ ਗੱਡੀ ਵੀ ਹੈ ਝੰਡੀ। ਤੁਸੀਂ ਮਤਲਬ ਇਹ ਕਹਿ ਲਈਏ ਵੀ ਉਹਦੇ ਬਿਲਕੁਲ ਸਾਹਮਣੇ ਹੈਗੀ ਹੈ, ਉਸੇ ਲਾਈਨ ਦੇ ਵਿੱਚ ਹੈਗੀ ਹੈ। ਹੁਣ ਤੁਹਾਡੇ ਕੋਲ 2 ਝੰਡੀਆਂ ਤਾਂ ਹੋ ਗਈਆਂ, ਇੱਕ ਤਾਂ ਨਹਿਰ ਦੇ ਪਾਰ ਝੰਡੀ ਹੈ, ਇੱਕ ਜਿਹੜੀ ਤੁਹਾਡੇ ਕੋਲੇ 200 ਮੀਟਰ ਦੀ ਲਾਈਨ ਬਣਾਈ ਹੈ ਉਹਦੇ ਸੈਂਟਰ 'ਚ ਤੁਸੀਂ ਝੰਡੀ ਕੱਢ ਲਈ, ਠੀਕ ਹੈ। ਤੀਜੀ ਝੰਡੀ ਲੈ ਕੇ ਤੁਸੀਂ ਜਿਹੜੀ 200 ਪੁਆਇੰਟ ਦੇ ਉੱਪਰ ਜਿਹੜੀ ਤੁਸੀਂ 90 ਡਿਗਰੀ ਦਾ ਐਂਗਲ ਘੇਰਿਆ ਹੈ, ਉਸ ਲਾਈਨ ਦੇ ਉੱਪਰ ਚੱਲਦੇ ਜਾਣਾ ਹੈ, ਪਿੱਛੇ ਵੱਲ ਹਟਦੇ ਜਾਣਾ ਹੈ ਕਹਿ ਲਈਏ। ਜਦੋਂ 2 ਝੰਡੀਆਂ ਤੁਹਾਡੀਆਂ ਜਿਹੜੀਆਂ ਤੁਸੀਂ ਗੱਡੀਆਂ ਹੋਈਆਂ ਨੇ, ਇੱਕ ਸੈਂਟਰ ਵਾਲੀ ਝੰਡੀ 200 ਕਰਨ ਦੇ ਉੱਪਰ, ਵਿਚਕਾਰ ਜਿਹੜੀ ਸੈਂਟਰ 'ਚ ਹੈ, ਇੱਕ ਨਹਿਰ ਦੇ ਪਾਰ ਹੈਗੀ ਹੈ। ਦੋਨੋਂ ਝੰਡੀਆਂ ਦੀ ਸੇਧ ਦੇਖਣੀ ਹੈ ਕਿੱਥੇ ਖਤਮ ਹੁੰਦੀ ਹੈ ਜਾ ਕੇ। ਜਦੋਂ ਤੁਸੀਂ ਉਹ ਦੋਵੇਂ ਝੰਡੀਆਂ ਦੀ ਸੇਧ ਦੇ ਵਿੱਚ ਉਸ ਲਾਈਨ ਤੇ ਆ ਜਾਓਗੇ ਜਿਸ ਲਾਈਨ ਦੇ ਉੱਪਰ ਤੁਸੀਂ 90 ਡਿਗਰੀ ਦਾ ਐਂਗਲ ਘੇਰਿਆ ਹੋਇਆ ਹੈ, ਠੀਕ ਹੈ, ਉੱਥੇ ਤੁਸੀਂ ਝੰਡੀ ਕੱਢ ਦੋਗੇ, ਤੁਹਾਡੀਆਂ 3 ਝੰਡੀਆਂ ਇੱਕੋ ਲਾਈਨ 'ਚ ਹੋ ਜਾਣਗੀਆਂ। ਜਦੋਂ 3 ਝੰਡੀਆਂ ਇੱਕੋ ਲਾਈਨ 'ਚ ਹੋ ਗਈਆਂ, ਤੁਸੀਂ ਝੰਡੀ ਕੱਢ ਦੋਗੇ ਤੇ ਫਿਰ ਝੰਡੀ ਤੋਂ ਲੈ ਕੇ ਜਿੱਥੋਂ ਤੁਸੀਂ 90 ਡਿਗਰੀ ਦਾ ਐਂਗਲ ਚੱਕਿਆ ਸੀਗਾ ਉਹਦੀ ਜਿਹੜੀ ਡਿਸਟੈਂਸ ਹੈਗੀ ਹੈ ਉਹਨੂੰ ਮਾਪੋਗੇ। ਉਹ ਡਿਸਟੈਂਸ ਹੀ ਤੁਹਾਡੀ ਨਹਿਰ ਦੀ ਡਿਸਟੈਂਸ ਦੇ ਬਰਾਬਰ ਹੋਏਗੀ। ਇਹ ਹੈਗਾ ਜੀ ਇਹਦਾ। ਇਹ ਤੁਸੀਂ ਜਦੋਂ ਇਹਦਾ ਆਨਸਰ ਬਣਾਉਣਾ ਹੈ ਤਾਂ ਤੁਸੀਂ ਉਹਦੀ ਸ਼ਕਲ ਬਣਾਉਣੀ ਹੈ। ਇਹ ਗ੍ਰੀਨ ਬੁੱਕ ਦੇ ਵਿੱਚ ਵੀ ਕਿਸੇ ਪੁਆਇੰਟ ਤੇ ਹੈ, ਮੇਰੇ ਖਿਆਲ ਇੱਕ ਦਿੱਤਾ ਹੋਇਆ ਮੈਨੇ ਇਹ ਜਿਹੜਾ ਆਨਸਰ ਹੈਗਾ, ਤੁਸੀਂ ਉਹਨੂੰ ਰੈਫਰ ਕਰ ਲਿਓ, ਦੇਖ ਲਿਓ ਉੱਥੋਂ, ਤੇ ਉਸੇ ਤਰੀਕੇ ਆਨਸਰ ਦੇਣਾ ਜੀ। ਤੁਸੀਂ ਇਹਦਾ ਡਰਾਇੰਗ ਬਣਾਉਣੀ ਹੈ, ਡਰਾਇੰਗ ਬਣਾ ਕੇ 222 ਪੇਜ ਹੈ ਜੀ 22 ਪੇਜ ਤੇ 22 ਪੇਜ ਤੇ। ਅੱਛਾ ਠੀਕ ਹੈ, 22 ਪੇਜ ਦੇ ਉੱਪਰ ਇਹ ਬਣਾਇਆ ਹੋਇਆ ਹੈਗਾ। ਹਾਂ, ਤੁਸੀਂ ਇਹਦੇ ਮੁਤਾਬਕ ਤੁਸੀਂ ਇਹ ਏਦਾਂ ਹੀ ਡਰਾਇੰਗ ਬਣਾ ਦੇਣੀ ਹੈ। ਏਦਾਂ ਹੀ ਮੈਂ ਜਿਵੇਂ ਲਿਖਿਆ ਹੋਇਆ ਹੈਗਾ ਏਦਾਂ ਹੀ ਲਿਖ ਕੇ ਤੁਹਾਡਾ ਜਿਹੜਾ ਆਨਸਰ ਹੈ ਪੂਰਾ ਹੋ ਜਾਂਦਾ ਜੀ, ਠੀਕ ਹੈ। ਇਹ ਗ੍ਰੀਨ ਬੁੱਕ ਦੇ 22 ਪੇਜ ਤੇ ਦਿੱਤਾ ਹੋਇਆ ਇਹਦਾ। ਨਹਿਰ ਦੀ ਮਾਪੀ ਤੇ ਮਾਪੀ ਜਸ ਦੇ ਨਹਿਰ, ਬਸ ਐਜ ਇਟ ਇਜ਼ ਲਿਖ ਦਿਓ ਜੀ, ਠੀਕ ਹੈ। ਨੈਕਸਟ ਚੱਲਦੇ ਹਾਂ ਜੀ ਅੱਗੇ। ਜਰੀਬ ਨੂੰ ਕੁਐਸਚਨ ਨੰਬਰ 8 ਹੈਗਾ, ਜਰੀਬ ਨੂੰ ਅੱਡੇ ਰਾਹੀਂ ਕਿਸੇ ਤਰ੍ਹਾਂ ਠੀਕ ਕਰਦੇ ਹਨ। ਇਹ ਦੇਖੋ ਬਾਰ-ਬਾਰ ਕੁਐਸਚਨ ਰਿਵਾਈਜ਼ ਹੋ ਰਿਹਾ ਹੈ, ਰਿਪੀਟ ਹੋ ਰਿਹਾ ਹੈ। ਜਰੀਬ ਨੂੰ ਅੱਡੇ ਰਾਹੀਂ ਕਿਸ ਤਰ੍ਹਾਂ ਠੀਕ ਕਰਦੇ ਹਨ। ਇਹ ਹੁਣ ਸਾਰਿਆਂ ਨੂੰ ਤੁਹਾਨੂੰ ਪਤਾ ਲੱਗ ਚੁੱਕਿਆ, ਬਾਰ-ਬਾਰ ਆਪਾਂ ਇਹਦੇ ਟਾਈਮ ਨਾਲ ਵੇਸਟ ਕਰੀਏ। ਮੁਰੱਬਾਬੰਦੀ ਵਿੱਚ ਇਹਦਾ ਆੜਾ ਪਾਰਟ ਹੈਗਾ। ਮੁਰੱਬਾਬੰਦੀ ਵਿੱਚ ਕਿਹੜੀ ਗੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ, ਦੱਸੋ ਜੀ। ਇਹ ਕੁਐਸਚਨ ਪੁੱਛਣ ਦਾ ਕੀ ਮਤਲਬ ਹੈਗਾ, ਕੀ ਕਹਿ ਰਹੇ ਆ ਐਗਜ਼ਾਮੀਨਰ। ਮੁਰੱਬਾਬੰਦੀ ਵਿੱਚ ਕਿਹੜੀ ਗੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ, ਦੱਸੋ ਜੀ। ਕੀ ਕਿੱਥੋਂ ਡੀਲ ਕਰਦਾ ਹੈ ਕੁਐਸਚਨ ਇਹ, ਕਿਹੜੀ ਗੱਲ ਦੀ ਗੱਲ ਕੀਤੀ ਜਾ ਰਹੀ ਹੈ। ਮੁਰੱਬਾਬੰਦੀ ਵਿੱਚ ਕਿਹੜੀ ਗੱਲ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਸਰ ਮਿਣਤੀ ਵਾਲੀ ਗੱਲ ਕਰਦੇ।
ਕਿਉਂਕਿ ਉੱਪਰਲਾ ਜਿਹੜਾ ਕੁਐਸਚਨ ਹੈ ਉਹ ਜਰੀਬ ਦੇ ਨਾਲ ਸੰਬੰਧਿਤ ਹੈ। ਸਭ ਤੋਂ ਪਹਿਲਾਂ ਹੈ ਜੀ, ਸਭ ਤੋਂ ਪਹਿਲਾਂ ਬੇਸ ਲਾਈਨ ਦਾ ਧਿਆਨ ਰੱਖਿਆ ਜਾਊਗਾ ਵੀ ਨਾਰਥ ਸਾਊਥ ਬਣ ਗਈ ਹੈ, ਸਹੀ ਜਗ੍ਹਾ ਤੇ ਬਣ ਗਈ ਹੈ, ਕਿਉਂਕਿ ਉੱਥੋਂ ਹਾਂ। ਵੀ ਬੇਸ ਜਿਹੜਾ ਮਤਲਬ ਕੁਝ ਹੋਊਗਾ ਲਾਈਨ। ਦੇਖੋ ਇਹਦਾ ਆਪਾਂ ਥੋੜਾ ਰੈਲੀਵੈਂਸੀ ਵੀ ਦੇਖ ਲਿਆ ਕਰੀਏ। ਜਿਵੇਂ ਹੁਣ ਇਹਨੇ ਪਹਿਲਾਂ ਜਰੀਬ ਦੀ ਗੱਲ ਕੀਤੀ ਹੈ, ਠੀਕ ਹੈ, ਹੁਣ ਇਹ ਜਰੀਬ ਤੋਂ ਇਹ ਨਾਲ ਹੀ ਕੁਐਸਚਨ ਆਪਾਂ ਕਿਸੇ ਚੱਕ ਕੇ ਹੋਰ ਕੁਝ ਦੇ ਦਈਏ, ਇਹਦਾ ਮਤਲਬ ਇਹੀ ਹੈ ਵੀ ਇਹ ਜਿਹੜਾ ਕੁਐਸਚਨ ਹੈ ਤੁਹਾਡਾ ਇਹ ਮਿਣਤੀ ਦੇ ਨਾਲ ਹੀ ਸੰਬੰਧਿਤ ਹੈਗਾ। ਠੀਕ ਹੈ, ਮਰਬਾਬੰਦੀ ਕਰਨ ਸਮੇਂ ਕਿਹੜੀ ਕਿਹੜੀ ਗੱਲ ਦਾ ਖਾਸ ਧਿਆਨ ਰੱਖਿਆ ਜਾਂਦਾ। ਸਭ ਤੋਂ ਪਹਿਲਾਂ ਇਹੀ ਗੱਲ ਕਰ ਲਈ ਜਿਵੇਂ ਉੱਪਰਲਾ ਪੁਆਇੰਟ ਦਿੱਤਾ ਹੈ ਵੀ ਜਰੀਬ ਦੀ ਜਿਹੜੀ ਜਦੋਂ ਅਸੀਂ ਮਰਬੇਬੰਦੀ ਕਰਨੀ ਹੈ ਉਹ ਕਰਨੀ ਹੈ ਜਿਹੜੀ ਜਰੀਬ ਸਾਡੀ ਜਿਹੜੀ ਹੈਗੀ ਆ ਕਰੈਕਟ ਹੋਣੀ ਚਾਹੀਦੀ ਹੈ, ਤੇ ਫਿਰ ਜਿਹੜੀ ਸਾਡੀ ਅਸੀਂ ਬੇਸ ਲਾਈਨ ਵਧਾਉਣੀ ਹੈ ਜੀ, ਜਿਹਨੂੰ ਬੁਨਿਆਦੀ ਲਾਈਨ ਵੀ ਕਹਿ ਦਿੰਦੇ ਆ, ਉਹ ਸਾਡੀ ਸਹੀ ਬਣਨੀ ਚਾਹੀਦੀ ਹੈ। ਜੇ ਸਾਡੀ ਬੁਨਿਆਦੀ ਲਾਈਨ ਸਹੀ ਬਣ ਗਈ ਤਾਂ ਸਾਡੀ ਜਿਹੜੀ ਮਰਬੇਬੰਦੀ ਹੈ ਉਹ ਸਹੀ ਹੋ ਸਕਦੀ ਹੈ, ਨਹੀਂ ਤਾਂ ਸਾਡੀ ਸਾਰੀ ਮਰਬੇਬੰਦੀ ਗਲਤ ਹੋ ਜਾਂਦੀ ਹੈ। ਮੇਨ ਧਿਆਨ ਤਾਂ ਇਹ ਹੈ ਜੀ ਬੇਸ ਲਾਈਨ ਬਣਾਉਣ ਦੇ। ਬੇਸ ਲਾਈਨ ਬਣਾਉਣ ਵੇਲੇ ਕੰਪਾਸ, ਠੀਕ ਹੈ, ਕ੍ਰੋਸ, ਚੰਨੀਆਂ, ਇਹ ਸਾਰੀਆਂ ਦੀ ਸਹਾਇਤਾ ਦੇ ਨਾਲ ਜਿਹੜੀ ਬੇਸ ਲਾਈਨ ਕਾਇਮ ਕੀਤੀ ਜਾਂਦੀ ਹੈ। ਇਹ ਲਿਖ ਦਿਓ ਵੀ ਬਸ 5-7 ਲਾਈਨਾਂ ਲਿਖ ਸਕਦੇ ਹਾਂ, ਜ਼ਿਆਦਾ ਲੰਮਾ ਚੌੜਾ ਲਿਖਣ ਦੀ ਲੋੜ ਨਹੀਂ ਹੁੰਦੀ। ਨੈਕਸਟ ਹੈ ਕੁਐਸਚਨ ਨੰਬਰ 9। ਅੱਜ ਦੇ ਸਮੇਂ ਦੇ ਵਿੱਚ ਜਰੀਬ ਨਾਲ ਮਿਣਤੀ ਕਰਦੇ ਸਮੇਂ ਆਧੁਨਿਕ ਜੰਤਰ, ਟੋਟਲ ਸਟੇਸ਼ਨ, ਮਸ਼ੀਨ ਜਾਂ DGPS ਸਿਸਟਮ GPS ਸਿਸਟਮ ਦੀ ਸਹਾਇਤਾ ਨਾਲ ਪੇਮਾਇਸ਼ ਦੀਆਂ ਵਿਸ਼ੇਸ਼ਤਾਵਾਂ ਅਤੇ ਅੰਤਰ ਵਿਸਤਾਰ ਨਾਲ ਲਿਖੋ। ਦੇਖੋ ਇਹ ਹੈਗੀ ਜਾਣਕਾਰੀ ਦੇ ਬਾਰੇ, ਕਿਵੇਂ ਲਿਖ ਸਕਦੇ ਹੋ। GPS ਸਿਸਟਮ ਨਾਲ ਨਿਸ਼ਾਨਦੇਹੀ ਕੀਤੀ ਕਿਸੇ ਨੇ? ਕਿਉਂ ਜੀ, ਤੁਹਾਡਾ ਜੋ ਹੈ ਕੀਤੀ ਹੈ GPS ਸਿਸਟਮ ਰਾਹੀਂ? ਜੀ ਜੀ ਦੱਸੋ ਜੀ ਫਿਰ ਕਿਵੇਂ ਕਰਦੇ ਹੋ? ਜ਼ਿਆਦਾਤਰ ਤਾਂ ਸਰ ਐਕੂਰੇਸੀ ਤਾਂ ਹੀ ਆਣੀ ਜੇ ਸਾਡੇ ਜਿਹੜੇ ਸਰਵੇ ਪੁਆਇੰਟ ਠੀਕ ਲੱਗੇ ਹੋਣ, ਮਰਬੇਬੰਦੀ ਦੇ ਪੁਆਇੰਟ ਠੀਕ ਲੱਗੇ ਹੋਣ। ਉਹਨਾਂ ਤੋਂ ਇਲਾਵਾ ਤਾਂ ਬਗੈਰ ਤਾਂ ਉਹਨਾਂ ਦੇ ਪੱਲੇ ਕੁਛ ਨਹੀਂ। ਸੱਚ ਤਾਂ ਇਹ ਹੈ। ਚਲੋ ਖੈਰ ਇਹ ਫਰਕ ਹੈਗਾ ਕਿ ਉਹਦੇ ਨਾਲ ਡਿਫਰੈਂਸ ਨਹੀਂ ਆਉਂਦਾ, ਜ਼ਿਆਦਾ ਐਕੂਰੇਸੀ ਜ਼ਿਆਦਾ ਆਉਂਦੀ ਹੈ ਜੇ ਪੁਆਇੰਟ ਸਹੀ ਮਿਲ ਜਾਣ ਤਾਂ। ਇੱਕ ਤਾਂ ਜਿਸ ਵੇਲੇ ਜਰੀਬ ਨਾਲ ਮੈਨੂਅਲ ਕਰਦੇ ਹਾਂ, ਕਿਤੇ ਨਾ ਕਿਤੇ ਉੱਠਣ ਬੈਠਣ 'ਚ ਜਰੀਬ ਬਚਦੇ ਜਾਂ ਨਿਸ਼ਾਨ ਲਾਉਣ 'ਚ ਡਿਫਰੈਂਸ ਆਉਂਦਾ ਜਾਂਦਾ। ਇਹਦੇ ਵਿੱਚ ਸਕੁਅਰ ਇੰਚਾਂ ਵੀ ਜਿੱਦਾਂ ਕਹਿ ਲਓ ਵੀ ਫਰਕ ਪਤਾ ਲੱਗ। ਮਤਲਬ ਤਾਂ ਇਹ ਹੁੰਦਾ ਹੈ ਵੀ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਦੀ ਜਿਹੜੀ ਦੂਰੀ ਹੈ ਮਾਪਣ ਦੀ ਸਾਨੂੰ ਲੋੜ ਨਹੀਂ ਪੈਂਦੀ। ਮੈਨੂਅਲ ਨਹੀਂ, ਉਹ ਬਚਦਾ ਸਾਡੀ ਮੈਨ ਫੋਰਸ ਬਚਦੀ ਆ, ਉਹਦੇ ਨਾਲ ਸਾਨੂੰ ਸਮਾਂ ਘੱਟ ਲੱਗਦਾ। ਸਾਨੂੰ ਮਾਪਣ ਦੀ ਲੋੜ ਨਹੀਂ ਪੈਂਦੀ, ਸਾਨੂੰ ਜਰੀਬ ਖਿੱਚਣ ਦੀ ਜ਼ਰੂਰਤ ਨਹੀਂ ਪੈਂਦੀ। ਜੇ ਸਟੇਸ਼ਨ ਸਾਡਾ ਫਿੱਟ ਕੀਤਾ ਹੈ ਹੁੰਦਾ, ਸਾਨੂੰ ਕਿਸੇ ਪਰਟੀਕੂਲਰ ਝੰਡੀ ਤੇ ਕੋਈ ਬੰਦਾ ਲੈ ਕੇ ਖੜਾ ਹੈ, ਉੱਥੋਂ ਲੈ ਕੇ ਸਾਡੇ ਤੱਕ ਕਿੰਨੀ ਡਿਸਟੈਂਸ ਇਹਦੀ ਹੈਗੀ ਹੈ, ਸਾਨੂੰ ਇਹਦੇ ਵਿੱਚ ਬਿਲਕੁਲ ਐਕੂਰੇਟ ਪਤਾ ਚੱਲ ਜਾਂਦਾ ਹੈ। ਹੁਣ ਸਾਡਾ ਕੁਐਸਚਨ ਕੀ ਹੈਗਾ? ਸਾਡਾ ਕੁਐਸਚਨ ਇਹ ਹੈ ਵੀ ਅੱਜ ਦੇ ਸਮੇਂ ਦੇ ਵਿੱਚ ਜਰੀਬ ਨਾਲ ਮਿਣਤੀ ਕਰਦੇ ਸਮੇਂ, ਦੇਖੋ ਜਰੀਬ ਨਾਲ ਮਿਣਤੀ ਕਰਦੇ ਸਮੇਂ ਆਧੁਨਿਕ ਜੰਤਰ, ਟੋਟਲ ਸਟੇਸ਼ਨ, ਮਸ਼ੀਨ, GPS ਵਿਧੀ ਦੀ ਸਹਾਇਤਾ ਨਾਲ ਕੀਤੀ ਪੇਮਾਇਸ਼ ਦੀਆਂ ਵਿਸ਼ੇਸ਼ਤਾਵਾਂ ਅਤੇ ਅੰਤਰ। ਦੇਖੋ ਇਹਨੇ ਡਿਫਰੈਂਸ ਪੁੱਛਿਆ ਸਾਡੇ ਤੋਂ, ਉਹਦੀ ਵਿਸ਼ੇਸ਼ਤਾ ਕੀ ਹੈ ਤੇ ਉਹਦੀ ਵਿਸ਼ੇਸ਼ਤਾ ਕੀ ਹੈ। ਮਤਲਬ ਕਹਿਣ ਦਾ ਭਾਵ ਇਹ ਹੈ ਅਸੀਂ ਦੱਸਾਂਗੇ ਇੱਥੇ ਵੀ ਜਰੀਬ ਨਾਲ ਮਿਣਤੀ ਕਰਨ 'ਚ ਕੀ ਫਰਕ ਪੈਂਦਾ ਹੈ ਤੇ ਹੁਣ ਇਹਦੇ ਨਾਲ ਮਿਣਤੀ ਕਰਨ 'ਚ ਕੀ ਫਰਕ ਪੈਂਦਾ ਹੈ। ਇਹਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕੀਤੀ ਗਈ ਹੈ ਤੇ ਨਾਲ ਡਿਫਰੈਂਸ ਪੁੱਛਿਆ ਗਿਆ ਵੀ ਉਹਦੇ ਨਾਲ ਮੈਨੂਅਲ ਦਾ ਕੀ ਫਰਕ ਹੈ ਤੇ ਇਹਦਾ ਕੀ ਫਰਕ ਹੈਗਾ। ਇਹੀ ਫਰਕ ਜਿਹੜਾ ਤੁਸੀਂ ਦੱਸ ਰਹੇ ਹੋ ਵੀ ਇਹਦੇ ਵਿੱਚ ਜਿਹੜੀ ਹੈਗੀ ਹੈ ਵਿਸ਼ੇਸ਼ਤਾ ਇਹ ਹੈਗੀ ਹੈ ਵੀ ਇਹਦੇ ਵਿੱਚ ਜਿਹੜੀ ਐਕੂਰੇਸੀ ਹੈਗੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ। ਇੰਚਾਂ ਦੇ ਵਿੱਚ ਵੀ ਐਕੂਰੇਸੀ ਆਉਂਦੀ ਹੈ। ਸਾਡੇ ਉਹਦੇ ਵਿੱਚ ਤਾਂ ਜਿਹੜੀਆਂ ਹੈਗੀਆਂ ਕੜੀਆਂ ਕੁੜੀਆਂ ਸਾਨੂੰ ਭੁੱਲਣੀਆਂ ਪੈਂਦੀਆਂ ਨੇ, ਅਸੀਂ ਕਿਹੜੀ ਵੱਧ ਗਈ ਘੱਟ ਗਈ ਅਸੀਂ ਉਹਨੂੰ ਗਿਣਤੀ ਵਿੱਚ ਨਹੀਂ ਲੈਂਦੇ ਹੈਗੇ। ਇੱਥੇ ਜਿਹੜੇ ਇੰਚ ਵੀ ਜਿਹੜੇ ਹੈਗੇ ਨੇ ਉਹ ਗਿਣਤੀ ਵਿੱਚ ਆ ਜਾਂਦੇ ਨੇ, ਠੀਕ ਹੈ ਜੀ। ਬਾਕੀ ਮੈਨੂਅਲ ਮੌਕੇ ਤੇ ਮਿਣਤੀ ਕਰਨ ਦੀ ਲੋੜ ਨਹੀਂ ਪੈਂਦੀ, ਸਾਡਾ ਸਿਸਟਮ ਹੀ ਦੱਸ ਦਿੰਦਾ ਵੀ ਉਹ ਜਿਹੜੀ ਝੰਡੀ ਹੈ ਕਿੰਨੀ ਦੂਰ ਤੇ ਲੱਗੀ ਵੀ ਹੈ। ਤੇ ਜਿਹੜਾ ਏਰੀਆ ਕੱਢਣ ਦਾ ਤਰੀਕਾ ਵੀ ਇਹਦੇ 'ਚ ਸਾਰਾ ਸਿਸਟਮ ਵਧੀਆ ਹੈਗਾ। ਅਸੀਂ ਉੱਥੇ ਮੈਨੂਅਲ ਕਰਨ ਗਿਰ ਕੇ ਏਰੀਆ ਕੱਢਦੇ ਹਾਂ, ਇਹਦੇ ਵਿੱਚ ਸਾਰਾ ਜਿਹੜਾ ਹੈਗਾ ਪੁਆਇੰਟ ਫਿਕਸ ਕਰਕੇ ਜਿਹੜਾ ਹੈਗਾ ਕਿ ਇਹਦਾ ਏਰੀਆ ਬੜਾ ਸੌਖਾ ਨਿਕਲ ਜਾਂਦਾ ਹੈ, ਠੀਕ ਹੈ ਜੀ। ਇਹਦੇ ਬਾਰੇ ਇੱਕ ਵਾਰੀ ਤੁਸੀਂ ਜਿਹੜਾ ਸਿਸਟਮ ਹੈ ਇਹਦੇ ਬਾਰੇ ਕੁਐਸਚਨ ਆਨਸਰ ਕਾਹਦੇ ਤੇ ਪੜ੍ਹ ਸਕਦੇ ਹੋ ਜੇ ਕਿਸੇ ਨੇ ਪੜ੍ਹਨਾ ਹੋਵੇ। ਜਿਹੜਾ ਤਾਂ ਦੇਖੋ ਮਿਣਤੀ ਕੀਤੀ ਹੈ ਉਹ ਤਾਂ ਦੱਸ ਸਕਦੇ ਆ ਕਲੀਅਰ, ਜਿਹਨਾਂ ਨੇ ਨਹੀਂ ਕੀਤੀ ਉਹ ਕਿਵੇਂ ਆਨਸਰ ਨੂੰ ਕਿਵੇਂ ਅਡਾਪਟ ਕਰਨਗੇ। ਤੁਸੀਂ ਲਗਾ ਦਿਓ ਸਰ 2-4 ਪੁਆਇੰਟ ਉਹਨਾਂ ਨੂੰ ਲਿਖ ਲਾਂ ਤੇ ਮੈਨੂੰ ਹਲੇ ਯਾਦ ਕਰਨਾ ਪੈਸੇ ਤਾਂ ਜਵਾਨੀ ਦੇਣਾ ਪੈਣਾ। ਸਾਰਾ ਜਵਾਨੀ ਸਾਰਾ ਕੁਝ ਹੈਗਾ ਜੀ ਇਹ। ਹਾਂਜੀ ਹਾਂਜੀ,
ਉਹ ਸਾਰਾ ਜਾਣਦੇ ਆ, ਪਤਾ ਹੀ ਆ ਇਹ, ਤਾਂ ਹੀ ਕਰਕੇ ਇਹਨੂੰ ਬੁੱਕ ਦੀ ਸਹਾਇਤਾ ਨਹੀਂ ਕਿਸੇ ਦੀ, ਕਿਉਂਕਿ ਰੈਫਰੈਂਸ ਨਹੀਂ ਨਾ ਹੈਗਾ। ਨਾ ਕੋਈ ਰੈਫਰੈਂਸ ਨਹੀਂ ਦੇਣਾ, ਇਹਦੇ ਵਿੱਚ ਕੁਝ ਨਹੀਂ ਦੇਣਾ, ਇਹ ਤਾਂ ਸਾਰਾ ਮੈਨੂਅਲ ਵਰਕ ਹੈ, ਪ੍ਰੈਕਟੀਕਲ ਵਰਕ ਹੈ ਸਾਰਾ ਦਾ ਸਾਰਾ। ਅਸਲੀ ਵਰਕ ਤਾਂ ਇਹੀ ਹੈ ਜੀ। ਤਜਰਬੇ ਦੇ ਆਧਾਰ ਤੇ ਹੀ ਹੈਗਾ ਸਾਰਾ ਕੁਝ। ਹਾਂ ਤੁਸੀਂ ਦੱਸੋ ਆਪਣਾ ਰਤੀ ਜੀ, ਦੱਸੋ ਕਿਹੜੇ ਕਿਹੜੇ ਪੁਆਇੰਟ ਲਿਖਾਓਗੇ? ਹਾਂਜੀ ਮੈਨੂੰ ਬੋਲਦੇ ਸਰ। ਹਾਂ ਦੱਸੋ, ਨੋਟ ਕਰ ਲਵਾਂਗੇ ਪਹਿਲਾਂ ਤਾਂ ਇਹਦਾ ਡਿਫਰੈਂਸ ਇਹੀ ਆ ਸਰ ਤੇ ਉਹਦੇ ਚ ਐਕੂਰੇਸੀ ਆਉਂਦੀ ਹੈ, ਇਹਦੇ ਨਾਲੋਂ ਜ਼ਿਆਦਾ ਆਉਂਦੀ ਹੈ। ਇਹ ਨਹੀਂ ਕਹਿ ਸਕਦੇ ਕਿ ਜਰੀਬ ਦੇ ਨਾਲ ਨਹੀਂ ਆਉਂਦੀ, ਉਹ ਵੀ ਤੇ ਪੂਰਾ ਧਿਆਨ ਨਾਲ ਕੀਤਾ ਜਾਵੇ ਕੰਮ ਐਕੂਰੇਸੀ। ਦੇਖੋ ਹੁਣ ਤੱਕ ਤਾਂ ਜਿਹੜੀਆਂ ਮਿੰਤੀਆਂ ਜਰੀਬ ਨਾਲ ਹੀ ਹੋਈਆਂ ਨੇ ਸਾਰੀਆਂ, ਆਪਾਂ ਨੂੰ ਦੂਸਰੀ ਜਿਹੜੀ ਆ ਸਾਡੀ ਲੇਬਰ ਘੱਟ ਲੱਗਦੀ ਹੈ। ਹਾਂ ਠੀਕ ਹੈ, ਬਿਲਕੁਲ ਸਹੀ ਗੱਲ ਹੈ। ਲੇਬਰ ਘੱਟ ਲੱਗਦੀ ਹੈ, ਸਮੇਂ ਦੀ ਬਚਤ ਹੁੰਦੀ ਹੈ। ਸਮੇਂ ਦੀ ਬਚਤ ਹੁੰਦੀ ਹੈ, ਮੈਨ ਪਾਵਰ ਘੱਟ ਲੱਗਦੀ ਹੈ, ਐਕੂਰੇਸੀ ਦਾ ਫਰਕ ਹੈਗਾ। ਪਰ ਉਹਦੇ ਵਿੱਚ ਸਾਡੀ ਕਿਤੇ ਜਰੀਬ ਚੜ ਗਈ, ਕੁੰਡੀ ਚੜ ਗਈ, ਹੋਰ ਹੋ ਗਈ, ਇਹਦੇ ਵਿੱਚ ਇਹੋ ਜਿਹੀ ਕੋਈ ਸੰਭਾਵਨਾ ਗਲਤੀ ਹੁੰਦੀ ਨਹੀਂ ਰਹਿੰਦੀ, ਹੈ ਨਾ ਜੀ। ਅਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਜਿਹੜੀ ਸਾਡੀ ਜਰੀਬ ਦੀ ਮਿਣਤੀ ਗਲਤ ਹੁੰਦੀ ਹੈ, ਕਿਉਂਕਿ ਹੁਣ ਤੱਕ ਅਸੀਂ ਜਰੀਬਾਂ ਨਾਲ ਸਾਰਾ ਕੁਝ ਕੀਤਾ ਹੈ। ਮਿਲ ਜਾਣ ਸਾਨੂੰ ਤੀਜਾ ਪੱਥਰ ਸਰਵੇ ਪੁਆਇੰਟ ਜੇ ਨਹੀਂ ਵੀ ਮੌਕੇ ਤੇ ਹੈਗਾ ਤਾਂ ਉਹ ਅਸੀਂ ਆਪ ਖੋਜ ਦੇ ਨਾਲ ਚੈੱਕ ਕਰ ਸਕਦੇ, ਕਿਉਂਕਿ ਦੂਰੀ ਰੱਖ ਕੇ ਅਸੀਂ ਉਹ ਪੁਆਇੰਟ ਅਸੀਂ ਕੱਢ ਸਕਦੇ ਵੀ ਇੰਨੀ ਦੂਰੀ ਤੱਕ ਪਹੁੰਚ ਗਿਆ। ਜੇ ਸਹੀ ਵਿਕਰਨ ਵਗੈਰਾ ਸਭ ਕੁਝ ਕਾਇਮ ਹੋ ਸਕਦੇ ਇਹਦੇ ਨਾਲ ਮੌਕੇ। ਠੀਕ ਹੈ ਜੀ, ਵੈਸੇ ਤਾਂ ਤੁਹਾਨੂੰ ਆਪਸ਼ਨ ਹੁੰਦੀ ਹੈ ਪੇਪਰ ਦੇ ਵਿੱਚ, ਤੁਸੀਂ ਉਸ ਕੁਐਸਚਨ ਉਹੀ ਕਰੋ ਜਿਹਦੇ ਤੇ ਤੁਸੀਂ ਕੌਨਫੀਡੈਂਟ ਹੋ ਪੂਰਾ। ਠੀਕ ਹੈ, ਜੇ ਕਦੇ ਕਿਸੇ ਕੁਐਸਚਨ ਤੇ ਤੁਸੀਂ ਕੌਨਫੀਡੈਂਟ ਪੂਰਾ ਨਹੀਂ ਹੁੰਦੇ, ਬੇਸ਼ੱਕ ਉਸ ਪੇਪਰ ਕੁਐਸਚਨ ਨੂੰ ਛੱਡ ਦਿਓ ਜੇ ਤੁਹਾਡੇ ਕੋਲੇ ਆਪਸ਼ਨ ਹੈਗੀ ਤਾਂ। ਹੁਣ ਇਹਦੇ ਵਿੱਚ ਪੇਪਰ 'ਚ ਕੀ ਆਪਸ਼ਨ ਸੀਗੀ? ਦੇਖੋ ਸਾਰੇ ਸਵਾਲ ਕਰਨੇ ਜ਼ਰੂਰੀ ਨੇ, ਇੱਥੇ ਕੋਈ ਆਪਸ਼ਨ ਨਹੀਂ ਦਿੱਤੀ ਗਈ। ਸਾਰੇ ਸਵਾਲ ਕਰਨੇ ਜ਼ਰੂਰੀ ਹਨ। ਹੇਠ ਦਿੱਤੇ ਸਵਾਲਾਂ ਨੂੰ ਲਾਗੂ ਫਾਰਮੂਲਿਆਂ ਨਾਲ ਅਤੇ ਸਟੈਪ ਵਾਈਜ਼ ਹੱਲ ਕੀਤਾ ਜਾਵੇ। ਇਹਦੇ 'ਚ ਕੋਈ ਆਪਸ਼ਨ ਨਹੀਂ, ਤੁਹਾਨੂੰ ਕੋਈ ਪੇਪਰ ਕੁਐਸਚਨ ਮਤਲਬ ਕਿ ਆਪਸ਼ਨ ਨਹੀਂ ਹੈਗੀ ਵੀ ਤੁਸੀਂ ਛੱਡ ਸਕੋ। ਇਸ ਕਰਕੇ ਤੁਹਾਨੂੰ ਇੱਦਾਂ ਦਾ ਜਿਹੜਾ ਕੁਐਸਚਨ ਹੁੰਦਾ ਹੈ ਉਹਨੂੰ ਤੁਸੀਂ ਲਾਸਟ ਵਿੱਚ ਅਟੈਂਪਟ ਕਰੋ, ਜਿਹੜਾ ਤੁਹਾਡੇ ਆਪਦੇ ਐਕਸਪੀਰੀਅੰਸ ਤੋਂ ਬਾਹਰ ਹੋਵੇ। ਠੀਕ ਹੈ ਜੀ, ਇਹਦੇ ਬਾਰੇ 5-7 ਪੁਆਇੰਟ ਤੁਸੀਂ ਲਿਖ ਸਕਦੇ ਹੋ, ਬਸ ਜਿਹੜੇ ਆਹੀ ਨੇ ਆਪਾਂ ਡਿਸਕਸ ਕਰ ਰਹੇ ਹਾਂ। ਸਮੇਂ ਦੀ ਬਚਤ ਹੁੰਦੀ ਹੈ, ਐਕੂਰੇਸੀ ਵੱਧ ਹੋ ਸਕਦੀ ਹੈ, ਜਰੀਬ ਦੇ ਵਿੱਚ ਕੁੰਡੀ ਕਰਨੀ ਚੜ੍ਹਨ ਦੀ ਸੰਭਾਵਨਾ ਬਣੀ ਹੁੰਦੀ ਹੈ। ਠੀਕ ਹੈ ਜੀ, ਜਰੀਬ ਖਿੱਚਣ ਦੇ ਨਾਲ ਘੱਟ ਵੱਧ ਵੀ ਜਾਂਦੀ ਹੈ, ਫਿਰ ਉਸ ਨੂੰ ਦੁਬਾਰਾ ਅਸੀਂ ਚੈੱਕ ਕਰਦੇ ਹਾਂ। ਇੱਥੇ ਚੈੱਕ ਕਰਨ ਦੀ ਕੋਈ ਲੋੜ ਨਹੀਂ ਪੈਂਦੀ ਹੈਗੀ। ਮੈਨ ਪਾਵਰ ਘੱਟ ਲੱਗਦੀ ਹੈ, ਜਿਹੜਾ ਕੰਮ ਹੁੰਦਾ ਹੈ ਉਹ ਜਿਹੜਾ ਦਿਨਾਂ 'ਚ ਕਈ ਵਾਰੀ ਹੁੰਦਾ ਹੈਗਾ, ਕਈ ਵਾਰੀ ਕਿਸੇ ਕੰਮ ਨੂੰ ਕਰਨ ਦੀ ਖਾਤਰ ਕਈ 5-5 6-6 ਦਿਨ ਵੀ ਲੱਗ ਜਾਂਦੇ ਨੇ ਮੈਨੂਅਲ ਤੌਰ ਤੇ। ਇੱਥੇ ਜਿਹੜਾ ਕੰਮ ਹੈਗਾ ਉਹ ਬਹੁਤ ਘੱਟ ਸਮੇਂ ਦੇ ਵਿੱਚ ਹੋ ਜਾਂਦਾ ਹੈ। ਸਰ ਇਹ ਵੀ ਲਿਖ ਸਕਦੇ ਜੀ, ਕੋਈ ਲਾਈਨ ਕਿਸੇ ਲਾਈਨ ਤੇ ਕਿੰਨੇ ਐਂਗਲ ਤੇ ਹੈ ਇਹ ਪਤਾ ਲੱਗ ਜਾਂਦਾ। ਹਾਂ, ਕੋਈ ਲਾਈਨ ਕਿਸੇ ਪੁਆਇੰਟ ਦੀ ਗੱਲ ਤੇ ਜਿੰਨੇ ਵੀ ਮੈਕਸਿਮਮ ਲਿਖ ਦੋ, 10 ਪੁਆਇੰਟ ਲਿਖ ਸਕਦੇ ਹੋ ਤੁਸੀਂ। 10 ਨੰਬਰ ਦਾ ਆਨਸਰ ਹੈ ਕੁਐਸਚਨ ਹੈ ਤੁਹਾਡਾ, 10 ਪੁਆਇੰਟ 10-12 ਪੁਆਇੰਟ ਤੁਸੀਂ ਲਿਖ ਦਿਓ। ਫਿਰ ਨਾਲ ਇਹ ਵੀ ਹੁੰਦਾ ਜਦੋਂ ਤੁਸੀਂ ਡਿਗਰੀ ਹੈ ਤਾਂ ਉਹ ਦੱਸ ਦਿੰਦਾ ਜੀ 90 ਡਿਗਰੀ ਹੈ, ਜੇ ਨੀਚੇ ਥੋੜਾ ਬਹੁਤ ਅੱਗੇ ਪਿੱਛੇ ਹੋ ਸਕਦਾ। ਬਿਲਕੁਲ ਠੀਕ ਹੈ। ਹਾਂਜੀ, ਤੇ ਨਾਲ ਜਦੋਂ ਅਸੀਂ ਇਹਦੀ ਵਿੱਚ ਹੀ ਲਿਖ ਦਿਓ ਤੁਸੀਂ, ਜਿੰਨਾ ਕੁ ਪ੍ਰੈਕਟੀਕਲ ਹੁੰਦਾ ਵੀ ਜਦੋਂ ਅਸੀਂ ਇਹਦੇ ਨਾਲ ਮਿਣਤੀ ਕਰਦੇ ਹਾਂ ਤਾਂ ਜਿਹੜੀ ਰਿਪੋਰਟ ਹੁੰਦੀ ਹੈ ਉਹਨੂੰ ਇਸ ਰਿਪੋਰਟ ਨੂੰ ਪਟਵਾਰੀ ਹਲਕਾ ਕਾਨੂੰਗੋਵਾਲ ਰੈਵਨਿਊ ਅਧਿਕਾਰੀ ਵੱਲੋਂ ਵੀ ਜਿਹੜਾ ਤਸਦੀਕ ਕੀਤਾ ਜਾਂਦਾ ਹੈਗਾ। ਨੈਕਸਟ ਹੈ ਜੀ ਕੁਐਸਚਨ ਨੰਬਰ 10, ਫੀਲਡ ਬੁੱਕ ਕੀ ਹੁੰਦੀ ਹੈ? ਦੇਖੋ ਜੀ, ਜਦੋਂ ਫੀਲਡ ਬੁੱਕ ਤੁਸੀਂ ਬਣਾਓਗੇ, ਫੀਲਡ ਬੁੱਕ ਕੀ ਹੁੰਦੀ ਹੈ? ਕਿਸੇ ਖੇਤ ਦਾ ਰਕਬਾ ਜਿਹੜਾ ਕੱਢਿਆ ਜਾਂਦਾ ਉਹਦੀਆਂ ਸਾਈਡਾਂ ਦਰਸਾਈਆਂ ਜਾਂਦੀਆਂ ਨੇ। ਠੀਕ ਹੈ, ਕਿਸੇ ਖੇਤ ਦਾ ਰਕਬਾ ਕੱਢਣ ਦੀ ਖਾਤਰ ਉਹਦੀਆਂ ਸਾਰੀਆਂ ਸਾਈਡਾਂ ਨੂੰ ਦਰਸਾਇਆ ਜਾਂਦਾ ਹੈ ਫੀਲਡ ਬੁੱਕ ਦੇ ਵਿੱਚ। ਇੱਥੇ ਤੁਸੀਂ ਫੀਲਡ ਬੁੱਕ ਨੂੰ ਤੁਸੀਂ ਉਹਦੀ ਉਹ ਬਣਾਓਗੇ, ਕਾਲਮ ਬਣਾਓਗੇ ਫੀਲਡ ਬੁੱਕ ਦੇ। ਠੀਕ ਹੈ ਜੀ, ਨੰਬਰ ਖਸਰਾ ਤੇ ਉਹਦਾ ਹੈਗਾ ਚੜ੍ਹਦਾ ਪਾਸਾ ਕਿੰਨਾ ਹੈ, ਛਿਪਦਾ ਪਾਸਾ ਕਿੰਨਾ ਹੈ, ਟੱਕਰ ਕਿੰਨਾ ਹੈ, ਫਾੜ ਕਿੰਨਾ ਹੈ, ਤੇ ਉਹ ਲਿਖ ਕੇ ਫਿਰ ਉਹਦੀ ਕੈਲਕੂਲੇਸ਼ਨ ਕਰਕੇ ਦਿਖਾਓਗੇ ਤੇ ਇਹ ਫੀਲਡ ਬੁੱਕ ਬਣ ਜਾਏਗੀ। 5 ਨੰਬਰ ਦਾ ਕੁਐਸਚਨ ਹੈਗਾ, ਪੂਰੀ ਡਿਟੇਲ ਬਣਾ ਦੇਣੀ ਹੈ ਜੀ ਫੀਲਡ ਬੁੱਕ ਦੀ, ਪੂਰੀ ਉਹ ਬਣਾਉਣੀ ਹੈਗੀ ਤੁਸੀਂ, ਪਰਫਾਰਮਾ ਬਣਾ ਕੇ ਦੱਸਣਾ ਸਾਰਾ ਕੁਝ। ਤੇ ਬੇਸ਼ੱਕ ਤੁਸੀਂ ਉੱਥੇ ਕਿਸੇ ਨੰਬਰ ਖਸਰਾ ਦਾ ਰਕਬਾ ਕੱਢ ਕੇ ਦਿਖਾ ਸਕਦੇ ਹੋ ਫੀਲਡ ਬੁੱਕ ਦੇ ਵਿੱਚ। ਨੈਕਸਟ ਅੱਗੇ ਆੜਾ ਕੁਐਸਚਨ ਹੈਗਾ, ਮਰਬਾ ਨੰਬਰ 25 ਦਾ ਚਿੱਤਰ ਬਣਾਓ। ਮਰਬਾ ਨੰਬਰ 25 ਦਾ ਚਿੱਤਰ ਬਣਾਓ ਅਤੇ ਇਸ ਵਿੱਚ ਖਸਰਾ ਨੰਬਰ ਭਰੋ। ਠੀਕ ਹੈ, 1 ਤੋਂ ਲੈ ਕੇ 5, ਫਿਰ 6 ਤੋਂ ਲੈ ਕੇ 10, 11 ਤੋਂ 25, 11 ਤੋਂ 15, 16 ਤੋਂ 25, 16 ਤੋਂ 20, 21 ਤੋਂ 25। ਮਰਬਾ ਨੰਬਰ 25 ਦਾ ਚਿੱਤਰ ਬਣਾਓ ਤੇ ਇਸ ਵਿੱਚ ਖਸਰਾ ਨੰਬਰ ਭਰੋ ਅਤੇ ਇੱਕ ਖਸਰਾ ਨੰਬਰ ਦੇ ਵਿੱਚ ਖੂਹ ਦਾ ਤੌੜ ਅਤੇ ਇੱਕ ਵਿੱਚ ਗੁਰਦੁਆਰਾ ਸਾਹਿਬ ਦਿਖਾਓ। ਬਣਾ ਕੇ ਦਿਖਾ ਸਕਦੇ ਹੋ ਜੀ, ਤੁਹਾਨੂੰ ਪ੍ਰੈਕਟੀਕਲੀ ਬਣਾ ਲਈ ਕਿਹਾ ਗਿਆ, ਮਰਬਾ ਬਣਾ ਲਈ ਕਿਹਾ ਗਿਆ। 25 ਮਰਬਾ ਬਣਾ ਲਈ ਕਿਹਾ ਗਿਆ ਤੇ 25 ਨੰਬਰ ਖਸਰਾ ਬਣਾ ਦੋਗੇ। 25 ਨੰਬਰ ਖਸਰਾ ਬਣਾ ਕੇ ਫਿਰ 26 ਤੇ 1 27 2 ਨੰਬਰ ਖਸਰਾ ਹੋਰ ਬਣਾਓਗੇ।
ਉਹ ਕਿਹੜੇ ਇੱਕ ਖੂਹ ਦਾ ਤੌੜ ਬਣਾ ਦੋਗੇ ਕਿਤੇ, ਠੀਕ ਹੈ ਜੀ। 5 ਕਰਮਾਂ ਬਣਾ ਦਿਓ। ਹਾਂਜੀ ਸਰ ਪੈਮਾਨਾ ਲਿਜਾਣ ਦੀ ਇਜਾਜ਼ਤ ਹੁੰਦੀ ਜੀ? ਪੈਮਾਨਾ ਲਿਆਓ ਜੀ, ਪੂਰਾ ਬਿਲਕੁਲ ਪੈਮਾਨਾ ਤਾਂ ਜ਼ਰੂਰੀ ਇਹਦੇ ਵਿੱਚ ਲੈ ਕੇ ਜਾਣਾ। ਸਰ ਇਹ ਬਹਾਨੇ ਨਾਲ ਬਣਾਉਣਾ ਜੀ? ਹਾਂਜੀ ਇਹ ਬਹਾਨੇ ਨਾਲ ਬਣਾਉਣਾ ਜੀ? ਕੀ ਕਹਿ ਰਹੇ ਹੋ? ਇਹ ਬਹਾਨੇ ਨਾਲ ਬਣਾਉਣਾ ਜੀ? ਆਵਾਜ਼ ਨਹੀਂ ਸਮਝ ਆ ਰਹੀ, ਕੀ ਕਹਿ ਰਹੇ ਹੋ? ਸਰ ਇਹ ਮਰਬਾ ਬਹਾਨੇ ਨਾਲ ਬਣਾਉਣਾ ਮਿਲ ਕੇ ਜੀ? ਹਾਂ ਪੈਮਾਨਾ ਬਣਾ ਦਿਓ, ਹੋਰ ਕਿਵੇਂ ਬਣਾਓਗੇ? ਹੱਥ ਨਾਲ ਤਾਂ ਬਣਾਓਗੇ, ਗਲਤ ਮਲਤ ਹੋ ਜਾਏਗਾ। ਪੈਮਾਨਾ ਲੈ ਕੇ ਪੈਮਾਨੇ ਨਾਲ ਫਟਾਫਟ ਮਰਬਾ ਬਣਾ ਦਿਓ। ਠੀਕ ਹੈ ਜੀ। ਤੇ 25 ਮਰਬਾ ਬਣਾਉਣ ਲਈ ਕਿਹਾ ਇਸ ਨੇ, ਉਹਦੇ ਵਿੱਚ ਕਹਾ 2 ਨੰਬਰ ਖਾਸਾ ਹੋਰ ਬਣਾਉਣ ਲਈ ਕਿਹਾ ਕਿ ਖੂਹ ਬਣਾ ਦਿਓ, ਤੌੜ ਉਹਦੀ ਸਾਈਜ਼ ਨਹੀਂ ਪੁੱਛਣ, ਜਿਹੜੇ ਮਰਜ਼ੀ ਸਾਈਜ਼ ਦਾ ਬਣਾ ਦਿਓ, ਖੂਹ ਦਾ ਤੌੜ ਬਣਾ ਦਿਓ, ਇੱਕ ਗੁਰਦੁਆਰਾ ਸਾਹਿਬ ਦਿਖਾ ਦਿਓ ਕਿਤੇ। ਉਹਨੂੰ ਇਸੇ ਨੰਬਰ ਦੇਣੇ ਦੀ ਗੱਲ ਕੀਤੀ ਹੈ, ਦੱਸਿਆ ਨਹੀਂ ਗਿਆ ਤੁਹਾਨੂੰ, ਪਰ ਦੱਸਣਾ ਤੁਸੀਂ ਆ। ਹੁਣ ਖੂਹ ਨੂੰ ਨੰਬਰ 26 ਦੇਣਾ ਤੇ ਗੁਰਦੁਆਰਾ ਸਾਹਿਬ ਨੂੰ ਨੰਬਰ 27 ਦੇ ਦਿਓ, ਠੀਕ ਹੈ। ਇਹੀ ਤੁਹਾਡੇ ਤੋਂ ਚੈੱਕ ਕਰਨ ਵਾਲੇ ਨੇ ਵੀ ਇਹਨੂੰ ਬਣਾਉਣਾ ਆਉਂਦਾ ਜਾਂ ਨਹੀਂ ਬਣਾਉਣਾ ਆਉਂਦਾ। ਉੱਪਰੋਂ ਤੁਸੀਂ ਇਹਦੇ ਚ 25 ਕਿੱਲੇ ਬਣਾਉਣੇ ਆ। ਦੇਖੋ ਮੈਂ ਇੱਕ ਵਾਰੀ, ਕਈ ਬੰਦੇ ਨੂੰ ਨਹੀਂ ਪਤਾ ਹੈਗਾ, ਸਾਡੇ ਵਿੱਚ ਬੈਠੇ ਹੈਗੇ, 25 ਕਿੱਲਾ ਮਰਬਾ ਬਣਾਉਣਾ ਹੈ। ਉੱਪਰਲੇ ਪਾਸੇ ਲਾਈਨ ਮਾਰਨੀ ਹੈ। ਮੰਨ ਲਓ ਤੁਸੀਂ 40 50 200 ਲਾਈਨ 200 ਕਰਨ ਦੀ ਲਾਈਨ ਬਣਾ ਲਓ ਉੱਪਰਲੇ ਪਾਸੇ, ਠੀਕ ਹੈ। ਉੱਪਰਲੀ ਲਾਈਨ ਵੀ 200 ਕਰਨ ਦੀ, ਥੱਲੜੀ ਲਾਈਨ ਵੀ 200 ਕਰਨ ਦੀ। ਜਿਹੜੀਆਂ ਸਾਈਡਾਂ ਵਾਲੀਆਂ ਲਾਈਨਾਂ ਹੋਣਗੀਆਂ ਉਹ 36 5 180 ਏਦਾਂ ਕਰ ਲਓ, 180 ਕਰਨ ਦੀ ਲਾਈਨਾਂ ਬਣਾ ਲਓ। 180/200 ਦਾ ਮਰਬਾ ਬਣ ਜਾਏਗਾ ਤੁਹਾਡਾ ਜੀ, 180 ਕਰਮ ਬਾਈ 200 ਕਰਮ ਦਾ, ਠੀਕ ਹੈ। ਫਿਰ ਇਹਨੂੰ 5 ਕਿੱਲਿਆਂ 'ਚ ਵੰਡਿਆ ਜਾਊਗਾ। 40 ਕਰਮ ਦੀਆਂ 5 ਪੁਆਇੰਟ ਬਣ ਗਏ। ਜਿਹੜੀ ਤੁਹਾਡੀ 200 ਕਰਮ ਦੀ ਲਾਈਨ ਹੈ ਉਹਦੇ ਉੱਪਰ 40 ਕਰਮ ਦੇ ਜਿਹੜੇ ਹੈਗੇ 5 ਪੁਆਇੰਟ ਬਣ ਗਏ। ਜਿਹੜੀ ਤੁਹਾਡੀ 180 ਕਰਮ ਦੀ ਲਾਈਨ ਹੈਗੀ ਆ ਉਹਦੇ 36 ਕਰਮ ਦੇ 5 ਪੁਆਇੰਟ ਬਣ ਗਏ, ਠੀਕ ਹੈ ਜੀ। ਸਾਰੇ ਪੁਆਇੰਟ ਨੂੰ ਆਪਸ 'ਚ ਮਿਲਾ ਦੋਗੇ ਤਾਂ ਇਹ ਤੁਹਾਡੇ ਵਿੱਚ ਇਹਦੇ ਜਿਹੜਾ ਮਰਬਾ ਹੈਗਾ ਇਹਦੇ 'ਚ 25 ਕਿੱਲੇ ਬਣ ਜਾਣਗੇ, ਠੀਕ ਹੈ ਜੀ। 25 ਕਿੱਲੇ ਬਣ ਗਏ। ਉੱਪਰੋਂ ਨੰਬਰਿੰਗ ਸਟਾਰਟ ਕਰੋਗੇ ਨੰਬਰ 1 ਤੋਂ, ਲੈਫਟ ਕਾਰਨਰ ਤੋਂ ਨੰਬਰਿੰਗ ਸਟਾਰਟ ਕਰੋਗੇ, 1 ਤੋਂ ਲੈ ਕੇ 5 ਨੰਬਰ ਤੱਕ ਲਿਖੋਗੇ, ਠੀਕ ਹੈ। ਰਾਈਟ ਵੱਲ ਜਾਓਗੇ, ਲੈਫਟ ਤੋਂ ਰਾਈਟ 1 ਤੋਂ 5 ਲਿਖੋਗੇ, ਫਿਰ 5 ਥੱਲੇ 6 ਆ ਜਾਏਗਾ। ਦੇਖ ਲਿਆ ਬੁੱਕ 'ਚ ਗ੍ਰੀਨ 'ਚ ਬਣਾ ਕੇ ਦਿਖਾਇਆ ਗਿਆ, ਤੁਸੀਂ ਦੇਖ ਵੀ ਲਿਓ ਜੀ, ਕਿਸੇ ਪੁਆਇੰਟ ਤੇ ਕਿਸੇ ਪੇਜ ਤੇ ਹੈਗਾ ਮਰਬਾ ਬਣਾ ਕੇ ਦਿਖਾਇਆ ਗਿਆ। ਫਿਰ ਥੱਲੇ 5 ਤੋਂ ਥੱਲੇ 6 ਆ ਜਾਏਗਾ। 6 ਤੋਂ ਲੈ ਕੇ ਫਿਰ ਤੁਸੀਂ ਲੈਫਟ ਵੱਲ ਜਾਓਗੇ 10 ਆ ਜਾਊਗਾ, ਐਂਡ ਤੱਕ 6 7 8 9 10 ਦੇ ਥੱਲੇ ਫਿਰ 11 ਆ ਜਾਏਗਾ। 11 ਤੋਂ ਲੈ ਕੇ ਸਟਾਰਟ ਕਰੋਗੇ, ਰਾਈਟ ਵੱਲ ਜਾਓਗੇ 11 12 13 14 15 ਤੇ ਪਹੁੰਚ ਗਏ, ਫਿਰ ਥੱਲੇ ਉਤਰ ਜਾਓਗੇ 16 ਆ ਜਾਏਗਾ। 16 ਤੋਂ ਫਿਰ ਲੈਫਟ ਵੱਲ ਜਾਓਗੇ 16 17 18 19 20 ਤੋਂ ਫਿਰ ਥੱਲੇ ਉਤਰੋਗੇ 21 ਆ ਜਾਏਗਾ। 21 ਤੋਂ ਲੈ ਕੇ ਰਾਈਟ ਵੱਲ ਜਾਓਗੇ 21 22 23 24 25 ਇਦਾਂ ਤੁਹਾਡੇ 25 ਨੰਬਰ ਬਣ ਜਾਣਗੇ, ਠੀਕ ਹੈ। ਫਿਰ ਕਿਸੇ ਇੱਕ ਨੰਬਰ ਖਸਰਾ ਦੇ ਵਿੱਚ ਨੰਬਰ ਖਸਰਾ 12 ਚ ਬਣਾ ਦਿਓ, ਤੁਸੀਂ ਖੂਹ ਬਣਾ ਦਿਓ, ਚਾਹੇ ਖੂਹ ਬਣਾ ਦਿਓ ਕਿਸੇ ਇੱਕ ਕਾਰਨਰ ਦੇ ਵਿੱਚ ਕਿਸੇ 'ਚ, ਠੀਕ ਹੈ। ਇਦਾਂ ਹੀ ਫਿਰ ਕਿਸੇ ਨਾਲ ਲੱਗਦੇ ਨੰਬਰ ਜੇ ਉੱਪਰਲੇ ਪਾਸੇ ਕਿਸੇ ਨੰਬਰ ਦੇ ਵਿੱਚ ਤੁਸੀਂ ਜਿਹੜਾ ਗੁਰਦੁਆਰਾ ਸਾਹਿਬ ਦਿਖਾ ਦਿਓ, ਉਹ ਤੁਸੀਂ ਦਿਖਾ ਦਿਓ। ਜੇ 10/10 ਕਰਨ ਦਾ ਦਿਖਾ ਦਿਓ, 5/5 ਕਰਨ ਦਾ ਦਿਖਾ ਦਿਓ, ਜੇ 10/10 ਕਰਨ ਦਾ ਦਿਖਾ ਦਿਓ, ਪਰ ਉਹਨੂੰ ਨੰਬਰਿੰਗ ਜ਼ਰੂਰ ਦੇਣੀ ਹੈ। ਉਹਨੂੰ ਦੇ ਦਿਓ ਨੰਬਰ 26 ਦੇ ਦਿਓ, ਗੁਰਦੁਆਰਾ ਸਾਹਿਬ ਨੂੰ ਨੰਬਰ 27 ਦੇ ਦਿਓ, ਠੀਕ ਹੈ ਜੀ। ਇੱਦਾਂ ਤੁਹਾਡਾ ਜਿਹੜਾ ਇਹ ਮਰਬਾ ਬਣ ਜਾਏਗਾ। ਪੈਮਾਨੇ ਦੀ ਸਹਾਇਤਾ ਨਾਲ ਬਣਾਉਣਾ ਜੀ। ਪੈਮਾਨਾ ਪੈਨਸਲ ਵਗੈਰਾ ਨਾਲ ਲੈ ਕੇ ਜਾਣੇ ਨੇ, ਪੈਮਾਨਾ ਪੈਨਸਲ ਰਬੜ ਬਣਾਓ। ਤੁਸੀਂ ਇਸ ਨੂੰ ਪੈਨ ਨਾਲ ਨਾ ਬਣਾਓ, ਇਸ ਨੂੰ ਬਣਾਓ ਪੈਨਸਲ ਦੇ ਨਾਲ। ਨੈਕਸਟ ਆਪਾਂ ਕੁਐਸਚਨ ਪੇਪਰ ਕਰਾਂਗੇ ਜੀ। 2019 ਦੇ ਵਿੱਚ ਆਇਆ ਸੀਗਾ, ਫਰਵਰੀ 2019 ਚ ਪੇਪਰ ਹੋਇਆ ਸੀ ਤੁਹਾਡਾ। ਇਹ 'ਚ ਵੀ ਸਮਾਂ 3 ਘੰਟੇ ਸੀ, ਕੋਲਨ 100 ਸੀ। ਸਾਰੇ ਸਵਾਲ ਕਰਨੇ ਜ਼ਰੂਰੀ ਹਨ। ਵੈਸੇ ਆਪਸ਼ਨ ਦੇਣੀ ਚਾਹੀਦੀ ਕਦੇ ਵੀ ਕੁਐਸਚਨ ਦੀ, ਨਹੀਂ ਦਿੱਤੀ ਕੀ ਗੱਲ ਵੱਖਰੀ ਹੈ। ਜਿਹੜਾ ਪਹਿਲਾ ਕੁਐਸਚਨ ਹੈਗਾ ਇਹ ਹੈਗਾ ਬੇਸਡ ਔਨ ਮੈਥ ਦੇ ਸੰਬੰਧਿਤ ਹੈ ਸ਼ਾਇਦ। नब्बे सेंटीमीटर लंबाई वाली एक इन्हों नहीं समझ लगे की है, हाथ ਨਾਲ लिखा हुआ क्वेश्चन पेपर है, ਇਹਨੂੰ ਛੱਡ ਦਿੰਦੇ ਜੀ। ਇੱਕ ਪੌੜੀ ਕਿਸੇ ਦੀਵਾਰ ਦੇ ਨਾਲ ਇਸ ਤਰ੍ਹਾਂ ਟਿਕੀ ਹੋਈ ਹੈ ਕਿ ਇਸ ਦਾ ਹੇਠਲਾ ਸਿਰਾ ਕੰਧ ਦੀਵਾਰ ਤੋਂ
2.5 ਮੀਟਰ ਦੀ ਦੂਰੀ ਤੇ ਹੈ। ਕਿਸੇ ਦੀਵਾਰ ਨਾਲ ਪੌੜੀ ਖੜੀ ਕੀਤੀ ਵੀ ਹੈ ਜੀ, ਜਿਹੜਾ ਪੌੜੀ ਦਾ ਨਿਚਲਾ ਪਾਸਾ ਹੈਗਾ ਉਹ ਦੀਵਾਰ ਤੋਂ ਯਾਨੀ ਕਿ ਕੰਧ ਤੋਂ 2.5 ਮੀਟਰ ਦੀ ਦੂਰੀ ਤੇ ਹੈ ਅਤੇ ਇਸ ਦਾ ਉੱਪਰਲਾ ਸਿਰਾ ਜ਼ਮੀਨ ਤੋਂ 6 ਮੀਟਰ ਦੀ ਉਚਾਈ ਤੇ ਬਣਿਆ ਹੋਇਆ ਹੈ। 6 ਮੀਟਰ ਦੀ ਉਚਾਈ ਤੇ ਬਣੀ ਇੱਕ ਖਿੜਕੀ ਤੱਕ ਪਹੁੰਚਦਾ ਹੈ। ਪੌੜੀ ਦੀ ਲੰਬਾਈ ਪਤਾ ਕਰੋ। ਦੇਖੋ ਵੈਰੀ ਸਿੰਪਲ ਹੈ ਜੀ, ਪਹਿਲਾਂ ਤੁਸੀਂ ਇਹਨੂੰ ਡਰਾਇੰਗ ਬਣਾ ਲਓਗੇ ਪੇਪਰ ਤੇ ਡਰਾਇੰਗ ਬਣਾ ਕੇ ਇੱਕ ਲੰਮੀ ਮਤਲਬ ਕਿ ਦੀਵਾਰ ਦੀ ਥਾਂ ਤੇ ਲੰਬ ਗੇਰ ਲਓਗੇ ਤੇ ਥੱਲੇ ਇੱਕ ਆਧਾਰ ਬਣਾ ਲਓਗੇ। ਇੱਥੇ ਆਧਾਰ ਦੀ ਜਿਹੜੀ ਲੰਬਾਈ ਦੱਸੀ ਗਈ ਹੈ ਇਸਨੇ 2.5 ਦੱਸੀ ਗਈ ਹੈ। ਇੱਥੋਂ ਪੌੜੀ ਜਿੱਥੇ ਤੱਕ ਪੌੜੀ ਦਾ ਨਿਚਲਾ ਪਾਸਾ ਆਉਂਦਾ ਹੈ 2.5 ਮੀਟਰ ਦੀ ਦੂਰੀ ਤੇ ਦੱਸੀ ਹੈ ਦੀਵਾਰ ਤੋਂ। ਇਹ ਤੁਹਾਡਾ ਆਧਾਰ ਮਤਲਬ ਇਹਦੇ ਵਿੱਚ ਹੋ ਗਿਆ 2.5 ਤੇ ਲੰਬ ਹੋ ਗਿਆ ਤੁਹਾਡਾ 6 ਮੀਟਰ। ਠੀਕ ਹੈ ਜੀ। ਕਰਨ ਪੁੱਛਿਆ ਗਿਆ, ਇਸਨੇ ਪੁੱਛਿਆ ਦੀਵਾਰ, ਇਹਨੇ ਪੁੱਛਿਆ ਤੁਹਾਡੀ ਪੌੜੀ ਦੀ ਲੰਬਾਈ ਕਿੰਨੀ ਹੈ, ਮਤਲਬ ਕਰਨ ਦੀ ਲੰਬਾਈ ਕਿੰਨੀ ਹੈ, ਇਹ ਕਹਿ ਰਹੀ ਹੈ। ਠੀਕ ਹੈ ਜੀ। ਕਰਨ ਬਰਾਬਰ ਹੈ ਆਧਾਰ ਦਾ ਸਕੁਅਰ ਪਲਸ ਲੰਬ ਦਾ ਸਕੁਅਰ ਉਹਦਾ ਅੰਡਰ ਰੂਟ। 6 ਦਾ ਕਰਨ ਬਰਾਬਰ ਹੈ 6 ਦਾ ਸਕੁਅਰ ਪਲਸ 2.5 ਦਾ ਸਕੁਅਰ ਉਹਦਾ ਅੰਡਰ ਰੂਟ ਕੱਢ ਕੇ ਇਹਨੂੰ ਆਪਾਂ ਕੈਲਕੂਲੇਟ ਕਰ ਲਾਂਗੇ। ਇਹਦੇ ਨਾਲ ਤੁਹਾਡੀ ਕੀ ਹੋਏਗੀ, ਪੌੜੀ ਦੀ ਲੰਬਾਈ ਆ ਜਾਏਗੀ। ਮਤਲਬ ਕਰਨ ਦੱਸਣਾ ਜੀ ਆਪਾਂ ਨੇ, ਸਿੰਪਲ ਜੀ ਗੱਲ ਹੈਗੀ ਹੈ। ਜਦੋਂ ਅਸੀਂ ਕਰਨ ਦਾ ਫਾਰਮੂਲਾ ਲਗਾਉਂਦੇ ਹੁੰਦੇ ਹਾਂ, ਕਰਨ ਕਿਵੇਂ ਹੁੰਦਾ, ਆਧਾਰ ਦਾ ਸਕੁਅਰ ਕਰ ਦਿੰਦੇ ਆ, ਲੰਬ ਦਾ ਸਕੁਅਰ ਕਰ ਦਿੰਦੇ ਆ, ਉਹਦਾ ਅੰਡਰ ਰੂਟ ਕੱਢ ਦਿੰਦੇ, ਕਰਨ ਆ ਜਾਂਦਾ ਜੀ। 6.5 ਹੈ 6.5 ਦੇਖੋ ਕੈਲਕੂਲੇਸ਼ਨ ਕਰਕੇ ਕਿੰਨਾ ਬਣਦਾ ਜੀ। 6 ਦਾ ਸਕੁਅਰ 36 ਹੋ ਗਿਆ, 2.5 ਦਾ ਸਕੁਅਰ ਕਿੰਨਾ ਬਣੇਗਾ, ਢਾਈ ਦਾ ਸਕੁਅਰ ਕਰੋ ਹੈ ਜੀ 6.5 ਬਣ ਗਈ। ਠੀਕ ਹੈ। ਨੈਕਸਟ ਹੈ ਜੀ, ਇਹ ਕੁਐਸਚਨ ਆ ਗਿਆ, ਇਹ ਤਾਂ ਤੁਹਾਡਾ ਜਬਰੀ ਵੇਸਟ ਆ ਗਿਆ। ਮੈਥ ਨੂੰ ਆਪਾਂ ਕੁਐਸਚਨ ਹੈ ਜੀ, ਉਸ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ ਜਿਸ ਦੀਆਂ ਦੋ ਭੁਜਾਵਾਂ 18 ਸੈਂਟੀਮੀਟਰ ਅਤੇ 14 ਸੈਂਟੀਮੀਟਰ ਹਨ, ਜਿਸ ਦਾ ਪਰਿਮਾਪ 42 ਸੈਂਟੀਮੀਟਰ ਹੈ। ਉਸ ਤ੍ਰਿਭੁਜ ਦਾ ਖੇਤਰਫਲ ਪਤਾ ਕਰੋ ਜਿਸ ਦੀਆਂ ਦੋ ਭੁਜਾਵਾਂ 18 ਸੈਂਟੀਮੀਟਰ ਅਤੇ 14 ਸੈਂਟੀਮੀਟਰ ਹਨ ਅਤੇ ਜਿਸ ਦਾ ਪਰਿਮਾਪ 14 ਸੈਂਟੀਮੀਟਰ ਹੈ। ਪਰਿਮਾਪ ਦੱਸੋ ਜੀ ਕੀ ਹੁੰਦਾ ਹੈ। ਘੇਰਾ ਹਾਂ ਦੇਖੋ ਤੁਹਾਨੂੰ ਇਹਨੇ ਦੋ ਸਾਈਡਾਂ ਦੱਸਦੀ ਹੈ ਕਿ 14 ਦੱਸਤੀ ਕਿ 18 ਦੱਸਤੀ ਤੇ ਪਰਿਮਾਪ ਦੱਸਤਾ, ਮਤਲਬ ਤੀਜੀ ਜਿਹੜੀ ਸਾਈਜ਼ ਹੈਗੀ ਭੁਜਾ ਹੈਗੀ ਹੈ ਉਹ ਤੁਸੀਂ ਦੋਹਾਂ ਦਾ ਜੋੜ ਕੱਢ ਕੇ ਇਹ ਚੋਂ ਕਢਾ ਲਓਗੇ। 18 ਤੇ 14 32, 42 ਚੋਂ 32 ਕੱਢ ਲਓ 10, ਮਤਲਬ ਤੀਜੀ ਭੁਜਾ ਹੈਗੀ 10 ਆ ਗਈ। ਠੀਕ ਹੈ ਜੀ। ਹੁਣ ਇਹਦਾ ਖੇਤਰਫਲ ਕੱਢਣਾ ਹੈ। ਤ੍ਰਿਭੁਜ ਇੱਕ ਤ੍ਰਿਕੋਣ ਹੋ ਗਈ ਜਿਹਦਾ ਹੈਗਾ ਖੇਤਰਫਲ ਤੁਸੀਂ ਕੱਢਣਾ, ਕਿਵੇਂ ਕੱਢੋਗੇ ਦੱਸੋ ਜੀ, ਕਿਵੇਂ ਖੇਤਰਫਲ ਕੱਢਣਾ ਹੈ ਜੀ। ਹੀਰੋ ਫਾਰਮੂਲਾ ਲਗਾ ਦੂੰਗਾ S ਵਾਲਾ, ਤਿੰਨੇ ਭੁਜਾਵਾਂ ਦਾ ਜੋੜ ਬਟੇ 2 = S ਆ ਜਾਂਦਾ ਹੈ। ਠੀਕ ਹੈ ਜੀ। ਹੀਰੋ ਫਾਰਮੂਲਾ ਇਹ ਬੁੱਕ ਦੇ ਵਿੱਚ ਵੀ ਜੇ ਕਿਸੇ ਨੇ ਨਹੀਂ ਪਤਾ ਤਾਂ ਪੜ੍ਹ ਸਕਦਾ, ਇਹਦੇ 'ਚ ਲਿਖਿਆ ਹੋਇਆ ਹੈਗਾ, ਇਹਦੇ 'ਚ ਵੀ ਦਰਜ ਹੈਗਾ। ਕਿਸੇ ਪੁਆਇੰਟ ਪੇਜ ਤੇ ਹੈ, ਦੱਸ ਦਿਓ ਜੀ ਕਿਸ ਨੂੰ ਪਤਾ ਕਿਹੜੇ ਪੇਜ ਤੇ ਹੈਗਾ, ਤੇ ਇਸ ਨੂੰ ਦੇਖ ਕੇ ਤੁਸੀਂ ਤ੍ਰਿਭੁਜ ਦਾ ਖੇਤਰਫਲ ਕੱਢ ਸਕਦੇ ਹੋ ਹੀਰੋ ਫਾਰਮੂਲੇ ਰਾਹੀਂ। ਠੀਕ ਹੈ ਜੀ। ਮਤਲਬ ਜੀ ਅਸੀਂ ਇਹਦੇ 'ਚ ਅਸੀਂ ਐਸ ਇੱਕ ਫਿਕਸ ਪੁਆਇੰਟ ਮੰਨ ਲੈਂਦੇ ਹਾਂ ਵੀ S ਦਾ ਜਿਹੜੀ ਵੈਲਿਊ ਕੱਢ ਲੈਣੀ ਕਿੰਨੀ ਹੁੰਦੀ ਹੈ
S into S into ਮਿੰਟਸ ਪਹਿਲੀ ਭੁਜਾ, S into ਮਿੰਟਸ ਦੂਜੀ ਭੁਜਾ, ਫਿਰ ਤੀਜੀ ਭੁਜਾ ਕਰਕੇ ਇਹਦਾ ਏਰੀਆ ਨਿਕਲ ਜਾਂਦਾ ਹੈਗਾ ਜੀ। ਬੜਾ ਸੌਖਾ ਜਿਹਾ, ਕੋਈ ਜ਼ਿਆਦਾ ਲੰਮਾ ਚੌੜਾ ਨਹੀਂ ਹੈਗਾ। ਮੰਨ ਲਓ ਤਿੰਨੇ ਭੁਜਾਵਾਂ ਹੈਗੀਆਂ ਜੀ, A B ਤੇ C ਹੈਗੀ ਹੈ 12 ਗੁਣਾ ਆਪਣੇ ਕੋਲ ਦਿੱਤੀਆਂ ਵੀਆਂ ਨੇ, ਤਿੰਨੇ ਭੁਜਾਵਾਂ ਦਿੱਤੀਆਂ ਨੇ। S ਬਰਾਬਰ ਹੈ A ਪਹਿਲੀ ਭੁਜਾ, ਦੂਜੀ ਭੁਜਾ, ਤੀਜੀ ਭੁਜਾ ਜੋੜ ਬਟੇ 2, ਠੀਕ ਹੈ ਜੀ। ਮਤਲਬ ਤਿੰਨੇ ਬਾਹੀਆਂ ਦੇ ਜੋੜ ਦੇ ਅੱਧ ਨੂੰ ਕਹਿ ਦਿੰਦੇ ਅਸੀਂ S ਕਹਿ ਦਾਂਗੇ, S ਮੰਨ ਲਈਏ, ਠੀਕ ਹੈ। ਫਿਰ ਖੇਤਰਫਲ ਕਿਵੇਂ ਕੱਢਾਂਗੇ? S into S minus 1, ਫਿਰ into S minus ਦੂਜੀ ਭੁਜਾ into S minus ਤੀਜੀ ਭੁਜਾ, ਉਹਦਾ ਅੰਡਰ ਕੱਢ ਦਾਂਗੇ, ਤੁਹਾਡਾ ਏਰੀਆ ਬਣ ਜਾਏ, ਠੀਕ ਹੈ ਜੀ। S into S minus 1 into S minus 2 into S minus 3, ਮਤਲਬ 1 ਤੋਂ ਪਹਿਲੀ ਭੁਜਾ, ਦੂਜੀ ਭੁਜਾ ਤੇ ਤੀਜੀ ਭੁਜਾ, ਉਹਦਾ ਅੰਡਰ ਕੱਢ ਦਾਂਗੇ, ਸਾਡਾ ਇਹ ਹੈਗਾ ਖੇਤਰਫਲ ਆ ਜਾਏਗਾ। ਇਹ ਇਸ ਬੁੱਕ ਦੇ 14 ਨੰਬਰ ਪੇਜ ਤੇ ਹੈਗਾ ਜੀ, ਕੱਢ ਕੇ ਦਿਖਾਇਆ ਗਿਆ 14 ਨੰਬਰ ਪੇਜ ਤੇ, ਦੇਖ ਸਕਦੇ ਹੋ। ਨੈਕਸਟ ਹੈ, ਮੰਨ ਲਓ ਅਸੀਂ ਇੱਕ ਪਾਸੇ ਨੂੰ ਇੱਕ ਵਾਰ ਕੀ ਮਤਲਬ ਇਹਦਾ ਹੈ, ਛੋਟੀ ਜਾਂ ਇਸ ਤੇ ਬਰਾਬਰ ਸੰਖਿਆ ਨੈਕਸਟ ਕੁਐਸਚਨ ਆ ਗਿਆ ਜਿਹਦੇ ਵਿੱਚ ਜਰੀਬ ਕੀ ਹੁੰਦੀ ਹੈ। ਦੇਖੋ ਇਹ ਬਾਰ-ਬਾਰ ਕੁਐਸਚਨ ਆਉਂਦੇ ਆ, ਜਰੀਬ ਕਿਵੇਂ ਕੀ ਹੁੰਦੀ ਹੈ, ਇਸ ਦੀ ਪਰਖ ਪੜਤਾਲ ਕਿਵੇਂ ਕੀਤੀ ਜਾਂਦੀ ਹੈ। ਇਹ ਹੁਣ ਤੁਸੀਂ ਆਪਾਂ ਬਹੁਤ ਵਾਰ ਡਿਸਕਸ ਕਰ ਚੁੱਕੇ। ਅਗਲਾ ਕੁਐਸਚਨ ਹੈਗਾ ਜੀ, ਮਸਾਵੀ ਅਤੇ ਲੱਠੇ ਵਿੱਚ ਅੰਤਰ ਦੱਸੋ। ਮਸਾਵੀ ਅਤੇ ਲੱਠੇ ਵਿੱਚ ਅੰਤਰ ਦੱਸੋ। ਮਸਾਵੀ ਜਿਹੜੀ ਹੁੰਦੀ ਹੈ ਉਹ ਪੇਪਰ ਤੇ ਹੁੰਦੀ ਹੈ, ਪਾਰਟੀ ਸਪੈਸ਼ਲ ਜਿਹੜੇ ਪੇਪਰ ਬਣਾ ਦਿੱਤੇ ਜਾਂਦੇ ਨੇ ਸਰਕਾਰ ਵੱਲੋਂ, ਜਿਹਦੇ ਉੱਪਰ ਖਾਨੇ ਬਣੇ ਹੁੰਦੇ, ਮੁਰੱਬੇ ਬਣੇ ਹੋਏ ਹੁੰਦੇ ਆ, ਠੀਕ ਹੈ ਜੀ। ਮੁਰੱਬੇ ਉੱਪਰ ਕਿਸੇ ਪਿੰਡ ਦਾ ਜਿਹੜਾ ਨਕਸ਼ਾ ਬਣਾਇਆ ਜਾਂਦਾ ਉਹਨੂੰ ਮਸਾਵੀ ਕਹਿੰਦੇ ਅਸੀਂ। ਇਹ ਪਾਰਟਾਂ 'ਚ ਵੀ ਹੋ ਸਕਦੀ ਹੈ, A B C D, ਇਹਦੇ ਕੁਛ ਪਾਰਟ ਵੀ ਬਣੇ ਹੋ ਸਕਦੇ ਆ। ਤੇ ਜਿਹੜਾ ਲੱਠਾ ਹੁੰਦਾ ਹੈ, ਇਹ ਜਿਹੜੀ ਮਸਾਵੀ ਹੁੰਦੀ ਹੈ, ਇਹਦੇ ਕੁਛ ਪਾਰਟ ਬਣ ਕੇ ਫਿਰ ਉੱਪਰ ਇੱਕ ਇੰਡੈਕਸ ਲੱਗ ਜਾਂਦਾ, ਜਿਹਨੂੰ ਨਕਸ਼ਾ ਮਿੰਜੂੰਗਲੀ ਕਹਿ ਦਿੰਦੇ ਆ, ਠੀਕ ਹੈ ਜੀ। ਇਹ ਤਾਂ ਹੁੰਦੀ ਸਾਡੀ ਮਸਾਵੀ, ਕਿਸੇ ਖੇਤ ਦੀ ਪੈਮਾਇਸ਼ ਕਰਕੇ, ਕਿਸੇ ਪਿੰਡ ਦੀ ਪੂਰੀ ਪੈਮਾਇਸ਼ ਕਰਕੇ ਬਣਾਈ ਜਾਂਦੀ ਹੈ। ਜਿਹੜਾ ਲੱਠਾ ਹੁੰਦਾ ਉਹਦੀ ਇੱਕ ਕਾਪੀ ਹੁੰਦੀ ਹੈ, ਉਹ ਪੇਪਰ ਕੱਪੜੇ ਦੇ ਉੱਪਰ ਬਣਾਇਆ ਹੁੰਦਾ, ਪਟਵਾਰੀ ਹਲਕਾ ਵਾਸਤੇ ਹੁੰਦਾ ਸਪੈਸ਼ਲੀ ਤੌਰ ਤੇ ਫਾਰ ਦਾ ਪਰਪਸ, ਮੇਜਰਮੈਂਟ ਦੇ ਵਾਸਤੇ, ਨਿਸ਼ਾਨ ਗੁਰਦੌਰੀ ਵਗੈਰਾ ਕਰਨ ਦੇ ਲਈ। ਇਹ ਡਿਫਰੈਂਸ ਹੁੰਦਾ ਹੈ ਆਪਸ ਦੇ ਵਿੱਚ। ਕਦਮਾਂ ਦੇ ਨਾਲ ਪੈਮਾਇਸ਼ ਕਰਨ ਦਾ ਪ੍ਰਚਲਿਤ ਤਰੀਕਾ ਦੱਸੋ, ਕੀ ਹੁੰਦਾ ਜੀ। ਕਦਮੀ ਪੈਮਾਇਸ਼ ਕੇ ਲਈ ਕੀ ਹੁੰਦੀ ਹੈ, ਜਿੱਥੇ ਅਸੀਂ ਨਾ ਜਰੀਬ ਵਰਤਦੇ ਹਾਂ, ਨਾ ਕੁਛ ਹੋਰ ਵਰਤਦੇ ਹਾਂ, ਕਦਮਾਂ ਦੇ ਨਾਲ ਜਿਹੜੀ ਪੈਮਾਇਸ਼ ਕੀਤੀ ਜਾਂਦੀ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਉਸ ਤਰੀਕੇ ਲਿਖ ਦਿਓ ਜੀ, ਠੀਕ ਹੈ। 2 ਕਦਮਾਂ ਦਾ 1 ਕਰਮ ਬਣ ਜਾਂਦਾ ਹੈ ਆਮ ਤੌਰ ਤੇ, ਠੀਕ ਹੈ। ਜਵਾਨੀ ਤੌਰ ਤੇ ਜਦੋਂ ਸਾਡੇ ਕੋਲ ਕੋਈ ਜਰੀਬ ਦਾ ਸਾਧਨ ਨਾ ਹੋਵੇ, ਹੋਰ ਨਾ ਹੋਵੇ, ਅਸੀਂ ਅੰਦਾਜ਼ਾ ਲਗਾਉਣਾ ਹੋਵੇ, ਅੰਦਾਜ਼ਾ ਇਹਨੂੰ ਅਸੀਂ, ਇਹ ਜਿਹੜੀ ਕਦਮੀ ਪੈਮਾਇਸ਼ ਜਿਹੜੀ ਸਾਡੀ ਹੁੰਦੀ ਹੈ, ਇਹ ਪਰਫੈਕਟ ਪੈਮਾਇਸ਼ ਨਹੀਂ ਹੁੰਦੀ, ਕਰੈਕਟ ਵੀ ਨਹੀਂ ਹੁੰਦੀ। ਇਹ ਸਾਡਾ ਅੰਦਾਜ਼ੇ ਦੇ ਨਾਲ ਅਸੀਂ ਕਿਸੇ ਖੇਤ ਦੀ ਕੋਈ ਲੰਬਾਈ ਮਾਪਣੀ ਹੈ, ਕਿਸੇ ਖੇਤ ਦੀ ਕੋਈ ਸਾਈਡ ਮਾਪਣੀ ਹੈ, ਚੜ੍ਹਦਾ ਪਾਸਾ ਕਿੰਨਾ ਵਾ, ਛਿਪਦਾ ਪਾਸਾ ਕਿੰਨਾ ਹੈ, ਉੱਤਰ ਵਾਲਾ ਪਾਸਾ, ਜਾਂ ਕਿਸੇ ਮੌਕੇ ਦੇ ਉੱਪਰ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਜਿਹੜੀ ਕਦਮੀ ਪੈਮਾਇਸ਼ ਹੁੰਦੀ ਹੈ, ਇਹ ਮੌਕੇ ਦੇ ਉੱਪਰ ਹੁੰਦੀ ਹੈ, ਖੇਤਾਂ ਵਿੱਚ ਹੁੰਦੀ ਹੈ, ਇਹ ਪੇਪਰ ਦੇ ਉੱਪਰ ਨਹੀਂ ਕਦੀ ਵੀ ਹੁੰਦੀ। ਇਹ ਸਭ ਤੋਂ ਵੱਡਾ ਪੁਆਇੰਟ ਇਹਦੇ ਵਿੱਚ ਹੈਗਾ, ਇਹ ਲਿਖ ਦੇਣਾ, ਠੀਕ ਹੈ ਜੀ। ਇਹ ਹੁੰਦੀ ਹੈ ਅੰਦਾਜ਼ਨ। ਗਰਦੌਰੀ ਕਰਨ ਵਾਲੇ ਵੀ ਕਰਦੇ ਆਂ ਆਪਾਂ। ਹਾਂ, ਗਰਦੌਰੀ ਕਰਨ ਵਾਲੇ ਅੰਦਾਜ਼ਾ ਲਗਾਉਣਾ ਹੋਵੇ ਕਿਸੇ ਖੇਤ ਦਾ, ਕਿੰਨੀਆਂ ਕਰਮਾਂ ਨੇ, ਕਿੰਨੀਆਂ ਨਹੀਂ ਹੈਗੀਆਂ, ਕਿਹੜੇ ਬੰਦੇ ਕੋਲ ਕਿੰਨੀਆਂ ਨੇ, ਕਿਹੜੇ ਬੰਦੇ ਕੋਲ ਕਿੰਨੀਆਂ ਨੇ। ਨੈਕਸਟ ਆ ਗਿਆ ਜੀ ਇੰਤਕਾਲ। ਹਾਂ, ਬਸ ਪਤਾ ਹੀ ਹੈ ਜੀ, ਤੁਹਾਨੂੰ ਸਾਰਿਆਂ ਨੂੰ ਲਿਖ ਦਿਓ ਆਰਾਮ ਨਾਲ, ਕੋਈ ਜ਼ਿਆਦਾ ਲੰਮਾ ਚੌੜਾ ਨਹੀਂ ਹੈਗਾ ਇਹਦੇ ਵਿੱਚ। ਹੇਠ ਲਿਖਿਆ ਦੇ ਸੰਖੇਪ ਵਿੱਚ ਨੋਟ ਲਿਖੋ। ਇੰਤਕਾਲ, ਸਿਹਦਾ, ਖਰਾਬਾ, ਗਿਰਦਾਵਰੀ, ਕ੍ਰਾਸ। ਹੁਣ ਦੇਖੋ ਇਹਦੇ ਬਾਰੇ ਕਿਸੇ ਨੂੰ ਕੋਈ ਡਾਊਟ ਹੈ ਦੱਸੋ। ਇੰਤਕਾਲ ਕੀ ਹੁੰਦਾ ਪਤਾ ਹੀ ਆਪਾਂ ਨੂੰ, ਜਦੋਂ ਮਾਲਕੀ ਦੇ ਹੱਕ ਬਦਲਦੇ ਨੇ। ਇੰਤਕਾਲ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ, ਸਿਹਤ ਦਾ ਵਿਆਹ ਦਾ ਵੀ ਹੋ ਸਕਦਾ ਹੈ, ਗਹਿਣੇ ਦਾ ਵੀ ਹੋ ਸਕਦਾ ਹੈ। ਥੋੜ੍ਹੀ ਬਹੁਤੀ ਜ਼ਿਆਦਾ ਲੰਮਾ ਚੌੜਾ ਲਿਖਣ ਦੀ ਲੋੜ ਨਹੀਂ। ਜਦੋਂ ਕੋਈ ਨਵੇਂ ਹੱਕ ਕ੍ਰੀਏਟ ਕਰਦਾ ਕੋਈ ਵਿਅਕਤੀ, ਕਿਸੇ ਨੂੰ ਕੋਈ ਨਵੇਂ ਹੱਕ ਪ੍ਰਾਪਤ ਹੁੰਦੇ ਨੇ, ਕ੍ਰੀਏਟਸ ਯਾਨੀ ਰਾਈਟਸ, ਠੀਕ ਹੈ। ਕਿਸੇ ਰਜਿਸਟਰੀ ਰਾਹੀਂ, ਕਿਸੇ ਵਿਰਾਸਤ ਰਾਹੀਂ, ਕਿਸੇ ਤਬਾਦਲੇ ਰਾਹੀਂ, ਕਿਸੇ ਤਕਸੀਮ ਦੇ ਰਾਹੀਂ, ਤਾਂ ਜਦੋਂ ਪਟਵਾਰੀ ਹਲਕਾ ਵੱਲੋਂ
ਇੰਤਕਾਲ ਦਰਜ ਕੀਤਾ ਜਾਂਦਾ ਹੈ। ਠੀਕ ਹੈ, ਆਪਣਾ ਜਦੋਂ ਨਵੀਂ ਅਮੈਂਡਮੈਂਟ ਜਿਹੜੀਆਂ ਹੁੰਦੀਆਂ ਨੇ ਉਸ ਵਿਅਕਤੀ ਦੇ ਜਿਸ ਨੂੰ ਨਵੇਂ ਰਾਈਟਸ ਮਿਲੇ ਹੁੰਦੇ ਨੇ ਉਹਦਾ ਨਾਮ ਜਿਹੜਾ ਹੈਗਾ ਉਹ ਰਿਕਾਰਡ ਦੇ ਵਿੱਚ ਆ ਜਾਂਦਾ ਹੈ। ਤਾਂ ਇਸ ਲਈ ਜਿਹੜਾ ਇੰਤਕਾਲ ਦਰਜ ਕੀਤਾ ਜਾਂਦਾ। ਸਿਹਤਾਂ ਜਿਸ ਦੇ 3 ਪਿੰਡਾਂ ਦੀ ਹੱਦਾਂ ਮਿਲਦੀਆਂ ਨੇ ਉਹਨੂੰ ਸਿਹਤਾਂ ਕਹਿੰਦੇ ਆ। ਖਰਾਬਾ ਜਦੋਂ ਕੋਈ ਕੋਈ ਤਰਾਸ਼ਦੀ ਆਉਂਦੀ ਹੈ, ਨੈਚੁਰਲ ਕਲੈਮਿਟੀ ਆਉਂਦੀ ਹੈ, ਕੋਈ ਫਲੱਡ ਆਉਂਦਾ, ਕੋਈ ਬਿਮਾਰੀ ਪੈ ਗਈ, ਕੋਈ ਖਰਾਬਾ ਇਹ ਨਹੀਂ ਵੀ ਇਕੱਲੇ ਫਲੱਡ ਨਾਲ ਹੀ ਆ ਸਕਦਾ ਹੈ, ਕਿਸੇ ਬਿਮਾਰੀ ਨਾਲ ਆ ਗਿਆ, ਕਿਸੇ ਵੀ ਤਰੀਕੇ ਨਾਲ ਖਰਾਬਾ ਪੈ ਸਕਦਾ ਖੇਤਾਂ ਦੇ ਵਿੱਚ। ਹੁਣ ਅਸੀਂ ਖਰਾਬਾ ਕਹਿੰਦੇ ਗਰਦਾਵਰੀ ਬੜੀ ਹਲਕਾ ਕੀਤੀ ਜਾਂਦੀ ਹੈ, ਸੌਣੀ ਹਾੜੀ ਦੀ ਕੀਤੀ ਜਾਂਦੀ ਹੈ, ਜਾਇਜ਼ ਰੱਬੀ ਜਾਇਜ਼ ਖਰੀਦ ਵੀ ਕੀਤੀ ਜਾਂਦੀ ਹੈ, ਕਰਾਸ ਵੀ ਆਪਾਂ ਪੜ੍ਹ ਕੇ ਗਏ ਹਾਂ। ਨੈਕਸਟ ਆ ਗਿਆ ਜੀ, ਸ਼ਜਰੇ ਦੇ ਨਾਲ ਹੱਦ ਕਾਇਮ ਕਰਨ ਦਾ ਤਰੀਕਾ ਦੱਸੋ। ਸ਼ਜਰੇ ਨਾਲ ਹੱਦ ਕਾਇਮ ਕਰਨ ਦਾ ਤਰੀਕਾ ਦੱਸੋ ਜੀ, ਕੀ ਤਰੀਕਾ ਹੈ ਸ਼ਜਰੇ ਨਾਲ ਹੱਦ ਕਿਵੇਂ ਕਾਇਮ ਕੀਤੀ ਜਾਂਦੀ ਹੈ। ਸਭ ਤੋਂ ਪਹਿਲਾਂ ਤਾਂ ਜਿਹੜੇ ਸ਼ਜਰੇ ਦੇ ਮੁਤਾਬਕ ਜਿਹੜੇ ਪੁਆਇੰਟ ਨੇ, ਤੁਹਾਡੇ ਮੌਕੇ ਤੇ ਪੁਆਇੰਟ ਦਿਖੋਗੇ। ਸ਼ਜਰੇ ਮੁਤਾਬਕ ਜਿਹੜੇ ਮੌਕੇ ਦੇ ਪੁਆਇੰਟ ਨੇ ਉਹਨਾਂ ਨੂੰ ਦੇਖੋਗੇ, ਉਹਨਾਂ ਨੂੰ ਲੱਭੋਗੇ ਪੁਆਇੰਟਾਂ ਨੂੰ। ਉਸ ਪੁਆਇੰਟਾਂ ਨੂੰ ਫਿਰ ਸ਼ਜਰੇ ਦੇ ਮੁਤਾਬਕ ਮੌਕੇ ਦੇ ਉੱਪਰ ਜੋ ਸ਼ਜਰੇ ਦੇ ਉੱਪਰ ਕਰਮਾਂ ਪਾਈਆਂ ਹੋਈਆਂ ਨੇ, ਲਿਖੀਆਂ ਹੋਈਆਂ ਨੇ, ਉਹਨਾਂ ਨੂੰ ਮੌਕੇ ਦੇ ਉੱਪਰ ਲਿਖੋਗੇ। ਜੇ ਕੋਈ ਬੱਜਰੀ ਪੱਟੀ ਗਈ, ਕਰੀ ਗਈ, ਠੀਕ ਹੈ ਜੀ, ਉਹਨੂੰ ਮੌਕੇ ਤੇ ਕਾਇਮ ਕਰੋਗੇ। ਉਹ ਹੈ ਜਿਹੜੀ ਹੱਦ ਹੈਗੀ ਹੈ। ਜਿਸ ਖੇਤ ਦੇ ਨਾਲ ਉਹ ਹੱਦ ਲੱਗਦੀ ਸੀ, ਖੇਤ ਦੀਆਂ ਕਰਮਾਂ ਪੂਰੀਆਂ ਕਰਕੇ ਜਿਹੜੀ ਹੱਦ ਹੈ ਉਹ ਕਾਇਮ ਹੋ ਜਾਂਦੀ ਹੈ। ਠੀਕ ਹੈ ਜੀ, ਜਿਹੜੀ ਹੱਦ ਆਮ ਤੌਰ ਤੇ ਇਹੀ ਹੈ ਵੀ ਜਿਹੜੇ ਖੇਤ ਦੇ ਨਾਲ ਹੱਦ ਲੱਗਦੀ ਹੈ ਉਸ ਖੇਤ ਦੀਆਂ ਜਿਹੜੀਆਂ ਕਰਮਾਂ ਹੁੰਦੀਆਂ ਨੇ ਉਹ ਪੂਰੀਆਂ ਕਰ ਦਿੱਤੀਆਂ ਜਾਂਦੀਆਂ ਨੇ। ਤਾਂ ਜਿਹੜੀ ਹੱਦ ਹੈਗੀ ਆ ਉਹ ਲੱਠੀ ਦੀ ਸਹਾਇਤਾ ਦੇ ਨਾਲ ਕਾਇਮ ਕਰ ਦਿੱਤੀ ਜਾਂਦੀ ਹੈ। ਇਹ ਤੁਸੀਂ ਬਣਾ ਕੇ, ਤੁਸੀਂ ਡਰਾਇੰਗ ਜੀ ਬਣਾ ਕੇ ਦਿਖਾ ਸਕਦੇ ਹੋ ਆਪਣੇ ਪੇਪਰ ਤੇ, ਨਾਲ ਕੁਐਸਚਨ ਲਿਖ ਸਕਦੇ ਹੋ ਸਰ। ਫਿਰ ਕੁਐਸਚਨ ਹੈ ਕਿ ਮੁਰੱਬਾਬੰਦੀ ਦਾ ਅਸੂਲ ਅਤੇ ਮੁਰੱਬਾਬੰਦੀ ਲਈ ਪੈਮਾਇਸ਼ ਬਾਰੇ ਵਿਸਤਾਰ ਵਰਣਨ ਕਰੋ। ਮੁਰੱਬਾਬੰਦੀ ਦਾ ਅਸੂਲ ਅਤੇ ਮੁਰੱਬਾਬੰਦੀ ਲਈ ਪੈਮਾਇਸ਼। ਆਪਾਂ ਪਹਿਲਾਂ ਪਿੱਛੇ ਡਿਸਕਸ ਕਰੀ ਆਇਆ ਸਾਰਾ ਕੁਝ ਇਹਦੇ ਬਾਰੇ। ਮੁਰੱਬਾਬੰਦੀ ਦੇ ਅਸੂਲ ਕੀ ਨੇ, ਮੁਰੱਬਾਬੰਦੀ ਦੇ ਅਸੂਲਾਂ ਵਿੱਚ ਪੈਮਾਇਸ਼ ਲਈ ਉਹੀ ਪੈਮਾਇਸ਼ ਦੇ ਵਿੱਚ ਤੁਹਾਡੀ ਜਰੀਬ ਅੱਡਾ ਬਣਾਇਆ ਜਾਏਗਾ ਤੁਹਾਡੇ ਵੱਲੋਂ। ਠੀਕ ਹੈ ਜੀ, ਬੁਨਿਆਦੀ ਬੁਰਦੀ ਕਾਇਮ ਕੀਤੀ ਜਾਵੇਗੀ, ਔਰ ਰਿਕਾਰਡ ਹੈ ਜਿਹੜਾ ਸਾਰਾ ਉਹ ਸੋਧਿਆ ਜਾਵੇਗਾ, ਸਾਰੇ ਇੰਤਕਾਲਾਂ ਦਾ ਅਮਲ ਕੀਤਾ ਜਾਵੇਗਾ, ਸਾਰੇ ਜਿਹੜੇ ਤੁਹਾਡੇ ਕੁਰਸੀਨਾਮੇ ਹੈਗੇ ਆ ਉਹਨਾਂ ਨੂੰ ਮੁਕੰਮਲ ਕਰ ਲਿਆ ਜਾਵੇਗਾ ਹਵਾਲੇ ਦੇ ਕੇ। ਹੁਣ ਇੱਥੇ ਜੇ ਤੁਸੀਂ ਉਹਦੇ ਚਲੇ ਜਾਓਗੇ, ਤੁਸੀਂ ਬਣਾਓਗੇ ਇਕੱਲੇ ਨੰਬਰ ਖਸਰਾ ਦਾ ਵੈਲਿਊਸ਼ਨ ਕੱਢੋਗੇ, ਉਹਦੇ ਵਿੱਚ ਇਕੱਲੇ ਖੇਤ ਦੀ ਤੁਸੀਂ ਕਿੰਨੀ ਕੀਮਤ ਦਾ ਕਿਹੜਾ ਖੇਤ ਹੈ, ਕਿੰਨੀ ਕੀਮਤ ਦਾ ਕਿਹੜਾ ਖੇਤ ਹੈ, ਫਿਰ ਨਕਸ਼ਾ ਹੱਕਦਾਰ ਬਣਾਓਗੇ। ਜੇ ਉਹ ਕਾਫੀ ਲੰਮਾ ਚੌੜਾ, ਦੱਸੋ ਕੀ ਕਵਰ ਕਰੋਗੇ ਇਹਦੇ ਵਿੱਚ ਤੁਸੀਂ। ਡੂੰਘਾਈ ਨਾਲ ਤਾਂ ਕੋਈ ਗੱਲ ਪੁੱਛੀ ਨਹੀਂ ਗਈ। ਅਸੂਲ ਪੁੱਛੇ ਗਏ ਬੰਦੇ ਕਿਹੜੇ ਅਸੂਲ ਹੁੰਦੇ ਆ, ਕੀ ਅਸੂਲ ਹੁੰਦੇ ਆ, ਦੱਸੋ ਜੀ ਕੀ ਲਿਖੋਗੇ, ਕੀ ਲਿਖਣਾ, ਕੀ ਪੁੱਛਣਾ ਚਾਹੁੰਦੇ ਆਪਣੇ ਤੋਂ ਐਗਜ਼ਾਮੀਨਰ। ਉਹ ਸੈਟਲਮੈਂਟ ਮੈਨੂਅਲ ਦਾ ਜਿਹੜਾ 7ਵਾਂ ਪੈਂਦਾ ਜਿਹੜਾ ਪੜਾਇਆ ਨਾ ਤੁਸੀਂ, ਉਹ ਤੋਂ ਆਵਾਂਗਾ ਸਾਰਾ ਜਵਾਬ। ਜਿਵੇਂ ਮਤਲਬ ਉਹੀ ਗੱਲ ਆ ਗਈ ਵੀ ਤੁਹਾਡਾ ਇੰਤਕਾਲਾਂ ਦੇ ਅਮਲ, ਇੰਤਕਾਲ ਚੜੂਗਾ, ਇਸ਼ਤਰਾਕ ਦਾ ਜਾਂ ਮਤਲਬ ਬੇਸਲਾਈਨ ਤਿਆਰ ਹੋਊਗੀ, ਉਹ ਸਾਰੇ ਆਉਣੇ ਇਹਦੇ ਵਿੱਚ। 2 ਤਰ੍ਹਾਂ ਦੇ ਇੰਤਕਾਲ ਚੜ੍ਹਨੇ, ਬਾਅਦ 'ਚ ਫਿਰ ਡਿਵੀਜ਼ਨ ਵਾਲਾ ਚੜ੍ਹਨਾ, ਉਹ ਸਾਰੇ ਆਉਣੇ ਆ। ਬੇਸਲਾਈਨ ਤਿਆਰ ਹੋਊਗੀ, ਮੁਰੱਬੇ ਐਕੂਰੇਟ ਹੋਣੇ ਚਾਹੀਦੇ ਆ, ਜਿਨ੍ਹਾਂ ਦਾ ਵਿਕਾਰਨ ਸਾਰੇ ਉਹਨਾਂ ਦੇ ਨਿਸ਼ਾਨ ਲੱਗਣੇ ਚਾਹੀਦੇ। ਇਹ ਚੀਜ਼ਾਂ ਸਾਰੀਆਂ ਆਊਗਾ ਮੇਰੇ ਹਿਸਾਬ ਨਾਲ। ਬਾਕੀ ਦੇਖਾ ਹੋਵੇ ਤੁਸੀਂ ਗਾਈਡ ਕਰ। ਦੇਖੋ ਮੁਰੱਬਾਬੰਦੀ ਦੇ ਅਸੂਲ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਪੂਰੇ ਪਿੰਡ ਦੇ ਰਕਬੇ ਨੂੰ ਅਸੀਂ ਇਸ਼ਤਰਾਕ ਕਰ ਦਿੰਦੇ, ਸਾਂਝਾ ਕਰ ਦਿੰਦੇ ਹਾਂ ਜੀ। ਪੂਰੇ ਪਿੰਡ ਦੇ ਰਕਬੇ ਨੂੰ ਅਸੀਂ ਸਾਂਝਾ ਕਰ ਦਿੰਦੇ, ਇਸ਼ਤਰਾਕ ਦਾ ਇੰਤਕਾਲ ਦਰਜ ਕਰਕੇ। ਮਤਲਬ ਕੋਈ ਵਿਅਕਤੀ ਕਿਸੇ ਪਰਟੀਕੂਲਰ ਖੇਡ ਦਾ ਕੋਈ ਕਹੇ ਮੈਂ ਮਾਲਕਾਂ, ਉਹ ਕਿਸੇ ਪਰਟੀਕੂਲਰ ਦਾ ਨੰਬਰ ਦਾ ਮਾਲਕ ਨਹੀਂ ਰਹਿ ਜਾਂਦਾ, ਉਹਨੂੰ ਸਾਰੇ ਪਿੰਡ ਦੇ ਵਿੱਚ ਸ਼ੇਅਰ ਹੋਲਡਰ ਕਾਇਮ ਕਰ ਦਿੱਤਾ ਜਾਂਦਾ ਹੈ ਜਦੋਂ ਇਸ਼ਤਰਾਕ ਦਾ ਇੰਤਕਾਲ ਦਰਜ ਕਰ ਦਿੰਦੇ ਅਸੀਂ। ਠੀਕ ਹੈ ਜੀ, ਪਿੰਡ ਦੇ ਵਿੱਚ ਸ਼ੇਅਰਿੰਗ ਬਣ ਜਾਂਦੀ ਹੈ ਹਰ ਬੰਦੇ ਦੀ, ਹਰ ਖੇਵੜਦਾਰ ਦੀ ਪਿੰਡ ਦੇ ਵਿੱਚ ਸ਼ੇਅਰਿੰਗ ਬਣ ਜਾਂਦੀ ਹੈ। ਸਭ ਤੋਂ ਵੱਡਾ ਪੁਆਇੰਟ ਤਾਂ ਇਹ ਹੁੰਦਾ ਹੈ ਇਹਦੇ ਵਿੱਚ, ਪਿੰਡ ਦੀ ਸ਼ੇਅਰਿੰਗ ਬਣ ਗਈ, ਪਿੰਡ ਦੇ ਵਿੱਚ ਉਹ ਸ਼ੇਅਰ ਹੋਲਡਰ ਹੋ ਗਿਆ, ਉਹਦਾ ਆਪਦੀ ਪਰਟੀਕੂਲਰ ਕਿਸੇ ਉਹਦਾ ਨੰਬਰ ਦਾ ਮਾਲਕ ਨਾ ਰਿਹਾ,
ਜਦੋਂ ਇਸ਼ਤਿਆਕ ਦਾ ਇੰਤਕਾਲ ਦਰਜ ਹੋ ਗਿਆ, ਫਿਰ ਜਦੋਂ ਮਰਬੇਬੰਦੀ ਬਣਦੀ ਹੈ, ਮਰਬੇਬੰਦੀ ਤੋਂ ਬਾਅਦ ਫਿਰ ਜਦੋਂ ਨਕਸ਼ਾ ਹੱਕਦਾਰ ਵਾਰ ਮੁਤਾਬਕ ਉਹਦੀ ਸ਼ੇਅਰਿੰਗ ਕਾਇਮ ਕਰਨ ਦੀ ਖਾਤਰ ਅਸੀਂ ਨਕਸ਼ਾ ਹੱਕਦਾਰ ਵਾਰ ਬਣਾਉਂਦੇ ਆ। ਉਹਦੇ ਕਿਹੜੇ ਨੰਬਰ ਖਸਰਾ ਦਾ ਕਿੰਨਾ ਵੈਲਿਊ ਸੀ, ਕਿੰਨੀ ਟੋਟਲ ਸਟੈਂਡਰਡ ਰਕਬੇ ਜਿਹੜੇ ਹੈਗੇ ਨੇ, ਹਰ ਵਿਅਕਤੀ ਦਾ ਜਿਹੜਾ ਸਟੈਂਡਰਡ ਏਰੀਆ ਕੱਢ ਲਿਆ ਜਾਂਦਾ ਵੀ ਇਹਦਾ ਸਟੈਂਡਰਡ ਰਕਬਾ ਕਿੰਨਾ ਬਣ ਗਿਆ ਇਸ ਪਿੰਡ ਦੇ ਵਿੱਚ, ਸਟੈਂਡਰਡ ਏਕੜ ਦਾ ਕਿੰਨੇ ਦਾ ਮਾਲਕ ਹੈ, ਕਿਹੜਾ ਵੀ ਪਰਟੀਕੂਲਰ ਵਿਅਕਤੀ ਹੈ, ਉਹਦੇ ਸਟੈਂਡਰਡ ਰਕਬੇ ਬਣਾ ਲਏ ਜਾਂਦੇ ਨੇ। ਨਕਸ਼ਾ ਹੱਕਦਾਰ ਵਾਰ ਨੂੰ ਮੁਕੰਮਲ ਕਰਕੇ 4 ਆਨੇ ਦਾ, 6 ਆਨੇ ਦਾ, 8 ਆਨੇ ਦਾ, 12 ਆਨੇ ਦਾ, 16 ਦਾ ਰਕਬਾ ਕੱਢ ਕੇ ਸਾਰਾ ਕੁਝ ਕਰਕੇ ਉਸ ਵਿਅਕਤੀ ਦੇ ਸਟੈਂਡਰਡ ਰਕਬਾ ਬਣਾ ਲਿਆ ਜਾਂਦਾ ਹੈ। ਇਹ ਤਾਂ ਹੋ ਗਿਆ ਰਿਕਾਰਡ ਦੀ ਗੱਲ ਸਾਰੀ, ਠੀਕ ਹੈ ਜੀ। ਫਿਰ ਆ ਜਾਂਦੀ ਹੈ ਅੱਗੇ ਮਰਬੇਬੰਦੀ। ਉਹਦੇ ਵਿੱਚ ਕੀ ਆ ਜਾਊਗਾ, ਨਾਲ ਤੁਹਾਡੀ ਅਸੀਂ ਜਿਹੜੀ ਹੈਗੀ ਹੈ ਬੁਨਿਆਦੀ ਲਾਈਨ ਕਾਇਮ ਕਰਾਂਗੇ, ਲੱਠੇ ਉਹ ਬਣਾਵਾਂਗੇ, ਤੁਹਾਡੀ ਨਕਸ਼ੇ ਅੱਡਾ ਬਣਾ ਕੇ ਬੁਨਿਆਦੀ ਲਾਈਨ ਕਾਇਮ ਕਰਾਂਗੇ। ਬੁਨਿਆਦੀ ਲਾਈਨ ਤੋਂ ਫਿਰ ਮਰਬੇ ਬਣਾਵਾਂਗੇ। ਮਰਬੇ ਜਿਹੜੇ ਹੈਗੇ ਤੁਹਾਡੇ, ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਵੀ ਜਿਹੜੇ ਤੁਹਾਡੇ ਮਰਬੇ ਨੇ ਉਹ ਪ੍ਰੋਪਰ ਸਹੀ ਬਣਨੇ ਚਾਹੀਦੇ ਨੇ। ਮਰਬੇ ਦਾ ਜਿੱਥੇ ਕਿਤੇ 50 ਦਾ ਮਰਬਾ ਬਣਦਾ ਤਾਂ ਉਹਦਾ ਜਿਹੜਾ ਕਰਨ ਹੁੰਦਾ ਉਹ ਕਿੰਨਾ ਹੁੰਦਾ ਜੀ। ਜੇ ਕਿਸੇ ਮਰਬੇ ਨੂੰ ਚੈੱਕ ਕਰਨਾ ਹੋਵੇ ਅਸੀਂ ਵੀ ਮਰਬਾ ਸਾਡਾ ਸਹੀ ਬਣਿਆ ਜਾਂ ਗਲਤ ਬਣਿਆ ਹੈ, ਹਰ ਮਰਬਾ ਬਣਾਉਣ ਤੋਂ ਪਹਿਲਾਂ ਬਣਾ ਕੇ ਉਸ ਨੂੰ ਅਸੀਂ ਚੈੱਕ ਕਰਨਾ ਹੁੰਦਾ ਵੀ ਮਰਬਾ ਸਹੀ ਬਣਿਆ ਜਾਂ ਗਲਤ ਬਣਿਆ ਹੈ। ਮਰਬੇ ਨੂੰ ਚੈੱਕ ਕਰਨ ਦੀ ਖਾਤਰ ਅਸੀਂ ਕੀ ਚੈੱਕ ਕਰਦੇ ਹਾਂ, ਇਹ ਤਾਂ ਕਰਨ ਚੈੱਕ ਕਰਦੇ ਹਾਂ। ਕਰਨ ਦੀ ਲੰਬਾਈ ਕਿੰਨੀ ਹੁੰਦੀ ਹੈ ਜੀ ਮਰਬੇ ਦੇ, ਜੇ 50 ਦਾ ਕਿੱਲਾ ਹੋਵੇ ਤਾਂ ਜਿਹੜਾ ਕਰਨ ਹੁੰਦਾ ਹੈ ਉਹਦੀ ਜਿਹੜੀ ਲੰਬਾਈ ਹੁੰਦੀ ਹੈ 282 ਸੀ 6/7 ਕਰਮਾ ਹੋ ਜਾਂਦੀ ਹੈ। ਜੇ 36/80 ਦਾ ਹੋਵੇ ਤਾਂ ਉਹਦੀ ਜਿਹੜਾ ਕਰਨ ਦੀ ਜਿਹੜੀ ਲੰਬਾਈ ਹੁੰਦੀ ਹੈ 269 ਕਰਮਾ ਤੇ ਅੱਧੀ ਕੜੀ ਉੱਪਰ ਹੋ ਜਾਂਦੀ ਹੈ। ਇਹ ਅਸੀਂ ਨਾਲ ਚੈੱਕ ਕਰਦੇ ਹਾਂ। ਜਦੋਂ ਕੋਈ ਵੀ ਮਰਬਾ ਬਣਾਉਣਾ ਹੈ, ਹਰ ਮਰਬੇ ਨੂੰ ਪਹਿਲਾਂ ਚੈੱਕ ਕਰਨਾ ਵੀ ਕਿਤੇ ਉਹ ਜਿਹੜਾ ਹੈਗਾ ਗਲਤ ਨਾ ਬਣ ਜਾਵੇ, ਠੀਕ ਹੈ ਜੀ। ਇਸ ਤਰ੍ਹਾਂ ਜੋ ਮਰਜ਼ੀ ਤੁਹਾਡੇ ਦਿਮਾਗ 'ਚ ਗੱਲ ਹੈਗੀ ਹੈ, ਕੁਰਸੀਨਾਮਾ ਜਿਹੜਾ ਹੈਗਾ ਉਹ ਮੁਕੰਮਲ ਕਰਿਆ ਜਾਏਗਾ। ਸਾਰੇ ਇੰਤਕਾਲਾਂ ਦੇ ਅਮਲ ਕਰਕੇ ਜਿਹੜੀ ਖਤੌਨੀ ਫਰਮਾਇਸ਼ ਹੈ ਉਹ ਤਿਆਰ ਕਰ ਲਈ ਜਾਂਦੀ ਹੈ, ਠੀਕ ਹੈ ਜੀ। ਪੈਡੀਗਰੀ ਟੇਬਲ ਹੈ ਮੁਕੰਮਲ ਕਰ ਲਿਆ ਜਾਂਦਾ ਹੈ। ਫਿਰ ਇਕੱਲੇ ਖੇਤ ਵਿੱਚ ਜਾ ਕੇ ਅਸੀਂ ਮਿਹਨਤੀ ਕਰਦੇ ਹਾਂ। ਅੰਤਕਾ 7 'ਚ ਮੈਂ ਤੁਹਾਨੂੰ ਪੜ੍ਹਾਇਆ ਸੀ ਸਾਰਾ। ਮੇਰੇ ਖਿਆਲ ਇੱਕ ਪੁਆਇੰਟ ਮੈਂ ਤੁਹਾਨੂੰ ਦੱਸਣਾ ਸੀਗਾ, ਉਹ ਰਹਿ ਗਿਆ ਵਿੱਚ ਦੱਸਣਾ, ਹੈ ਨਾ। ਸੈਟਲਮੈਂਟ ਮੈਨੂਅਲ ਦੇ ਵਿੱਚ ਵੀ ਜਿਹੜੇ ਸਿਹਦੇ ਤੋਂ ਸਿਹਦੇ ਨੂੰ ਜੇ ਅਸੀਂ ਡਿਫਰੈਂਸ ਚੈੱਕ ਕਰਨਾ ਹੈ ਤਾਂ ਕਿਵੇਂ ਚੈੱਕ ਕਰਨਾ ਹੈ, ਉਹ ਮੈਂ ਤੁਹਾਨੂੰ ਕਿਸੇ ਦਿਨ ਦੱਸਾਂਗਾ। ਅਗਲੇ ਹਫ਼ਤੇ ਦੱਸਾਂਗਾ ਤੁਹਾਨੂੰ ਜੀ, ਉਹਨੂੰ ਬਣਾ ਕੇ ਦਿਖਾਵਾਂਗਾ ਤੁਹਾਨੂੰ। ਹਾਂ, ਸੈਟਲਮੈਂਟ ਦੇ ਮੈਨੂਅਲ ਦੀ ਆਪਾਂ ਪੜ੍ਹਿਆ ਸੀ, ਕਿਹੜੇ ਚੈਪਟਰ 'ਚ ਪੜ੍ਹਿਆ ਸੀਗਾ ਉਹ, 7 ਅੰਤਕਾ ਸੀ ਸ਼ਾਇਦ। ਜੇ ਅਸੀਂ ਉਸ ਨੂੰ ਜਿਹੜਾ ਸਾਡਾ ਸਰਵੇ ਆਫ ਇੰਡੀਆ ਦੇ ਮੁਤਾਬਕ ਉਹਦੀ ਅਸੀਂ ਕੰਪੇਅਰ ਕਰਨਾ ਹੋਵੇ, ਇੱਕ ਸਿਆਦੇ ਤੋਂ ਦੂਜੇ ਸਿਆਦੇ ਨੂੰ ਅਸੀਂ ਕੰਪੇਅਰ ਕਰਨਾ ਹੋਵੇ ਸਰਵੇ ਆਫ ਇੰਡੀਆ ਦੇ ਅਕੋਰਡਿੰਗ, ਤਾਂ ਅਸੀਂ ਉਹਨੂੰ ਕਿਵੇਂ ਚੈੱਕ ਕਰਦੇ ਹਾਂ ਉਹ ਮੈਂ ਤੁਹਾਨੂੰ ਡਾਇਮ ਬਣਾ ਕੇ ਕਿਸੇ ਨੂੰ ਦਿਖਾਵਾਂਗਾ। ਉਹਦੇ 'ਤੇ ਬਣੇਗੀ, ਇੱਦਾਂ ਨਹੀਂ, ਇਹਦੇ 'ਤੇ ਨਹੀਂ ਬਣਦੀ। ਉਹ ਜੋ ਆਪਾਂ ਜਿਵੇਂ ਉਰਦੂ ਪੜ੍ਹਦੇ ਸੀ ਨਾ, ਉਸ ਜਿਹੜੀ ਗਲਾਸ ਸਕਰੀਨ ਹੈਗੀ ਆ ਉਹਦੇ 'ਤੇ ਬਣਾ ਕੇ ਤੁਹਾਨੂੰ ਦਿਖਾ ਦਾਂਗੇ ਸਰ। ਮਾੜਾ ਜਿਹਾ ਮੈਨੂੰ ਯਾਦ ਰੱਖਿਓ ਪਲੀਜ਼, ਦੱਸ ਦੇਣਾ ਕਿਸੇ ਵਾਲੇ ਹਫ਼ਤੇ ਦੇ ਵਿੱਚ, ਠੀਕ ਹੈ ਜੀ। ਸਰ ਹਾਂਜੀ ਸਰ, ਮਰਬੇ ਦੇ ਇੰਨੇ ਚੱਕਰ 'ਚ ਪੈਣ ਨਾਲੋਂ ਜੇ ਉਹਦਾ ਦੂਜਾ ਜਿਹੜਾ ਖਾਣ ਵਾਲਾ ਮਰਬਾ ਲਿਖਦੇ ਤਾਂ ਉਹ ਠੀਕ ਨਹੀਂ? ਕਿਹੜਾ ਖਾਣ ਵਾਲਾ ਮਰਬਾ, ਜਿਹੜਾ ਸੇਬਾਂ ਦਾ ਮਰਬਾ, ਆਮਲੇ ਦਾ ਮਰਬਾ। ਗੱਲ ਸਹੀ ਗੱਲ ਹੈ ਤੁਹਾਡੀ, ਉਹ ਵੀ ਗੱਲ ਵਧੀਆ ਹੈਗੀ ਹੈ। ਬਿਲਕੁਲ ਸਹੀ ਗੱਲ ਹੈ। ਚਲੋ ਅੱਗੇ ਦੇਖੀਏ। ਅੱਗੇ ਹੈਗਾ ਸ਼ਜਰਾ ਬਣਾਉਣ ਦੀ ਪ੍ਰਕਿਰਿਆ ਦਾ। ਯਾਰ ਪੰਜਾਬੀ ਮੇਰੇ ਬੰਦੇ ਨੇ ਪੇਪਰ ਦਿੱਤਾ ਨਾ, ਪੰਜਾਬੀ ਚ ਵਿੱਚ ਵੀ ਹੱਥਾਂ ਨਾਲ ਲਿਖ ਕੇ ਪੇਪਰ ਬਣਾ ਭੇਜ ਦਿੱਤਾ। ਦੇਖੋ ਵਿਸਤਾਰ ਹੀ ਲਿਖਿਆ, ਇਹਦਾ ਮਤਲਬ ਲਿਖਿਆ ਚਲੋ ਸ਼ਜਰਾ ਬਣਾਉਣ ਦੀ ਪ੍ਰਕਿਰਿਆ ਦਾ ਵਿਸਤਾਰ ਵਰਣਨ ਕਰੋ। ਸ਼ਜਰਾ ਬਣਾਉਣ ਦੀ ਪ੍ਰਕਿਰਿਆ, ਸ਼ਜਰਾ ਕਿਵੇਂ ਬਣਾਉਂਦੇ ਹਾਂ ਅਸੀਂ, ਇਹੀ ਕਿਹਾ ਇਹਦਾ ਮਤਲਬ। ਤੇ ਮਾਤਾ ਨਹੀਂ ਕਿਹਾ, ਸ਼ਜਰਾ ਕਿਹਾ ਵੀ ਲੱਠਾ ਕਿਵੇਂ ਬਣਾਇਆ ਜਾਂਦਾ ਹੈ। ਲੱਠਾ ਕਿਵੇਂ ਬਣਾਉਂਦੇ ਆ ਜੀ, ਆਪਣੇ ਕੋਲੇ ਦੇਖੋ ਮੈਪ ਆਪਾਂ ਨੂੰ ਪਿੱਛੇ ਸਰਕਾਰ ਵੱਲੋਂ ਮੁਹੱਈਆ ਕਰਾਈਆਂ ਗਈਆਂ ਸੀਗੀਆਂ, ਜਿਹੜੇ ਟੇਬਲ ਮੁਹੱਈਆ ਕਰਾਏ ਗਏ ਸੀ, ਉਹਦੇ ਉੱਪਰ ਸ਼ੀਸ਼ਾ ਲੱਗਿਆ ਹੁੰਦਾ ਸੀ। ਸ਼ੀਸ਼ੇ ਦੇ ਉੱਪਰ ਜਿਹੜੀ ਮਸਾਵੀ ਰੱਖ ਕੇ ਉਹਦੇ ਥੱਲੇ ਪਾਸੇ ਕੋਈ ਲਾਈਟ ਰੱਖ ਕੇ ਕੋਈ ਲੈਂਪ ਵਗੈਰਾ ਰੱਖ ਕੇ, ਕੋਈ ਵੀ ਜਾਂ ਬੱਲਬ ਰੱਖ ਕੇ ਮਸਾਵੀ ਰੱਖੀ ਜਾਂਦੀ ਹੈ ਸ਼ੀਸ਼ੇ ਦੇ ਉੱਪਰ। ਸ਼ੀਸ਼ੇ ਦੇ ਨੀਚੇ ਕੋਈ ਲਾਈਟ ਰੱਖੀ ਜਾਂਦੀ ਹੈ, ਸ਼ੀਸ਼ੇ ਉੱਪਰ ਮਸਾਵੀ ਰੱਖੀ ਜਾਂਦੀ ਹੈ, ਮਸਾਵੀ ਦੇ ਉੱਪਰ ਲੱਠਾ ਰੱਖਿਆ ਜਾਂਦਾ ਹੈ, ਠੀਕ ਹੈ ਜੀ। ਤਾਂ ਕਿ ਜਿਹੜੀਆਂ ਮਸਾਵੀ ਦੀਆਂ ਜਿਹੜਾ ਲੈਣਾ ਨੇ ਤੁਹਾਨੂੰ ਲੱਠੇ ਪਰ ਦਿਖੀ ਜਾਂਦੀਆਂ ਨੇ ਸਾਰੀਆਂ,
ਤੇ ਉਹਦੇ ਮੁਤਾਬਕ ਤੁਸੀਂ ਕੱਲੀ ਮਸਾਵੀ ਦੇ ਉੱਪਰ ਜਿਹੜਾ ਨਕਸ਼ਾ ਹੈਗਾ ਉਸ ਨੂੰ ਤੁਸੀਂ ਆਪਣੇ ਪੈਨ ਦੀ ਸਹਾਇਤਾ ਦੇ ਨਾਲ, ਫੁੱਟੀ ਦੀ ਸਹਾਇਤਾ ਦੇ ਨਾਲ ਨਕਸ਼ਾ ਬਣਾ ਸਕਦੇ ਹੋ। ਇਹੀ ਕੁਐਸਚਨ ਕੀ ਹੈ, ਸਿੱਜਾ ਬਣਾਉਣ ਦੀ ਪ੍ਰਕਿਰਿਆ ਦਾ ਵਿਸਤਾਰਪੂਰਵਕ ਵਰਣਨ ਕਰੋ। ਬਣਾਇਆ ਜੀ ਨਕਸ਼ਾ ਤੁਸੀਂ ਕਿਸੇ ਨੇ? ਅੱਜ ਕੱਲ ਤਾਂ ਖੈਰ ਆਪਾਂ ਨੂੰ ਹੁਣ ਨਕਸ਼ਾ ਬਣਾਉਣ ਵਾਲੇ ਬੰਦੇ ਵੀ ਮਿਲ ਜਾਂਦੇ ਆ ਸੌਖੇ ਤੌਰ ਤੇ, ਪਰ ਤਰੀਕਾ ਦੇਖੋ ਇਹੀ ਹੁੰਦਾ ਹੈ। ਠੀਕ ਹੈ, 2 ਫੁੱਟ ਬਾਈ 3 ਫੁੱਟ ਦਾ ਟੇਬਲ ਬਣਾਇਆ ਮਿਲ ਜਾਂਦਾ ਇੱਕ, ਜਿਹੜਾ ਸਰਕਾਰ ਨੇ ਕਿਸੇ ਵੇਲੇ ਦਿੱਤੇ ਸੀਗੇ। ਉਹਦੇ ਵਿੱਚ ਬਾਕਸ ਬਣਿਆ ਸੀ, ਉਸ ਬਾਕਸ ਦੇ ਵਿੱਚ ਥੱਲੇ ਲਾਈਟ ਰੱਖੀ ਜਾਂਦੀ ਹੈ, ਉੱਪਰਲੇ ਪਾਸੇ ਸ਼ੀਸ਼ਾ ਰੱਖਿਆ ਹੁੰਦਾ ਹੈ। ਸ਼ੀਸ਼ੇ ਦੇ ਹੁਣ ਉੱਪਰ ਤਾਂ ਕੰਪਿਊਟਰ ਤੇ ਬਣਨ ਲੱਗ ਗਈ ਜੀ। ਹੁਣ ਮਾਡਰਨ ਟੈਕਨੋਲੋਜੀ ਵੱਧ ਗਈ ਜੀ ਬਹੁਤ ਜ਼ਿਆਦਾ। ਠੀਕ ਹੈ, ਹੁਣ ਤਾਂ ਤੁਹਾਨੂੰ ਲੋੜ ਵੀ ਨਹੀਂ ਪੈਂਦੀ, ਉਹਦਾ ਲੱਠੇ ਫੋਟੋਕਾਪੀ ਵੀ ਸਿੱਧੇ ਹੋ ਜਾਂਦੇ ਨੇ। ਕੰਪਿਊਟਰ ਸਿਸਟਮ ਆ ਗਿਆ, ਬਹੁਤ ਜ਼ਿਆਦਾ ਫਾਇਦਾ ਹੋ ਗਿਆ ਤੁਹਾਨੂੰ। ਬਸ ਕੱਪੜੇ ਦਾ ਪ੍ਰਿੰਟ ਵੀ ਨਿਕਲ ਜਾਂਦਾ ਜੀ ਕੰਪਿਊਟਰ ਤੇ। ਪਰ ਜਦੋਂ ਲਿਖਣਾ ਤਾਂ ਤੁਸੀਂ ਆਪਣੇ ਹਿਸਾਬ ਨਾਲ ਲਿਖਣਾ, ਜਿਵੇਂ ਆਪਾਂ ਨੂੰ ਬਣਾਉਣ ਦਾ ਤਰੀਕਾ ਦੱਸਿਆ ਗਿਆ। ਠੀਕ ਹੈ ਜੀ, ਇਹ ਤਾਂ ਤੁਹਾਡਾ ਹੈਗਾ ਪੇਪਰ ਨੰਬਰ 2 ਸੀਗਾ। ਤੇ ਕੱਲ ਅਸੀਂ ਡਿਸਕਸ ਕਰਾਂਗੇ ਪੇਪਰ ਨੰਬਰ 3। ਠੀਕ ਹੈ ਜੀ, ਅੱਜ ਦੀ ਜਿਹੜੀ ਕਲਾਸ ਹੈ ਖਤਮ ਹੋਣ ਤੋਂ ਪਹਿਲਾਂ ਕਿਸੇ ਦਾ ਕੋਈ ਕੁਐਸਚਨ ਕਰ ਸਕਦਾ ਹੈ। ਸਰ ਇੱਕ ਫਰਵਰੀ ਦਾ 2019 ਦਾ ਦੂਸਰਾ ਪੇਪਰ ਕਿਹੜਾ ਸੀ? ਪਹਿਲਾ ਪੇਪਰ ਸੀ ਜਿਹੜਾ ਆਇਆ ਸਰ? ਹਾਂਜੀ ਸਰ ਜਿਹੜਾ ਪਹਿਲਾ ਪੇਪਰ ਸਟਾਰਟ ਕੀਤਾ ਸੀ ਉਹ ਕਿਹੜੇ ਸਾਲ ਦਾ ਸੀ ਸਰ? 2020। ਠੀਕ ਹੈ ਸਰ। 2020 क्वेश्चन पेपर जी, वेरी नाइस। ਜੀ ਸਰ। ठीक है ना, एक्सपीरियंस हैंड किसी एग्जामिनर ਦਾ ਬਣਾਇਆ ਹੋਇਆ ਹੈ, ਬਹੁਤ ਵਧੀਆ ਪੇਪਰ ਹੈ। ਅਸੀਂ ਉਮੀਦ ਕਰਦੇ ਹਾਂ ਵੀ ਸ਼ਾਇਦ ਇਸ ਤਰ੍ਹਾਂ ਪੇਪਰ ਇਦਾਂ ਦਾ ਆਏਗਾ। ਸਰ ਫਰਵਰੀ 2020 ਦਾ ਸਰ? ਜਨਵਰੀ 2020। ਜਨਵਰੀ ਦਾ। ਇਹ ਦੋਨੋਂ ਪੇਪਰ ਤੁਹਾਡਾ ਬਹੁਤ ਵਧੀਆ ਹੁੰਦਾ ਜੀ, ਸੌਖਾ ਹੁੰਦਾ ਹੈ। ਥੋੜਾ ਜਿਹਾ ਵੀ ਧਿਆਨ ਨਾਲ ਕਰ ਲਿਓ, ਕੋਈ ਦਿੱਕਤ ਨਹੀਂ ਆਉਂਦੀ ਹੈਗੀ ਪਾਸ ਹੋਣ ਦੇ ਵਿੱਚ। ਸਰ ਕੁਐਸਚਨ ਅੱਗੇ ਪਿੱਛੇ ਜਿਵੇਂ ਮਰਜ਼ੀ ਕਰ ਸਕਦੇ ਸਰ? ਕੁਐਸਚਨ ਨੰਬਰ ਲਿਖ ਦਿਓ, ਅੱਗੇ ਪਿੱਛੇ ਕਰ ਲਓ, ਕੋਈ ਦਿੱਕਤ ਨਹੀਂ ਹੁੰਦੀ, ਪਰ ਕੁਐਸਚਨ ਨੰਬਰ ਤੁਹਾਡਾ ਲਿਖਿਆ ਹੋਣਾ ਚਾਹੀਦਾ ਹੈ। ਜੀ ਸਰ। ਹਾਂ, ਇਹਦੇ ਚ ਸਪੀਡ ਟਾਈਮ ਜਿਹੜਾ ਮੈਂ ਕੁਐਸਚਨ ਕਰਵਾਇਆ ਸੀ ਕਦੋਂ, ਉਹ ਜ਼ਰੂਰ ਕਰ ਲਿਓ ਇੱਕ ਵਾਰੀ, डिस्टेंस स्पीड एंड टाइम का। ठीक है जी, क्लास इज ओवर, थैंक यू वेरी मच।